ਅਭੈ ਹੈ। ਆਦ ਅਨੰਤ ਅਗਾਧ ਅਦਵੈਖ ਸੁਭੂਤ ਭਵਿਗਤ ਭਵਾਨ ਅਭੈ ਹੈ। ਉਹ ਪਰਮੇਸ਼ਰ ਆਦ ਹੈ ਸਭ ਦਾ, ਸ੍ਰਿਸ਼ਟੀ ਦਾ ਆਦ ਹੈ। ਉਹ ਸ੍ਰਿਸ਼ਟੀ ਦਾ ਆਦ ਹੈ, ਜੋਤ ਦਾ ਆਦ ਨਹੀਂ ਹੈ। ਜੋਤ ਤਾਂ ਪਹਿਲਾਂ ਹੀ ਸੀਗੀ, ਸ੍ਰਿਸ਼ਟੀ ਦਾ ਆਦ ਹੈ। ਅਨੰਤ ਅਨੰਤ ਹੈ, ਉਹਦਾ ਆਪਣਾ ਅੰਤ ਕੋਈ ਨਹੀਂ। ਆਪ ਵੀ ਜੋ ਸਰੂਪ ਹੀ ਹੈ, ਅਨੰਤ ਅਗਾਧ ਅਦਵੈਤ। ਅਗਾਧ ਹੈ, ਮਨੁੱਖੀ ਬੁੱਧੀ ਤੋਂ ਪਰੇ ਹੈ। ਮਨੁੱਖੀ ਬੁੱਧੀ ਬੁੱਝ ਲਵੇ, ਉਹਨੂੰ ਆਪਣੇ ਆਪ ਸਮਝ ਲਵੇ, ਕਿਉਂਕਿ ਗਿਆਨ ਇੰਦਰੀ ਨੇ ਗਿਆਨ ਇੰਦਰੀਆਂ ਤੋਂ ਪਰੇ ਹੈ। ਇਸ ਕਰਕੇ ਮਨੁੱਖੀ ਬੁੱਧੀ ਦੇ ਪਕੜ ਤੋਂ ਪਰੇ ਹੀ ਹੈ। ਮਨੁੱਖਾਂ ਨੂੰ ਨਹੀਂ ਪਤਾ ਹੁੰਦਾ ਕੀ ਹੈ, ਰਹਿੰਦਾ ਹੀ ਨਹੀਂ ਪਤਾ। ਅਦਵੈਖ, ਉਹਦੇ 'ਚ ਕੋਈ ਦੁਵੇਸ਼ ਨਹੀਂ ਹੈ, ਕਿਸੇ ਨਾਲ ਵੈਰ ਵਿਰੋਧ ਨਹੀਂ ਕਰਦਾ, ਕਿਸੇ ਨਾਲ ਨਫ਼ਰਤ ਨਹੀਂ ਕਰਦਾ। ਸੁਭੂਤ ਭਵਿਗਤ ਭਵਾਨ ਅਭੈ ਹੈ। ਅਭੈ ਰਹਿੰਦਾ ਹਮੇਸ਼ਾ। ਭੂਤ ਵਿੱਚ ਵੀ ਅਭੈ ਸੀ। ਉਹ ਸ੍ਰਿਸ਼ਟੀ ਪੈਦਾ ਹੋਣ ਤੋਂ ਤਾਂ ਪੈਦਾ ਕੀਤੀ ਹੈ, ਉਦੋਂ ਪਹਿਲਾਂ ਵੀ ਅਭੈ ਸੀ। ਪੈਦਾ ਕੀਤੀ ਉਦੋਂ ਵੀ ਅਭੈ ਹੈ, ਹੁਣ ਵੀ ਅਭੈ ਹੈ, ਗਾਹਾਂ ਵੀ ਅਭੈ ਰਹੂਗਾ। ਭੈ ਨਹੀਂ ਉਹਨੂੰ ਹੈ, ਅਭੈ ਹੈ। ਤਿੰਨਾਂ ਕਾਲਾਂ 'ਚ ਅਭੈ ਰਹਿੰਦਾ। ਅੰਤ ਵਿਹੀਨ ਅਨਾਤਮ ਆਪ ਅਦਾਗ ਅਦੋਗ ਅਛਿਦਰ ਅਛੈ ਹੈ। ਅੰਤ ਵਿਹੀਨ ਹੈ, ਉਹਦਾ ਅੰਤ ਤਾਂ ਹੈ ਉਹ ਨਹੀਂ। ਅਨਾਤਮ ਆਪ ਅਨਾਤਮ ਹੈ। ਅਨਾਤਮ ਹੈ, ਕੋਈ ਉਹਨੂੰ ਇੱਕ ਤਾਂ ਹੁੰਦਾ ਆਤਮ ਜਦ ਹੈ ਨਾ, ਮਾਇਆ ਦੇ ਵਿੱਚ ਆਤਮ ਦੇ ਵਿੱਚ ਮੈਂ ਮੇਰਾ ਆਤਮ ਦੇ ਵਿੱਚ ਹੈ। ਜਦੋਂ ਮੈਂ ਮੇਰਾ ਨਹੀਂ, ਫਿਰ ਅਨਾਤਮ ਹੈ। ਆਤਮ ਨਹੀਂ ਰਹਿੰਦੀ, ਫਿਰ ਆਤਮਾ ਨਹੀਂ ਰਹਿੰਦੀ। ਕਿਉਂ? ਆਤਮਾ ਔਰ ਪ੍ਰਾਤਮ ਦੋ ਨੇ ਨਾ, ਅੱਧੇ ਅੱਧੇ। ਜੇ ਆਤਮਾ ਤਾਂ ਪ੍ਰਾਤਮ ਵੀ ਹੈ। ਦਾਲ ਹੈ, ਫਿਰ ਤਾਂ ਦਾਲ ਨਹੀਂ ਹੈ ਉਹਦੇ ਵਿੱਚ। ਅਨਾਤਮਾ ਮਤਲਬ ਦਾਲ ਦਾ ਅੰਸ਼ ਨਹੀਂ ਹੈ, ਉਹ 'ਚ ਦਾਲ ਨਹੀਂ ਹੈ। ਜੇ ਆਤਮ ਹੈ ਤਾਂ ਪ੍ਰਾਤਮ ਵੀ ਹੈ, ਫਿਰ ਤਾਂ ਦਾਲ ਹੈ। ਅਨਾਤਮ ਹੈ, ਦਾਲ ਨਹੀਂ ਹੈ, ਜੇ ਚਿੱਤੀ ਨਹੀਂ ਹੈ ਉਹਦੇ ਵਿੱਚ, ਅਨਾਤਮ ਕਹਿੰਦੇ ਨੇ ਫਿਰ ਉਹਨੂੰ। ਆਤਮ ਆਪਣਾ ਬਣ ਹੁੰਦਾ, ਮੈਂ ਵੱਖਰਾ ਕੁਛ, ਵੱਖਰਾ ਨਹੀਂ ਕੁਛ ਉਹਦਾ। ਜੇ ਵੱਖਰਾ ਹੋਵੇ ਸੱਚਖੰਡ ਦੇ ਵਿੱਚ ਏਕਤਾ ਕਿਵੇਂ ਹੋਵੇ? ਫਿਰ ਵੱਖਰਾ ਸੰਸਾਰ 'ਚ ਹੈ ਸਾਡਾ, ਵੱਖਰਾ ਕੋਈ ਸੰਸਾਰ 'ਚ ਹੈ। ਜਿੱਥੇ ਆਤਮਾ ਉੱਥੇ ਤਾਂ ਇੱਕ ਦੂਜੇ ਨਾਲ ਰਹਿ ਨਹੀਂ ਮਿਲਦੀ। ਉੱਥੇ ਤਾਂ ਮੈਂ ਮੇਰੀ ਹੈ ਨਾ। ਆਤਮ ਦਾ ਮਤਲਬ ਮੈਂ ਮੇਰੀ ਹੁੰਦਾ, ਮੈਂ ਮੇਰੀ ਨਹੀਂ ਹੈ। ਅਦਾਗ ਹੈ, ਕੋਈ ਦਾਗ ਨਹੀਂ ਹੈ। ਦਾਗ ਹੈ ਵਕਾਰ ਦਾ ਲੱਗਣਾ, ਵਕਾਰ ਕੋਈ ਹੈ ਨਹੀਂ, ਦਾਗ ਹੈ ਨਹੀਂ। ਦੋਖ ਨਹੀਂ ਕੋਈ, ਕਮੀ ਨਹੀਂ ਕੋਈ, ਕਿਸੇ ਗੱਲ ਦੀ ਕੋਈ ਕਮੀ ਨਹੀਂ ਹੈ। ਭੁੱਖ ਨਹੀਂ ਕੋਈ, ਲੋਭ ਨਹੀਂ, ਹੰਕਾਰ ਨਹੀਂ। ਅਛਿਦਰ ਅਛੈ ਹੈ। ਅਛਿਦਰ ਹੈ, ਕੋਈ ਉਹਦਾ ਜਿਹੜਾ ਹੈ ਨਾ ਜੋਤ, ਘਟਦੀ ਵੱਧਦੀ ਨਹੀਂ, ਚਿੰਤਾ ਨਾਲ ਘਟਦੀ ਵੱਧਣੀ। ਕੋਈ ਐਸਾ ਵੱਡਾ ਪ੍ਰਭਾਵ ਨਹੀਂ ਉੱਤੇ ਪਾ ਸਕਦਾ ਕਿ ਉਹਨੂੰ ਡਰਾ ਦੇਵੇ, ਜਾਂ ਉਹਦੇ ਤੇ ਆਪਣਾ ਪ੍ਰਭਾਵ ਪਾ ਕੇ ਉੱਤੇ ਹੋਰ ਕੁਛ ਕਰਾ ਲਵੇ ਆਪਣੀ ਮਰਜ਼ੀ ਨਾਲ। ਏਦਾਂ ਨਹੀਂ ਹੋ ਸਕਦਾ। ਅਛੈ ਹੈ, ਅਛਿਦਰ ਅਛੈ ਹੈ। ਅਛਿਦਰ ਹੈ ਜਦੋਂ, ਉਹ ਛੇਦ ਨਹੀਂ ਕੀਤਾ ਜਾ ਸਕਦਾ। ਨੁਕਸ ਕੱਢ ਕੇ ਉਹਨੂੰ ਝੂਠਾ ਨਹੀਂ ਕੀਤਾ ਜਾ ਸਕਦਾ। ਜਿਵੇਂ ਝੂਠ ਨੂੰ ਅਸੀਂ ਨੁਕਸ ਕੱਢ ਕੇ, ਝੂਠੀਆਂ ਮੱਤਾਂ ਨੂੰ, ਮਨਮੱਤਾਂ ਨੂੰ, ਉਹ 'ਚ ਨੁਕਸ ਕੱਢ ਕੇ ਉਹਦੇ ਤੇ ਪ੍ਰਭਾਵ ਪਾ ਦਿੰਦੇ। ਸੱਚੀ ਇਹ ਤੇ ਸੱਚ ਤੇ ਪ੍ਰਭਾਵ ਤਾਂ ਪਊ ਜੇ 'ਚ ਨੁਕਸ ਹੀ ਨਹੀਂ ਕੋਈ ਪ੍ਰਭਾਵ, ਤੇ ਕੀ ਪੈਣਾ? ਅਛਿਦਰ ਹੈ। ਛਿੱਦਰ ਉੱਥੇ ਹੋਣਾ ਜਿੱਥੇ ਕੋਈ ਕੱਚ ਹੈ, ਝੂਠ ਹੈ। ਕੱਚ ਤੇ ਹੀ ਛਿੱਦਰ ਹੋਣਾ ਜਾ ਕੇ। ਲੋਗਨ ਕੇ ਕਰਤਾ ਹਰਤਾ, ਜਲ ਮੈਂ ਥਲ ਮੈਂ ਭਰਤਾ ਪ੍ਰਭ ਵੈ ਹੈ। ਲੋਗਨ ਕੇ ਕਰਤਾ ਹਰਤਾ, ਸੰਸਾਰ ਦੇ ਜਿਹੜੇ ਲੋਕ ਨੇ ਉਹਨਾਂ ਦਾ ਕਰਤਾ ਵੀ ਹੈ, ਹਰਤਾ ਵੀ ਹੈ। ਇਹ ਸਰੀਰ ਨਾਲ ਆਤਮਾ ਨੂੰ ਜੋੜ ਵੀ ਦਿੰਦਾ, ਸਰੀਰ ਨੂੰ ਆਤਮਾ ਨੂੰ ਅਲੱਗ ਵੀ ਕਰ ਦਿੰਦਾ। ਹਰਤਾ ਹੈ,
ਪ੍ਰਾਣ ਹਰ ਲੈਣੇ, ਪ੍ਰਾਣ ਪਾ ਦੇਣੇ। ਭਰਤਾ ਹੈ ਸਰੀਰ ਕਰਕੇ ਔਰ ਮਨ ਕਰਕੇ ਗਿਆਨ ਦੇਣਾ, ਬੁੱਧੀ ਜੋ ਉਹਦੀ ਕਮੀਆਂ ਨੂੰ, ਘਾਟ ਨੂੰ ਪੂਰਾ ਕਰਨਾ, ਭਰਨਾ। ਜਲ ਮੈਂ ਥਲ ਮੈਂ ਭਰਤਾ ਜਲ में चाहे थल में जीव ने, ਭਰਤਾ ਪ੍ਰਭ ਵੈ ਹੈ। भरता है, भरने वाला। शरीर करके भी भुख पूरी करता है, ज्ञान की भुख भी पूरी करता है, आत्मा की भुख भी पूरी करता है, शरीर की भुख भी पूरी करता है। भरता प्रभ है, वो प्रभ आप है, वो प्रभ आप ही प्रभ है, वह है। ਦੀਨ ਦਿਆਲ ਦਇਆ ਕਰ ਸ੍ਰੀਪਤ ਸੁੰਦਰ ਸ੍ਰੀਪਤ ਮਾਪਤ ਵੈ ਹੈ। ਉਸੇ ਨੂੰ ਅਸੀਂ ਉਤਲੇ ਸਬਈਏ ਚ ਸੁੰਦਰ ਸ੍ਰੀਪਤ ਮਾਪਤ ਕਿਹਾ ਸੀ। ਉਸੇ ਨੂੰ ਉਤਲੇ ਸਬਈਏ ਵਿੱਚ ਸੁੰਦਰ ਸ੍ਰੀਪਤ ਮਾਪਤ ਕਿਹਾ ਸੀ। ਕਿਤੇ ਸਮਝ ਲਓ ਵੀ ਪਦਮਾਪਤ ਨੂੰ ਸ੍ਰੀਪਤ ਮਾਪਤ, ਵੀ ਪਦਮਾਪਤ ਦੀ ਗੱਲ ਕਰਤੀ। ਦੁਬਾਰਾ ਫਿਰ ਸ੍ਰੀ ਪਦਮਾਪਤ ਵਰਤਿਆ ਤਾਂ ਕਿ ਉਹ ਪਹਿਲੇ ਸਬਈਏ ਵਾਲਾ ਭੁਲੇਖਾ ਨਾ ਪੈ ਜਾਏ। ਵਿਸ਼ਨੂੰ ਵਾਲਾ ਹਾਂ, ਦੀਨ ਦਿਆਲ, ਦਿਆਲ ਨੇ ਦੋਖਣ, ਦਇਆ ਕਰ ਸ੍ਰੀਪਤ, ਦਇਆ ਕਰ ਇਹ ਸ੍ਰੀਪਤ, ਤੂੰ ਦੀਨਾਂ ਤੇ ਦਇਆ ਕਰਨ ਵਾਲਾ ਮੇਰੇ ਤੇ ਵੀ ਦਇਆ ਕਰ। ਸੁੰਦਰ ਸ੍ਰੀ ਪਦਮਾਪਤ ਵੈ ਹੈ, ਤੂੰ ਸੁੰਦਰ ਸ੍ਰੀ ਪਦਮਾਪਤ ਹੈ। ਸ੍ਰੀ ਪਦਮਾਪਤ ਕਹਿੰਦੇ ਨੇ ਵਿਵੇਕ ਬੁੱਧੀ ਨੂੰ। ਪਦਮਾ ਵਿਵੇਕ ਬੁੱਧੀ ਦਾ ਨਾਮ। ਜਿਹੜੇ ਗੁਰ ਕੇ ਚਰਨ ਨੇ ਨਾ ਹਿਰਦੇ 'ਚ, ਇਹ ਚਰਨਾਂ ਤੋਂ ਹੀ ਪੈਦਾ ਹੋਈ, ਚਰਨਾਂ ਦੀ ਆਵਾਜ਼ ਦਾ ਨਾਮ। ਪਦਮ ਚਰਨ ਨੂੰ ਕਹਿੰਦੇ ਨੇ ਨਾ। ਉਹ ਖੁਰਾਸਾਨ ਵੀ ਇਸ ਨੂੰ ਕਿਹਾ, ਖੁਰਾਸਾਨ ਖਸਬਾਨਾ ਕੀਆ, ਆਪਣੇ ਪੈਰਾਂ ਦੀ ਆਵਾਜ਼ ਮੇਰੇ ਹਿਰਦੇ 'ਚ ਕੀਤੀ। ਖੁਰ ਪੈਰਾਂ ਨੂੰ ਕਹਿੰਦੇ ਨੇ। ਇਹ ਉਹਦੇ ਚਰਨਾਂ ਦੀ ਵਿੜਕਾ ਆਵਾਜ਼ ਹੈ। ਇਹ ਪਦਮਾ ਪੈਰ ਨੂੰ ਕਹਿੰਦੇ ਨੇ, ਪਦਮਾਪਤੀ ਹੈ ਉਹ ਜਿਹਦੇ ਚਰਨ ਨੇ, ਉਹੀ ਹੈ ਗੁਰ ਕੇ ਚਰਨ ਬਸੇ ਮੇ ਰਹੀਏ। ਇਹ ਚਰਨਾਂ ਦਾ ਮਾਲਕ ਹੈ। ਚਰਨ ਕੀ ਨੇ? ਚਰਨ ਉਹਦੇ ਗੁਣ ਨੇ, ਚਰਨ ਉਹਦੇ ਸ਼ਬਦ ਨੇ, ਉਹਦਾ ਜਿਹੜੇ ਗੁਣ ਨੇ ਉਹ ਚਰਨੇ ਨੇ, ਉਹਦਾ ਜਿਹੜਾ ਉਪਦੇਸ਼ ਹੈ ਉਹਦੇ ਚਰਨੇ ਨੇ। ਸੁੰਦਰ ਸ੍ਰੀ ਗੁਰਮਤਿ ਉਹਦੇ ਚਰਨੇ ਨੇ, ਵਿਵੇਕ ਬੁੱਧੀ ਉਹਦੇ ਚਰਨੇ ਨੇ। ਤਾਂ ਹੀ ਕਹੇ ਚਰਨ ਛੱਡ ਕੇ ਵਸਤ ਭਵਾਨੀ। ਇਹਨਾਂ ਨੂੰ ਨਹੀਂ ਪਤਾ ਉਹਦਾ ਅਰਥ ਕੀ ਬਣਦਾ। ਚਰਨ ਛੱਡ ਜੇ ਵਸਤ ਭਵਾਨੀ, ਉਹ ਚਰਨਾਂ ਦੇ ਵਿੱਚ ਹੀ ਵਸਦੀ ਹੈ ਭਵਾਨੀ। ਉਹਦੇ ਚਰਨਾਂ ਦੀ ਆਵਾਜ਼ ਚਰਨਾਂ ਦੇ ਵਿੱਚ ਵਸਦੀ ਹੁੰਦੀ, ਹੋਰ ਕਿੱਥੇ ਵਸਦੀ ਹੁੰਦੀ? ਚਰਨਾਂ ਜੋ ਆਵਾਜ਼ ਨਿਕਲਦੀ ਹੈ ਉਹਦੇ, ਇਹ ਤਾਂ ਚਰਨਾਂ ਦੀ ਆਵਾਜ਼ ਹੈ, ਵਿੜਕੇ ਹੈ ਬਸ। ਜਿਹੜੇ ਹਿਰਦੇ 'ਚੋਂ ਆਉਂਦਾ ਉਹਦੀ ਆਵਾਜ਼ ਹੈ। ਜਪ ਤੁਰਦਿਆਂ ਵਿੜਕ ਨਹੀਂ ਆਉਂਦੀ। ਵਿੜਕ ਕਿੱਥੋਂ ਆਉਂਦੀ ਹੈ? ਚਰਨਾਂ ਤੋਂ ਵੀ ਵਿੜਕ ਆਉਂਦੀ ਹੈ। ਉਹ ਤਾਂ ਗਿਆ ਚਰਨ ਛੱਡ ਜੇ ਬਸਤ ਭਵਾਨੀ। ਉਹ ਬਦਵਾ ਹੋ ਰਹੀ ਹੈ, ਮੇਰੇ ਰੌਲੇ 'ਚ ਫਿਰੀ ਜਾਂਦੇ ਨੇ। ਮਾਤਾ ਜੀ ਆ ਲਿਖਿਆ ਹੋਇਆ। ਇਹਨਾਂ ਨੂੰ ਕੀ ਪਤਾ ਵੀ ਚਰਨ ਛੱਡ ਕੀ ਹੁੰਦੀ ਹੈ? ਇਹਨਾਂ ਕੋਲ ਚਰਨ ਛੱਡ ਉਹ ਭਾਈ ਗੁਰਦਾਸ ਵਾਲੀ ਹੈ ਅਸਲ 'ਚ। ਉਹ ਭਾਈ ਗੁਰਦਾਸ ਦੇ ਨਾਮ ਤੇ ਨਹੀਂ ਚਰਨ ਛੱਡਣਾ, ਸੰਸਾਰੀ ਬੋਲੀ ਦੀ ਚਰਨ ਛੱਡ ਉਹ ਹੈ। ਉਹ ਸੰਸਾਰੀ ਬੋਲੀ ਦੀ ਚਰਨ ਛੱਡ ਹੋਰ ਹੁੰਦਾ, ਇਹ ਗੱਲ ਹੋਰ ਹੈ। ਗੁਰਬਾਣੀ ਹਰਨਾਮ ਆਹੋ। ਸੁੰਦਰ ਸ੍ਰੀ ਪਦਮਾਪਤ ਵੈ ਹੈ। ਸੁੰਦਰ ਸ੍ਰੀ ਪਦਮਾਪਤ, ਉਹ ਸੁੰਦਰ ਸ੍ਰੀ ਪਦਮਾਪਤ ਹੈ, ਉਹ ਜੋਤ ਸਰੂਪ ਹੈ। ਉਹਦੀ ਗੱਲ ਕਰਦੇ ਹਾਂ ਅਸੀਂ। ਉਹ ਹੈ ਸੁੰਦਰ ਸ੍ਰੀ ਪਦਮਾਪਤ, ਜਿਹਦੇ 'ਚ ਉੱਪਰਲੇ ਗੁਣ ਨੇ ਸਾਰੇ। ਵਿਸ਼ਨੂੰ 'ਚ ਨਹੀਂ ਇਹ ਗੁਣ ਹੈਗੇ। ਲੋਗਨ ਕੇ ਹਰਤਾ ਕਰਤਾ, ਲੋਗਨ ਕੇ ਹਰਤਾ ਕਰਤਾ। ਵਿਸ਼ਨੂੰ ਕਿੱਥੇ ਹੈ? ਲੋਗਨ ਕੇ ਹਰਤਾ, ਉਹ ਤਾਂ ਮਾਲਾ ਫੇਰਦਾ ਸ੍ਰੀ ਪਦਮਾਪਤ ਦੀ। ਪਦਮਾਪਤ ਉਹਨੂੰ ਤਾਂ ਕਹਿੰਦੇ ਨੇ, ਜਿਵੇਂ ਖਾਲਸਾ ਅਸੀਂ ਆਪਣੇ ਆਪ ਨੂੰ ਕਹਿਣ ਲੱਗੇ। ਖਾਲਸਾ ਅਸਲ 'ਚ ਪਰਮੇਸ਼ਰ ਹੈ। ਜਿਹੜੇ ਖਾਲਸਾ ਮੰਨ ਕੇ ਪਰਮੇਸ਼ਰ ਨੂੰ ਪੂਜਾ ਕਰਦੇ ਨੇ, ਮੰਨਦੇ ਨੇ, ਉਹ ਉਹਨਾਂ ਦਾ ਉਹੀ ਪੈ ਜਾਂਦਾ। ਜਿਵੇਂ ਜਿਹੜੇ ਸ਼ਿਵ ਸ਼ਿਵ ਕਰਕੇ ਧਿਆਉਂਦੇ ਸੀ, ਉਹਦਾ ਨਾਮ ਵੀ ਸ਼ਿਵ ਪੈ ਗਿਆ। ਜਿਹੜੇ ਸਿੱਖਿਆ ਲੈਂਦੇ ਤੇ ਉਹਨਾਂ ਦਾ ਨਾਮ ਸਿੱਖ ਪੈ ਗਿਆ। ਇਹ ਉਹ ਜਿਹਾ ਨਾਮ ਪੈ ਜਾਂਦਾ, ਅੱਲ ਪੈ ਜਾਂਦੀ ਹੈ। ਨਾਮ ਨਹੀਂ ਹੁੰਦਾ, ਅੱਲ ਹੁੰਦੀ ਹੈ। ਅੱਲ ਪਈ ਹੋਈ ਹੈ। ਉਹੀ ਕੁਛ ਕਹਿਣ ਲੱਗ ਜਾਂਦੇ ਨੇ ਲੋਕ ਉਹਨਾਂ ਨੂੰ। ਪਦਮਾਪਤ ਦੀ ਤਾਂ ਅੱਲ ਹੈ ਪਈ ਹੋਈ। ਇਹਨੂੰ ਮੰਨਣ ਵਾਲੇ ਨੂੰ ਮੈਂ ਪਦਮਾਪਤ ਕਹਿਣ ਲੱਗ ਗਿਆ ਵੀ ਇਹੀ ਹੈ। ਨਾਨਕ ਨੂੰ ਨਿਰੰਕਾਰ ਕਹਿਣ ਲੱਗੇ ਸਿੱਖ। ਇਹ ਲੱਗੇ ਜਾਂਦੇ ਹੁੰਦੇ ਨੇ ਕਹਿਣ, ਜਿਨ੍ਹਾਂ ਦੀ ਬੁੱਧੀ, ਜਿਨ੍ਹਾਂ ਦੇ ਅਸਲ ਚੀਜ਼ ਸਮਝ 'ਚ ਨਹੀਂ ਆਉਂਦੀ।
ਉਪਦੇਸ਼ ਤਾਂ ਸਮਝਦੇ ਨਹੀਂ ਹਨ, ਇਹ ਜੋ ਦੀਦਾ ਉਸ ਨੂੰ ਮੰਨ ਲੈਂਦੇ ਨੇ, ਕਹਿੰਦੇ ਚੱਲ ਛੱਡੋ ਪਰੇ, ਇਹੀ ਹੈ, ਇਹਨੂੰ ਕਹਿ ਲਓ ਆਪਾਂ। ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ। ਹੁਣ ਸ੍ਰੀ ਪਦਮਾ ਪਤ ਨੂੰ ਨਾ ਤਾਂ ਕੋਈ ਇੱਛਾ ਹੈ, ਪਰ ਵਿਸ਼ਨੂੰ ਤਾਂ ਇੱਛਾ ਸੀ, ਜੇ ਇੱਛਾ ਸੀ ਤਾਂ ਹੀ ਠੱਗੀ ਮਾਰੀ ਉਹਨਾਂ ਨੇ ਰਾਖਸ਼ਾਂ ਨੇ। ਰਾਖਸ਼ਾਂ ਨੇ ਸਮੁੰਦਰ ਲੜਕਿਆ, ਠੱਗੀ ਕਾਹਦੇ ਮਾਰੀ, ਆਪ ਕਾਹਦੇ ਰੱਖੀਆਂ ਵਿੱਚੋਂ ਚੀਜ਼ਾਂ, ਇੱਛਾ ਸੀ ਨਾ ਉਹਨਾਂ ਦੀ। ਕਾਮ ਨਾ ਕ੍ਰੋਧ ਨਾ ਲੋਭ ਨਾ, ਕਾਮਨਾ ਸੀ ਉਹਦੇ ਵਿੱਚ, ਲੋਭ ਵੀ ਸੀਗਾ, ਕ੍ਰੋਧ ਵੀ ਸੀਗਾ, ਸਭ ਕੁਝ ਸੀ। ਇਹ ਜਿਹਨੇ ਕਾਮ ਕ੍ਰੋਧ ਹੈ, ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ। ਉਹ ਤਾਂ ਦੇਵਤਾ ਨਾਲ ਮੋਹ ਸੀ, ਦੇਵਤਿਆਂ ਨੂੰ ਦੇ ਦਿੱਤਾ ਜ਼ਿਆਦਾ ਕੁਝ, ਰਾਖਸ਼ਾਂ ਨੂੰ ਦਿੱਤਾ ਨਹੀਂ। ਉਹ ਸੀ ਤਾਂ ਹੀ ਦਿੱਤਾ, ਉਹ ਨਹੀਂ ਹੈਗੇ ਉੱਚੇ ਗੁਣ। ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਸੋਗ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ। ਨਾ ਰੋਗ ਹੈ, ਨਾ ਸੋਗ ਹੈ, ਨਾ ਭੋਗ ਹੈ, ਨਾ ਭੈ। ਨਾ ਕੁਝ ਖਾਂਦਾ, ਸਰੀਰ ਹੀ ਨਹੀਂ ਹੈਗਾ, ਖਾਣਾ ਕੀ ਹੈ। ਵਿਸ਼ਨੂੰ ਦਾ ਦੇਹਧਾਰੀ ਹੈ, ਉਹ ਤਾਂ ਉਂਗਲੀ ਤੇ ਚੱਕਰ ਹੁੰਦਾ ਉਹਦੇ। ਪਰਮੇਸ਼ਰ ਦੀ ਉਂਗਲੀ ਕਿੱਥੇ ਦਿਖਾਈ ਹੈ ਕਦੇ? ਉਹਦੀ ਤਾਂ ਕਦੇ ਫੋਟੋ ਹੀ ਨਹੀਂ ਕਿਸੇ ਨੇ ਦਿਖਾਈ, ਉਹ ਤਾਂ ਕਦੇ ਮੂਰਤੀ ਨਹੀਂ ਬਣੀ। ਜਿਨ੍ਹਾਂ ਦੀਆਂ ਮੂਰਤੀਆਂ ਬਣਦੀਆਂ ਨੇ ਉਹ ਨਹੀਂ ਹੁੰਦੇ, ਉਹਦੀ ਮੂਰਤੀ ਨਹੀਂ ਬਣ ਸਕਦੀ। ਜਿਹੜਾ ਮਨੁੱਖੀ ਬੁੱਧੀ ਤੇ ਹੀ ਭਰੇ, ਉਹਦੀ ਮੂਰਤੀ ਕਿਵੇਂ ਬਣ ਜੂ? ਜਿਹੜਾ ਅੱਖਾਂ ਨੂੰ ਦੀਦਾ ਹੀ ਨਹੀਂ, ਉਹਦੀ ਮੂਰਤੀ ਕੀ ਮੂਰਤੀ ਬਣਾਵਾਂਗੇ? ਅੱਖਾਂ ਨੂੰ ਦੇਖਣ ਵਾਲੀ ਮੂਰਤੀ ਬਣਾਵਾਂਗੇ, ਫੋਟੋ ਉਹੀ ਬਣਾਵਾਂਗੇ ਜਿਹੜੀ ਅੱਖਾਂ ਨੂੰ ਦੇਖੇ। ਜੋ ਅੱਖਾਂ ਨੂੰ ਚੀਜ਼ ਦੀਦੀ ਹੋਈ ਨਹੀਂ ਹੈ, ਉਹਦੀ ਕੀ ਫੋਟੋ ਬਣਾਵਾਂਗੇ? ਨਾ ਉਹਦੀ ਮੂਰਤੀ ਬਣਾ, ਨਾ ਉਹਦੀ ਫੋਟੋ। ਉਹ ਬਣਦੀ ਨਹੀਂ। ਅਸੀਂ ਮੂਰਤੀ ਪੂਜਕ ਨਹੀਂ ਹੈਗੇ ਸਿੱਖ। ਉਹ ਮੂਰਤੀ ਪੂਜਕਤਾ ਦੀ ਹੋ ਜੀ, ਉਹਦੀ ਮੂਰਤੀ ਬਣਦੀ ਨਹੀਂ ਹੈ। ਅਕਾਲ ਮੂਰਤ ਹੈ, ਬਣਾਓ ਕਿਵੇਂ ਬਣਾਓਗੇ? ਮੂਰਤੀ ਤਾਂ ਹੈਗੀ, ਅਕਾਲ ਮੂਰਤ ਹੈ। ਉਹ ਮੂਰਤੀ ਤਾਂ ਅਸੀਂ ਪੂਜਦੇ ਹਾਂ, ਪਰ ਮੂਰਤੀ ਉਹਦੀ ਦੀਦੀ ਨਹੀਂ ਹੈਗੀ। ਮੂਰਤੀ ਹੈਗੀ, ਦੀਦੀ ਨਹੀਂ ਹੈ। ਮੂਰਤੀ ਹੈਗੀ ਹੈ ਤਾਂ ਸਹੀ ਨਹੀਂ, ਉਹ ਕਹਿੰਦੇ ਹੈ ਤਾਂ ਸਹੀ ਮੂਰਤੀ ਉਹਦੀ, ਅਕਾਲ ਮੂਰਤ ਹੈ। ਉਹ ਵਜੂਦ ਤਾਂ ਹੈਗਾ, ਮੂਰਤੀ ਤਾਂ ਹੈ, ਅਕਾਲ ਮੂਰਤੀ। ਆ ਜਿਹੜੇ ਸਰੀਰ ਨੇ ਸਾਰੇ ਕਾਲਵਾਸ ਨੇ। ਅੱਖਾਂ ਨੂੰ ਦਿਖਣ ਵਾਲੀ ਮੂਰਤੀ ਮਾਇਆ ਤਾਂ ਕਾਲਵਾਸ ਹੈ ਸਾਰੀ। ਸਾਡੀ ਮਜਬੂਰੀ ਇਹ ਹੈ ਕਿ ਉਹ ਮੂਰਤੀ ਉਹਦੀ ਬਣਦੀ ਨਹੀਂ, ਜਿਹਨੂੰ ਅਸੀਂ ਮੰਨਦੇ ਹਾਂ। ਬਣ ਨਹੀਂ ਸਕਦੀ। ਜੇ ਬਣਾਉਣੇ ਤਾਂ ਝੂਠੀ ਹੈ, ਉਹ ਹੋਰ ਕਿਸੇ ਦੀ ਹੈ, ਫਿਰ ਉਹਦੀ ਹੈ ਨਹੀਂ। ਮੂਰਤੀ ਤੋਂ ਨਹੀਂ ਨਫ਼ਰਤ ਹੈ ਸਾਨੂੰ, ਉਹਦਾ ਰੂਪ ਹੈ, ਅਰੂਪ ਹੈ। ਪਰ ਤੇਰਾ ਰੂਪ ਅਗੰਮ ਹੈ, ਰੂਪ ਤੇਰਾ ਦਰ ਸਾਰਾ। ਬਣਾਓ ਮੂਰਤੀ, ਕਿਵੇਂ ਬਣਾਓਗੇ? ਬਣਦੀ ਹੋਈ ਨਹੀਂ ਹੈ ਮੂਰਤੀ। ਜਿਹੜੇ ਮੂਰਤੀਆਂ ਦੀਆਂ ਗੱਲਾਂ ਕਰਦੇ ਨਾ ਹਿੰਦੂ ਨੇ ਸਾਰੇ, ਜਿਹੜੀਆਂ ਬਣਾਉਂਦੇ ਗੁਰੂਆਂ ਦੀਆਂ ਮੂਰਤੀਆਂ ਬਣਾਉਣ ਲੱਗੇ। ਹਿੰਦੂ ਮਤਲਬ ਪ੍ਰਭਾਵਿਤ ਨੇ ਨਾ ਲੋਕ। ਇੱਕ ਉਹ ਵੀ ਉਂਗਲ ਲਾਉਂਦੇ ਨੇ ਪੈਸੇ ਦੇ ਕੇ, ਤੁਸੀਂ ਮੂਰਤੀਆਂ ਬਣਾਓ, ਸਾਡੇ ਨਾਲ ਰਲ ਜਾਣ। ਇਹ ਆਹੀ ਕਥਾ ਰਹਿੰਦੀ ਸੀ ਇਹਨਾਂ ਦੇ ਵਿੱਚ ਮੂਰਤੀ ਪੂਜਾ ਦੀ। ਹੋਰ ਤਾਂ ਬਾਕੀ ਸਭ ਕੁਝ ਠੀਕ ਹੈ। ਹਿੰਦੂ ਨੇ ਸਿੱਖ ਮੂਰਤੀ ਪੂਜਾ ਤੋਂ ਕੜੇ ਹੋਏ ਨੇ ਹਾਲੇ। ਉਹ ਵੀ ਕਿਸੇ ਨਾ ਕਿਸੇ ਰੂਪ ਨਾਲ ਕਰੀ ਜਾਂਦੇ ਨੇ, ਫੋਟੋਆਂ ਲਾ ਕੇ ਚਾਹੇ ਕਰੀ ਜਾਣ, ਧੂਪ ਬੱਤੀ। ਦੇਹ ਵਿਹੀਨ ਸਨੇ ਸਭੋ ਤਨ ਨੇ ਬਰਕਤ ਅਗੇ ਅਛੈ। ਦੇਹ ਵਿਹੀਨ, ਦੇਹ ਨਹੀਂ ਹੈ ਉਹਦੀ। ਦੇਹ ਉਹਦਾ ਮੂਰਤੀ ਬਣੂ। ਦੇਹ ਵਿਹੀਨ ਸਨੇ ਸਭੋ ਤਨ, ਸਨੇਹ ਸਭੋ ਤਨ। ਪਰ ਸਾਰੇ ਜਿੰਨੇ ਸਰੀਰ ਨੇ ਨਾ ਜੋਨੀਆਂ ਦੇ, ਉਹਨਾਂ ਨਾਲ ਸਨੇਹ ਪ੍ਰੇਮ ਰੱਖਦਾ, ਉਹਨਾਂ ਦੀ ਪਾਲਣਾ ਕਰਦਾ। ਆਪਣਾ ਸਰੀਰ ਕੋਈ ਨਹੀਂ। ਬਾਕੀ ਜਿੰਨਾ ਸਰੀਰ ਨੇ ਉਹਨਾਂ ਨਾਲ ਸਨੇਹ ਹੈਗਾ। ਇਹ ਨਹੀਂ ਆ ਵੀ ਮੇਰਾ ਸਰੀਰ ਨਹੀਂ, ਇਹ ਸਰੀਰ ਹੈ, ਇਹਦਾ ਨਫ਼ਰਤ ਕਰਾਂ ਮੈਂ ਉਹਦੇ ਨਾਲ, ਵੀ ਮੈਂ ਤਾਂ ਬਿਨਾਂ ਸਰੀਰ ਵਾਲੇ ਨਾਲੇ ਰੱਖੂਗਾ ਮੇਲ ਮਿਲਾਪ, ਸਰੀਰ ਵਾਲੇ ਨਾਲ ਮੇਰਾ ਕੋਈ ਮੇਲ ਮਿਲਾਪ ਨਹੀਂ। ਇਹ ਨਹੀਂ ਹੈਗਾ। ਸਗੋਂ ਸਨੇਹ ਹੈ ਬਾਕੀ ਸਾਰੇ ਸਰੀਰਾਂ ਨਾਲ, ਉਹਨਾਂ ਦੀ ਪਾਲਣਾ ਕਰਨੀ ਹੈ। ਸਨੇਹ ਸਭੋ ਤਨ ਨਹਿ ਬਰਕਤ, ਪਰ ਮੋਹ ਹੈ ਨਹੀਂ। ਦੇਖੋ ਸਨੇਹ ਔਰ ਨੇਹ ਦੋ ਚੀਜ਼ਾਂ ਨੇ। ਨਹਿ ਬਰਕਤ, ਸਨੇਹ ਨੇਹ ਹੁੰਦਾ, ਸਨੇਹ ਤਾਂ ਹੈ, ਪ੍ਰੇਮ ਤਾਂ ਹੈ, ਨੇਹ ਨਹੀਂ ਹੈ। ਮੋਹ ਨਹੀਂ ਹੈ। ਨੇਹ ਮੋਹ ਹੈ, ਨਹਿ ਬਰਕਤ, ਨੇਹ ਤੇ ਬਰਕਤਾ ਹੈ। ਮੋਹ ਕਿਸੇ ਨਾਲ ਨਹੀਂ। ਜੇ ਮੋਹ ਹੋਵੇ ਫਿਰ ਸਨੇਹ ਨਹੀਂ ਹੋ ਸਕਦਾ ਸਾਰਿਆਂ ਨਾਲ। ਜਿਹੜਾ ਸਾਰਿਆਂ ਨਾਲ ਹੁੰਦਾ ਸਨੇਹ ਹੁੰਦਾ ਹੈ, ਜਿਹੜਾ ਥੋੜਿਆਂ ਨਾਲ ਹੁੰਦਾ ਹੈ ਉਹ ਨੇਹ ਹੋ ਜਾਂਦਾ। ਕਿਸੇ ਦਾ ਨੇਹ ਵੱਧ ਘੱਟ ਵੀ ਹੁੰਦਾ ਹੈ, ਕਿਸੇ ਨਾਲ ਵੱਧ, ਕਿਸੇ ਨਾਲ ਘੱਟ।
ਸਨੇਹ ਕੋ ਜਾ ਹੁੰਦਾ ਸਾਰਿਆਂ ਨੂੰ। ਸਨੇਹ ਨੇ ਦਾ ਹੀ ਸ਼ੁੱਧ ਰੂਪ ਸਨੇਹ ਹੈ। ਦੇਹ ਦਾ ਨੇ ਜਿਹੜਾ ਹੈ ਨਾ ਉਹਦਾ ਸ਼ੁੱਧ ਰੂਪ ਸਨੇਹ ਹੈ। ਇਹ ਸਨੇਹ ਤੋਂ ਵਿਗੜ ਕੇ ਨੇ ਹੋ ਜਾਂਦਾ। ਸਨੇਹ ਜਦੋਂ ਵਿਗੜ ਜਾਂਦਾ, ਸਨੇਹ 'ਚ ਖੋਟ ਆ ਜਾਂਦੀ ਹੈ, ਉਹ ਨੇ ਰਹਿ ਜਾਂਦਾ। ਖੋਟ ਆ ਗਈ ਨਾ, ਕਿਸੇ ਨੂੰ ਚੰਗਾ ਕਿਸੇ ਨੂੰ ਮਾੜਾ, ਕਾਣ ਪੈ ਗਈ ਸਨੇਹ ਦੇ ਵਿੱਚ, ਨੇ ਬਣ ਗਿਆ। ਅਗੇ ਅਛੈ ਹੈ, ਅਗੇ ਹੈ ਉਹ। ਤੁਸੀਂ ਉਹ ਫਿਰ ਵੀ ਪਕੜ ਤੋਂ ਪਰੇ ਰਹਿੰਦੇ ਸਾਡੀ ਤੋਂ। ਪਤਾ ਨਹੀਂ ਹੈਗਾ ਕਿਸੇ ਨੂੰ ਵੀ ਸਾਡਾ ਉਹਦਾ ਸਨੇਹ ਹੈ। ਦੇਹਦਾਰੀਆਂ ਨੂੰ ਪਤਾ ਕੋਈ ਨਹੀਂ ਵੀ ਸਨੇਹ ਉਹਦਾ ਸਾਡੇ ਨਾਲ। ਇਹ ਗੱਲ ਵੀ ਨਹੀਂ, ਇਹ ਗੱਲ ਵੀ ਸਾਡੀ ਸਮਝ ਤੋਂ ਪਰੇ ਹੀ ਹੈ। ਅਗੇ ਹੈ ਫਿਰ ਵੀ ਨਹੀਂ ਕਿਸੇ ਨੂੰ ਪਤਾ ਹੈਗਾ ਇਹਦਾ। ਅਛੈ ਹੈ, ਅੱਛਾ ਹੈ ਕਿਤੇ ਇਹ ਵੀ ਨਹੀਂ ਹੈਗਾ ਵੀ ਚੱਲ ਬਈ ਪਹਿਲਾਂ ਸਨੇਹ ਸੀਗਾ ਹੁਣ ਹੈ ਨਹੀਂ। ਹਮੇਸ਼ਾ ਹੀ ਰਹਿੰਦਾ ਉਹ ਸਨੇਹ ਵੀ, ਹਮੇਸ਼ਾ ਰਹਿੰਦਾ। ਔਰ ਪਤਾ ਵੀ ਕਿਸੇ ਨੂੰ ਨਹੀਂ ਲੱਗਦਾ। ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦੈ ਹੈ। ਜਾਨ ਕੋ ਦੇਤ, ਜਿਹੜੇ ਉਹਨੂੰ ਜਾਣਦੇ ਨੇ ਵੀ ਦਿੰਦਾ, ਸਮਝਦੇ ਨੇ ਵੀ ਉਹੀ ਦਿੰਦਾ, ਉਹਨਾਂ ਨੂੰ ਵੀ ਦੇਈ ਜਾਂਦਾ। ਜਿਹਨਾਂ ਨੂੰ ਇਹ ਨਹੀਂ ਪਤਾ ਵੀ ਕੌਣ ਦਿੰਦਾ, ਉਹਨਾਂ ਨੂੰ ਵੀ ਦੇਈ ਜਾਂਦਾ। ਅਜਾਣ ਨੇ ਜਿਹੜੇ ਦਿੰਦਾ ਕੌਣ ਹੈ, ਉਹ ਤਾਂ ਕਹਿੰਦੇ ਨੇ ਅਸੀਂ ਉਹ ਕਮਾਉਂਦੇ ਹਾਂ, ਉਹਨਾਂ ਨੂੰ ਵੀ ਦੇਈ ਜਾਂਦਾ। ਜਿਹੜੇ ਕਹਿੰਦੇ ਰੱਬ ਕੌਣ ਹੁੰਦਾ, ਅਸੀਂ ਆਪ ਕਰਦੇ ਹਾਂ, ਉਹਨਾਂ ਨੂੰ ਵੀ ਦੇਈ ਜਾਂਦਾ। ਇਸ ਗੱਲ ਤੋਂ ਅਣਜਾਣ ਨੇ ਕੌਣ ਦੇ ਰਿਹਾ ਹੈ, ਉਹਨਾਂ ਨੂੰ ਵੀ ਦੇਈ ਜਾਂਦਾ। ਜਿਹੜੇ ਜਾਣਦੇ ਨੇ ਉਹਨਾਂ ਨੂੰ ਵੀ ਦੇਈ ਜਾਂਦਾ। ਕੋਈ ਫਰਕ ਨਹੀਂ ਹੈ। ਜਾਨ ਕੋ ਦੇਤ ਅਜਾਨ ਕੋ ਦੇਤ, ਇਸ ਤਰੀਕੇ ਨਾਲ ਜ਼ਮੀਨ ਕੋ ਦੇਤ ਜਮਾਨ ਕੋ ਦੇ ਹੈ। ਜ਼ਮੀਨ ਨੂੰ ਵੀ ਕੋਈ ਦਿੰਦਾ ਹੈ। ਜ਼ਮੀਨ 'ਚ ਇੰਨੀ ਪੈਦਾਵਾਰ ਕਿੱਥੋਂ ਹੁੰਦੀ ਹੈ? ਨਿਕਲੀ ਜਾਂਦਾ, ਰੋਜ਼ ਨਿਕਲੀ ਜਾਂਦਾ। ਕਿਵੇਂ ਦਿੰਦਾ ਜ਼ਮੀਨ ਨੂੰ? ਸੂਰਜ ਦੀ ਧੁੱਪ ਰਾਹੀਂ ਦਿੰਦਾ, ਚੰਦਰਮੇ ਦੀ ਰੋਸ਼ਨੀ ਕਿਰਨਾਂ ਰਾਹੀਂ ਦਿੰਦਾ। ਇਹ ਜਿਹੜੇ ਬਹੁਤ ਕੁਝ ਜ਼ਮੀਨ ਦੇ ਵਿੱਚ ਆਉਂਦਾ। ਜ਼ਮੀਨ ਨੂੰ ਜੇ ਧੁੱਪ ਲੱਗਦੀ ਹੈ, ਜ਼ਮੀਨ ਜਰਖੇਜ਼ ਹੁੰਦੀ ਹੈ। ਪਾਣੀ ਦਿੰਦਾ, ਪਾਣੀ ਨਾਲ ਮਿਲੇ ਜ਼ਮੀਨ 'ਚ ਪੈਦਾ ਹੋ ਜੂ ਕੁਛ। ਜ਼ਮੀਨ ਨੂੰ ਵੀ ਬਹੁਤ ਕੁਛ ਦਿੰਦਾ ਹੈ। ਜ਼ਮੀਨ ਸਾਨੂੰ ਦਿੰਦੀ ਹੈ, ਅਸਲ ਦੇ ਵਿੱਚ ਜ਼ਮੀਨ ਨੂੰ ਦਿੰਦਾ, ਜ਼ਮੀਨ ਸਾਨੂੰ ਦਿੰਦੀ ਹੈ। ਜ਼ਮੀਨ ਨੂੰ ਦੇ ਕੇ ਸਾਰੇ ਜ਼ਮਾਨੇ ਨੂੰ ਦਿੰਦਾ। ਦਰਖਤਾਂ ਨੂੰ ਤਾਂ ਮਿਲਦਾ ਜੇ ਜ਼ਮੀਨ ਨੂੰ ਦਿੰਦਾ। ਉਹ ਜ਼ਮੀਨ ਨੂੰ ਦੇ ਦਿੰਦਾ, ਜ਼ਮੀਨ ਦਰਖਤਾਂ ਨੂੰ ਦੇ ਦਿੰਦੀ ਹੈ। ਐਂ ਦਿੰਦਾ ਉਹ, ਐਂ ਦਿੰਦਾ ਵੀ ਰੱਖਦੇ ਹਰੇਕ ਦੇ ਮੂੰਹ 'ਚ ਬੁਰਕੀ ਪਾਉਂਦਾ ਹੈ। ਜ਼ਮੀਨ ਕੋ ਦੇਤ, ਜ਼ਮੀਨ ਨੂੰ ਦੇਣਾ, ਜ਼ਮਾਨੇ ਨੂੰ ਆਪੇ ਚਲਾ ਜਾਂਦਾ। ਬਾਕੀ ਆਪੇ ਚਲਾ ਜਾਂਦਾ ਸਾਰਿਆਂ ਨੂੰ। ਉਸੇ ਦਾ ਜ਼ਮੀਨ ਨੂੰ ਅਦਾ ਦਿੰਦਾ, ਲੈ ਤੂੰ ਬਣ ਦੇ। ਮਾਂ ਨੂੰ ਦੇ ਦਿੰਦਾ, ਮਾਂ ਬੱਚਿਆਂ ਨੂੰ ਦੇ ਦਿੰਦੀ ਹੈ। ਜ਼ਮੀਨ ਧਰਤੀ ਨੂੰ ਮਾਤਾ ਤਾਂ ਹੀ ਕਹਿੰਦੇ ਨੇ। ਜੇ ਮਾਂ ਦਾ ਦੁੱਧ ਆ ਗਿਆ, ਬੱਚੇ ਨੇ ਪੀ ਲੈਣਾ। ਜੇ ਮਾਂ ਦਾ ਦੁੱਧ ਨਹੀਂ, ਬੱਚਾ ਕੀ ਪੀਊਗਾ? ਉਹ ਹੁਣ ਬੱਚੇ ਨੂੰ ਤਾਂ ਸਿੱਧਾ ਨਹੀਂ ਨਾ ਦੁੱਧ ਦਿੰਦਾ, ਉਹ ਮਾਂ ਨੂੰ ਦੇ ਦਿੰਦਾ। ਬੱਚਾ ਪੈਦਾ ਨਹੀਂ ਹੋਇਆ, ਦੁੱਧ ਪਹਿਲਾਂ ਆ ਜਾਂਦਾ। ਕਾਹਦੇ ਵਾਸਤੇ ਆਉਂਦਾ? ਉਹਦੇ ਵਾਸਤੇ ਆਉਂਦਾ, ਉਹਨੇ ਪੈਦਾ ਹੋਣਾ ਤਾਂ ਪੀਣਾ। ਇਸ ਤਰੀਕੇ ਨਾਲ ਦਿੰਦਾ। काहे को डोलत है तुमरी सुध, तो काहे को डोलत है तुमरी सुध, सुंदर श्री पद्मापत लै है। काहे को डोलता है? तू कदे डोलदा? आदमी तू क्यों डोलदा? वो देख जमीन नूं देख, पेड़ पौधे नूं दे दिंदा। पता ही नहीं उन्होंने कौन, पौधे नूं नहीं पता कौन दिंदा है, मिल जाता। काहे को डोलता है तुमरी सुध, सुंदर श्री पद्मापत लै है। सुंदर श्री पद्मापत, तेरी भी सुध लऊगा तू, घबरा ना। अधे ना पेड़ सारा साल खड़े रहते हैं, गर्मियां लंघ जांदियां ने, खड़े रहते हैं, उन्होंने फिर बरसात आ जाती है। जे नहीं किसी वेले टाइम ते चीज मिलती तो बहुता कड़ाई का नहीं होंदा, रौला नहीं पाईदा होंदा, सुध आपे लै लैंदा होंदा। रोगण ते अर सोगण ते जल जोगण ते बहु भांत बचावै। रोगण ते अर सोगण ते जल जोगण ते बहु भांत बचावै। रोग ने बहुत सारे संसार दे विच, सोग ने बहुत सारे, इन्हां ते बचाव रहा वो सानू असल दे विच बहुत भांत बचावै, बहुत भांत करके बचा रहे हैं। रोग की ने? बकार सारे रोग ने। रोग का मतलब शरीरक रोग नहीं है। शरीरक रोग लगते रहते हैं। शरीरक बीमारियां जो फैल जान सारे में लग जाती है। जो ध्यान रखे नहीं लगती।
ਕੁਝ ਆਦਮੀਆਂ ਦੇ ਵਿੱਚ ਲੜਨ ਦੀ ਸ਼ਕਤੀ ਜ਼ਿਆਦਾ ਹੁੰਦੀ ਹੈ, ਕਿਸੇ 'ਚ ਘੱਟ ਹੁੰਦੀ ਹੈ, ਉਹ ਅਲੱਗ ਗੱਲ ਹੈ। ਸਰੀਰ ਕਿਹਾ ਜਾ ਕਿਸੇ ਦਾ। ਇਹ ਜਿਹੜੇ ਰੋਗਾਂ ਦੀ ਗੱਲ ਕੀਤੀ ਹੈ, ਮਾਨਸਿਕ ਰੋਗਾਂ ਦੀ ਗੱਲ ਕੀਤੀ ਹੈ, ਬਚਾਵੇ ਕੌਣ? ਗਿਆਨ ਬਚਾਉਂਦਾ। ਉਹ ਮਾਨਸਿਕ ਰੋਗਾਂ ਤੋਂ ਬਚਾਉਂਦਾ, ਡਿਪਰੈਸ਼ਨ ਤੋਂ ਬਚਾਉਂਦਾ, ਹਾਰਟ ਅਟੈਕ ਤੋਂ ਬਚਾਉਂਦਾ। ਗਿਆਨਵਾਨ ਨੂੰ ਹਾਰਟ ਅਟੈਕ ਨਹੀਂ ਹੋ ਸਕਦਾ। ਹਾਰਟ ਅਟੈਕ ਦਾ ਜਦੋਂ ਡਾਕਟਰਾਂ ਨੇ ਦੱਸਿਆ ਸੀ ਨਾ ਵੀ ਹਾਰਟ ਅਟੈਕ ਦਾ ਕੋਈ ਇਲਾਜ ਨਹੀਂ ਹੈ, ਕੋਈ 56 ਦੀ ਗੱਲ ਹੈ, 55-56 ਦੀ ਗੱਲ। ਸਾਰੇ ਡਾਕਟਰਾਂ ਨੇ ਦੱਸਿਆ, 14-15 ਮੁਲਕਾਂ ਦੇ ਡਾਕਟਰਾਂ ਨੇ ਰਿਜ਼ਲਟ ਕੱਢਿਆ ਵੀ ਇਹਦਾ ਇਲਾਜ ਨਹੀਂ ਹੈ ਕੋਈ। ਜਿਹੜਾ ਇਹਦਾ ਇਲਾਜ ਅਸੀਂ ਕਰਦੇ ਹਾਂ, ਦਵਾਈ ਦਿੰਦੇ ਹਾਂ, ਹਾਰਟ ਅਟੈਕ ਟੈਂਪਰੇਰੀ ਤੌਰ ਤੇ ਰੁਕਦਾ, ਪਰ ਉਹਦੀ ਮੌਤ ਆਦਮੀ ਦੀ ਛੇਤੀ ਹੋ ਜਾਂਦੀ ਹੈ। ਉਹਦੇ ਖੂਨ ਦੇ ਵਿੱਚ ਅਸੀਂ ਜਿਹੜੀ ਦਵਾਈ ਦਿੰਦੇ ਹਾਂ, ਐਸਾ ਨੁਕਸ ਪੈਦਾ ਕਰਦੀ ਹੈ, ਗਰਮੀ ਪੈਦਾ ਕਰਦੀ ਹੈ, ਸਗੋਂ ਉਹਦੇ ਨਾਲ ਕਮਜ਼ੋਰੀ ਪੈਦਾ ਹੁੰਦੀ ਹੈ ਉਹਦੀਆਂ ਨਾੜੀਆਂ ਦੇ ਵਿੱਚ। ਨੀਂਦ ਆਉਣ ਦੀ ਦਵਾਈ ਦਿੰਦੇ, ਪਹਿਲਾਂ ਨੀਂਦ ਆਉਣ ਦੀ ਦਵਾਈ ਅਸੀਂ ਨੀਂਦ ਨਹੀਂ ਸੀ ਆਉਂਦੀ ਹੁੰਦੀ ਚਿੰਤਾ ਵਾਲਿਆਂ ਨੂੰ। ਉਹਨਾਂ ਕਹਿੰਦਾ ਕੋਈ ਇਲਾਜ ਨਹੀਂ ਹੈ, ਡਾਕਟਰੀ ਇਲਾਜ ਨਹੀਂ, ਕਿਉਂਕਿ ਇਹ ਸੰਬੰਧ ਸਪਿਰਚੁਅਲਿਜ਼ਮ ਨਾਲ ਹੈ। ਆਦਮੀ ਦਾ ਮਨ ਨਾਲ ਸੰਬੰਧ ਹੈ ਹਾਰਟ ਅਟੈਕ ਦਾ। ਮਨ ਨੂੰ ਚਿੰਤਾ ਫਿਕਰ ਹੁੰਦਾ, ਮਨ ਨੂੰ ਚਿੰਤਾ ਫਿਕਰ ਦੀ ਦਵਾਈ ਨਹੀਂ ਹੈ ਸਾਡੇ ਕੋਲ, ਦਵਾਈ ਨਹੀਂ ਹੈ। ਉਹਨੂੰ ਬੇਹੋਸ਼ ਕਰਕੇ ਰੱਖਣਾ ਜਾਂ ਨਸ਼ਾ ਖਿਲਾ ਕੇ ਕੋਈ ਕਰ ਲੈਣਾ, ਇਹ ਦਵਾਈ ਨਹੀਂ ਹੈ। ਉਹਦੇ ਖੂਨ ਦੇ ਵਿੱਚ ਸਮਾਂ ਹੋਰ ਨੁਕਸਾਨ ਪੈਦਾ ਕਰਨ ਵਾਲੀ ਚੀਜ਼। ਟੈਂਪਰੇਰੀ ਦਵਾਈ ਤਾਂ ਹੈ, ਪਰ ਇਹਦਾ ਨੁਕਸਾਨ ਜ਼ਿਆਦਾ ਹੁੰਦਾ। ਇਸ ਕਰਕੇ ਦੀ ਦਵਾਈ ਉਹ ਨਹੀਂ ਕੋਈ। ਹਾਰਟ ਅਟੈਕ ਦੀ ਸਾਡੇ ਕੋਲ ਕੋਈ ਇਲਾਜ ਨਹੀਂ। ਇਹਦਾ ਇਲਾਜ ਧਰਮ ਚੋਂ ਲੱਭੋ। ਫਿਰ ਉਹਨਾਂ ਧਰਮ ਸਟੱਡੀ ਕਰਾਇਆ। ਪਤਾ ਹੀ ਸੀਗਾ ਵੈਸੇ ਅੰਗਰੇਜ਼ਾਂ ਨੇ ਤਾਂ ਹਿੰਦੁਸਤਾਨ ਦੇ ਵਿੱਚ ਧਰਮ ਜਿਹੜਾ ਹੈਗਾ ਸਿੱਖ ਧਰਮ ਵਧੀਆ ਧਰਮ ਹੈ, ਕਿਉਂਕਿ ਉਹਨਾਂ ਨੇ ਸਿੱਖਾਂ ਦੇ ਉਸ ਵੇਲੇ ਦੀਆਂ ਅਰਦਾਸਾਂ ਕਰਕੇ ਜਿਹੜੇ ਕੰਮ ਕੀਤੇ ਸੀ ਅੰਗਰੇਜ਼ਾਂ ਨੂੰ ਪਤਾ ਸੀ। ਉਸ ਵੇਲੇ ਦੇ ਸਟੱਡੀ ਕਰਾ ਕੇ ਰੱਖੇ ਹੋਏ ਨੇ ਉਹ ਗ੍ਰੰਥ। ਹੁਣ ਉਹ ਕਹਿੰਦੇ ਨੇ ਵੀ ਹੈ ਤਾਂ ਸਹੀ, ਇਹਦੇ ਵਿੱਚ ਆਦਮੀ ਦੇ ਮਨ ਤੇ ਗਮੀ ਔਰ ਖੁਸ਼ੀ ਦਾ ਗਮੀ ਦਾ ਅਸਰੇ ਨਾ ਹੋਵੇ, ਹਾਰਟ ਅਟੈਕ ਨਹੀਂ ਹੁੰਦਾ। ਕਿਸੇ ਖੁਸ਼ੀ ਔਰ ਗਮੀ ਦਾ ਉੱਤੇ ਅਸਰੇ ਨਾ ਹੋਵੇ, ਬੇਅਸਰ ਹੋ ਜਾਏ, ਇਹ ਧਰਮ ਹੀ ਕਰਦਾ, ਫਿਰ ਹੋਰ ਕੋਈ ਚੀਜ਼ ਨਹੀਂ ਕਰਦੀ। ਜੋ ਨਾਲ ਸੁਖ ਮੈਂ ਦੁੱਖ में दुख नहीं मन, सुख सने और भय नहीं जाके कांचन माटी मन। ये दवाई है, इधर में धर्म या होर किते है नहीं। ਤਾਂ ਕਹਿੰਦੇ ਨੇ ਵੀ ਸਿੱਖ ਧਰਮ ਦੱਸੋ ਕੀ ਹੈ। ਇਸੇ ਕਰਕੇ ਉਹ ਉਹਨਾਂ ਨੇ ਅੰਮ੍ਰਿਤ ਛਕਿਆ ਸੀ 5000 ਬੰਦੇ ਨੇ, ਜਿਹੜੇ ਕਹਿੰਦੇ ਸੀ ਕੁਰਸੀਆਂ ਤੇ ਬੈਠਣੇ। ਤਾਂ ਹੀ ਉਹਨਾਂ ਨੂੰ ਮੈਂ ਕਿਹਾ ਸੀ ਵੀ ਤੁਹਾਨੂੰ ਉਹ ਚੀਜ਼ ਨਹੀਂ ਮਿਲਣੀ ਜੇ ਕੁਰਸੀਆਂ ਤੇ ਬੈਠੋਗੇ, ਜਿਹੜੀ ਚੀਜ਼ ਖਾਤਰ ਤੁਸੀਂ ਅੰਮ੍ਰਿਤ ਛਕ ਰਹੇ ਹੋ। ਫਿਰ ਨਾ ਕਿਉਂ ਦੱਸਿਆ ਨਹੀਂ, ਮੈਨੂੰ ਵਿੱਚੋਂ ਪਤਾ ਸੀ ਗੱਲ ਦਾ ਵੀ ਅੰਮ੍ਰਿਤ ਕਿਉਂ ਛਕਦੇ ਨੇ। ਵਿੱਚੋਂ ਬਿਮਾਰੀ ਦਾ ਪਤਾ ਸੀ ਨਾ ਵੀ ਕਿਉਂ ਛਕਦੇ ਨੇ। ਉਹ ਛਕਦੇ ਸੀ ਹਾਰਟ ਅਟੈਕ ਤੋਂ ਬਚਣ ਵਾਸਤੇ। ਹਾਰਟ ਅਟੈਕ ਦਾ ਸਿੱਖਾਂ ਨੂੰ ਹੋ ਰਿਹਾ, ਹੁਣ ਕਿਉਂ ਹੋ ਰਿਹਾ? ਗੁਰਮਤਿ ਦੀ ਸੋਝੀ ਨਹੀਂ ਹੈ। ਗੁਰਮਤਿ ਤੇ ਪਹਿਰਾ ਹੀ ਨਹੀਂ ਦਿੱਤਾ, ਮੰਨਿਆ ਹੀ ਨਹੀਂ। ਮੰਨਣ ਨਾਲ ਹੈ ਗੱਲ ਸਾਰੀ ਹੋਣੀ, ਮੰਨਣ ਦੇ ਬਦਲਣੀ ਹੈ। ਜਿਹੜੇ ਬੰਦਿਆਂ ਨੂੰ ਸੰਤਾਂ ਨੂੰ ਵੀ ਹਾਰਟ ਅਟੈਕ ਹੁੰਦਾ, ਉਹ ਸੰਤ ਨਹੀਂ ਹੁੰਦੇ। ਮੈਨੂੰ ਯਾਦ ਹੈ ਪੰਜਾਬੀ ਦੇ ਅਖਬਾਰ 'ਚ ਮੈਂ ਸਹਾਰਨਪੁਰ ਬੈਠੇ ਸਟੇਸ਼ਨ ਤੇ ਪੜ੍ਹਿਆ ਸੀ, ਜਿਹੜਾ ਕਲੇਰਾਂ ਵਾਲਾ ਜਿੱਦਣ ਈਸ਼ਵਰ ਸਿੰਘ ਮਰਿਆ, ਉਹ ਲਿਖਿਆ ਸੀ ਹਾਰਟ ਅਟੈਕ ਨਾਲ ਮਰਿਆ। ਸੰਤ ਕਾਹਦਾ ਹੋਇਆ ਫਿਰ ਉਹ? ਮੈਨੂੰ ਤਾਂ ਪਤਾ ਸੀ, ਮੈਂ ਜਦੇ ਦੇਖ ਲਿਆ ਵੀ ਇਹ ਸੰਤ ਨਹੀਂ। ਪਤਾ ਤਾਂ ਖੈਰ ਪਹਿਲਾਂ ਹੀ ਸੀ ਵੀ ਸੰਤ ਹੈ ਨਹੀਂ। ਜਿਹੜਾ ਹਾਰਟ ਅਟੈਕ ਨਾਲ ਮਰਿਆ ਉਹ ਸੰਤ ਨਹੀਂ ਹੁੰਦਾ। ਉਹ ਤਾਂ ਮਾਇਆਧਾਰੀ ਸੀ। ਮਾਇਆਧਾਰੀ ਦੇ ਉੱਤੇ ਮਾਇਆ ਦਾ ਪ੍ਰਭਾਵ ਹੈ, ਦੁੱਖ ਸੁੱਖ ਦਾ ਪ੍ਰਭਾਵ ਹੈ। ਇਹ ਤਾਂ ਉਦੋਂ ਦਾ ਹੀ ਮਾਇਆਧਾਰੀ ਨੇ। ਸੰਤ ਹੋਵੇ ਉਹਨੂੰ ਹਾਰਟ ਅਟੈਕ ਹੋਵੇ, ਸੰਤ ਨਹੀਂ ਹੋ ਸਕਦਾ। ਹਾਰਟ ਅਟੈਕ ਦਾ ਇਲਾਜ ਹੈ ਭਾਣੇ 'ਚ ਚੱਲਣਾ। ਜਿਹੜਾ ਹੁਕਮ ਦੇ ਵਿੱਚ ਚੱਲਦਾ ਉਹਦਾ ਹਾਰਟ ਅਟੈਕ ਦਾ ਮਤਲਬ ਹੈ ਕੋਈ। ਭਾਣੇ ਚੱਲਣ ਨਾਲ ਹਾਰਟ ਅਟੈਕ ਦੀ ਇਲਾਜ ਹੈ।
ਇਸ ਕਰਕੇ ਗਰੀਬਾਂ ਨੂੰ ਘੱਟ ਹੁੰਦਾ। ਗਰੀਬਾਂ ਦੀ ਸੀਮਤ ਹੁੰਦੀ ਹੈ, ਰੋਟੀ ਸਹੀ ਹੁੰਦੀ ਹੈ, ਬਹੁਤਾ ਫਿਕਰ ਤਾਂ ਹੁੰਦਾ ਨਹੀਂ ਉਹਨਾਂ ਨੂੰ। ਜਿਹੜਾ ਕਾਰੋਬਾਰ ਵੱਧ ਜਾਂਦਾ ਉਹਨਾਂ ਹਾਰਟ ਅਟੈਕ ਦੀ ਬਿਮਾਰੀ ਵੱਧ ਜਾਂਦੀ। ਇਸ ਤਰੀਕੇ ਦੇ ਰੋਗਾਂ ਦੀ ਗੱਲ ਕੀਤੀ ਹੋਈ ਹੈ। ਵੱਡੇ ਰੋਗ ਹਿੰਦੁਸਤਾਨ 'ਚ ਉਦੋਂ ਤੋਂ ਆਏ ਨੇ ਜਦੋਂ ਤੋਂ ਅਮੀਰਤਾ ਗਈ। ਪਹਿਲਾਂ ਹਾਰਟ ਅਟੈਕ ਨਹੀਂ ਸੀ ਹੁੰਦਾ ਹਿੰਦੁਸਤਾਨ 'ਚ। ਉਹ ਗੱਲ ਅਲੱਗ ਆ ਵੀ ਕਿਸੇ ਨੂੰ ਕਿਸੇ ਹੋਰ ਵਜ੍ਹਾ ਨਾਲ ਰੋਗ ਨਾ ਹੋ ਗਿਆ। ਫਿਕਰ ਤਾਂ ਖੈਰ ਲੋਕਾਂ ਨੂੰ ਹੁੰਦਾ ਹੀ ਸੀ। ਫਿਕਰ ਤਾਂ ਗਰੀਬ ਨੂੰ ਵੀ ਕਈ ਪ੍ਰਕਾਰ ਦਾ ਹੋ ਜਾਂਦਾ। ਕਈਆਂ ਦੇ ਐਕਸੀਡੈਂਟਲੀ ਜਵਾਨ ਮੁੰਡੇ ਮਰ ਜਾਂਦੇ ਨੇ, ਕਈ ਹੋਰ ਨੁਕਸਾਨ ਹੋ ਜਾਂਦੇ ਨੇ, ਅੰਦਰ ਅੰਦਰ ਖਾ ਜਾਂਦਾ ਉਹਨਾਂ ਨੂੰ ਫਿਕਰ। ਹਾਰਟ ਅਟੈਕ ਤਾਂ ਹੋ ਹੀ ਜਾਂਦਾ ਉਹਨਾਂ ਨੂੰ ਵੀ, ਦਿਲ ਕਮਜ਼ੋਰ ਹੋ ਜਾਂਦਾ। ਪਰ ਆਮ ਆਦਮੀ ਨੂੰ ਜਿਵੇਂ ਹੁਣ ਬਲੱਡ ਪ੍ਰੈਸ਼ਰ ਵਗੈਰਾ ਇਹ ਉਦੋਂ ਨਹੀਂ ਸੀ। ਖਾਣ ਪਾਣ ਬਦਲ ਗਿਆ, ਹਰ ਬਹੁਤ ਚਿੰਤਾ ਬਦਲ ਗਈ, ਵਰਕ ਜ਼ਿਆਦਾ ਕਰਦਾ ਦਿਮਾਗ। ਇਸ ਕਰਕੇ ਜਿਹੜਾ ਗਿਆਨ ਹੈ ਤਤ ਗਿਆਨ ਹੈ। ਰੋਗਣ ਤੇ ਰਸੋਗਣ ਤੇ ਜਲ ਜੋਗਣ ਤੇ ਭੁਪਾਂਤ ਬਚਾਵਾ। ਹਾਂ, ਰੋਗਣ ਤੇ ਰਸੋਗਣ ਤੇ ਜਲ ਜੋਗਣ ਤੇ ਭੁਪਾਂਤ ਬਚਾਵਾ। ਕਾਰੋਬਾਰ ਕੱਢਾ ਵੀ ਹੋਵੇ ਜਿਹੜਾ ਭਾਣੇ ਦੇ ਵਿੱਚ, ਉਹਨੂੰ ਕੋਈ ਚਿੰਤਾ ਨਹੀਂ। ਘਟ ਗਿਆ ਤਾਂ ਉਹਦਾ, ਵੱਧ ਗਿਆ ਤਾਂ ਉਹਦਾ। ਆਪ ਕੀ ਆਪ ਤਾਂ ਪਹਿਰੇਦਾਰ ਹੈ ਭਾਈ। ਦਬੜਾ ਤੇ ਸੀਗਾ ਜੋ ਖਰਚੇ ਔਰ ਖਾਏ, ਸਾਡਾ ਤਾਂ ਉਹਨਾਂ ਜਿੰਨਾ ਖਰਚ ਖਾ ਲਿਆ। ਬਾਕੀ ਤਾਂ ਸੀ, ਬਾਕੀ ਤਾਂ ਪਹਿਰੇਦਾਰ ਹੀ ਹੈ ਨਾ। ਬਾਕੀ ਦਾ ਵੀ ਸ਼ਾਇਦ ਹੈ, ਖਾਦਾ ਵੀ ਤਾਂ ਉਹੀ ਲਾਇਆ ਨਾ। ਬਸ ਖਾਲਸੇ ਦਾ ਸੀ, ਬਾਕੀ ਅਹਿਮਦ ਸ਼ਾਇਦ ਦਾ। ਜਮਾ ਨੂੰ ਕਹਿੰਦੇ ਜੰਮ ਲੈ ਜਾਂਦੇ ਨੇ। ਜੋ ਜਮਾ ਕਰ ਲਿਆ ਉਹਨੂੰ ਜੰਮ ਲੈ ਜਾਂਦੇ ਨੇ। ਜੰਮ ਕਿਵੇਂ ਲੈ ਜਾਂਦੇ ਨੇ? ਆਪੇ ਲੈ ਜਾਂਦੇ ਨੇ, ਗਾਹਾਂ ਜਾਣ ਦਿੰਦੇ ਨਾਲ। ਜਾਣ ਤਾਂ ਦੇਣਾ ਨਹੀਂ ਨਾਲ, ਇੱਥੇ ਰਖਾ ਲੈਣਾ ਜਮਾ ਨੇ। ਜਮਾ ਨੇ ਇੱਥੇ ਰਖਾ ਲੈਣਾ, ਲੈ ਕੇ ਕਿੱਥੇ ਜਾਣਾ? ਜੋ ਜਮਾ ਕਰ ਲਿਆ ਉਹ ਜਮਾ ਦਾ, ਜੰਮਦਾ ਐਵੇਂ ਸ਼ਾਹ ਦਾ। ਜਿਹੜਾ ਖੱਜ ਖਾ ਲਿਆ ਤੇਰਾ। ਉਹ ਪਹਿਲਾਂ ਹੀ ਇਹ ਦੇਖ ਕੇ ਚੱਲਦੇ ਨੇ। ਇਹੋ ਜਿਹਾ ਪੜ੍ਹਾਈ ਇਹੋ ਜਿਹੀ ਸੀ, ਇਹੋ ਜਿਹੀ ਸਿੱਖਿਆ ਸੀ। ਸਿੱਖਿਆ ਦੀ ਗੱਲ ਹੁਣ ਇਹ ਸਿੱਖਿਆ ਹੈ ਨਹੀਂ। ਹੁਣ ਤਾਂ ਜਿੰਨੀ ਸਿੱਖ ਨੂੰ ਭੁੱਖ ਹੈ ਮਾਇਆ ਦੀ, ਮੇਰਾ ਗੱਲ ਵਰਡ 'ਚ ਕਿਸੇ ਨੂੰ ਭੁੱਖ ਨਹੀਂ ਹੈ। ਸਿੱਖ ਨੂੰ ਜਿੰਨੀ ਮਾਇਆ ਦੀ ਭੁੱਖ ਹੈ ਨਾ, ਵਰਡ 'ਚ ਕਿਸੇ ਨੂੰ ਸਭ ਤੋਂ ਜ਼ਿਆਦਾ ਭੁੱਖ ਇਹਨਾਂ ਨੂੰ ਦੀਦੀ। ਉਲਟੀ ਗੱਲ ਹੋ ਗਈ। ਕਿਉਂ ਹੋਈ ਉਲਟੀ ਗੱਲ? ਹੈ ਹੋਈ ਕਿਉਂ? ਇੱਕ ਉਹ ਸ਼ਲੋਕ ਹੈ ਫਰੀਦ ਦਾ, ਵੱਧ ਥੀਵੇ ਦਰਿਆ ਟੁੱਟ ਨਾ ਥੀਵੇ। ਬਸ ਇਹਨਾਂ ਦਾ ਬੰਨ ਟੁੱਟ ਗਿਆ, ਜਿਹੜਾ ਦਰਿਆ ਦਾ ਬੰਨ ਬੰਨਿਆ ਸੀ। ਗੁਰੂ ਨੇ ਲਾਇਆ ਸੀ ਬੰਨ ਸਬਰ ਦਾ, ਉਹ ਗਿਆ ਟੁੱਟ। ਪਹਾੜ ਆਗੇ ਰਹਿ ਗਿਆ ਸਭ ਕੁਛ ਇਹਨਾਂ ਦਾ। ਉਹ ਸਬਰ ਦਾ ਬੰਨ ਟੁੱਟ ਗਿਆ। ਪਿੱਛੇ ਬਹੁਤ ਪਾਣੀ ਖੜਾ ਸੀਗਾ, ਗਰੀਬੀ ਬਹੁਤ ਕੱਟੀ ਸੀ ਬਜ਼ੁਰਗਾਂ ਨੇ। ਘਰ ਘਾਟ ਜੋ ਗੱਡਿਆਂ ਦੇ ਪਾ ਕੇ ਫਿਰਦੇ ਸੀ ਨਾ, ਪਛੜ ਗਏ ਸੀ ਸਿੱਖ। ਆ ਲੜਾਈ ਲੜਦੇ ਲੜਦੇ ਪਛੜ ਗਏ ਸੀ ਬਹੁਤ। ਉਹ ਬਣ ਗਿਆ ਟੁੱਟ। ਇਹੀ ਵਾਰਨਿੰਗ ਦਿੱਤੀ ਸੀ, ਜੇ ਬੰਨ ਟੁੱਟ ਗਿਆ ਕੱਖ ਵੀ ਨਹੀਂ ਛੱਡਣਾ। ਸਿੱਖਾਂ ਦਾ ਟੁੱਟ ਗਿਆ ਬੰਨ, ਲਿਖਿਆ ਹੋਇਆ ਗੁਰਬਾਣੀ 'ਚ। ਉਹ ਬੰਨ ਲੈ ਗਿਆ ਹੜਾ ਕੇ ਇਹਨਾਂ ਨੂੰ। ਇਸ ਕਰਕੇ ਇਹਨਾਂ ਨੂੰ, ਕਿਉਂਕਿ ਪਿੱਛੇ ਪਾਣੀ ਜਮਾਂ ਜੋ ਜ਼ਿਆਦਾ ਹੋ ਜਾਂਦਾ ਨੇ, ਜਾਂ ਬੰਨ ਜੇ ਦਰਿਆ ਬੰਨ ਲਈਏ ਜਮਾਂ ਨਹੀਂ ਹੋ ਜਾਂਦਾ ਪਾਣੀ। ਇੱਕ ਵਾਰ ਟੁੱਟ ਜਾਵੇ ਫਿਰ ਜਿੰਨਾ ਚਿਰ ਸਾਰਾ ਨਿਕਲਣਾ ਲਵੇ ਪਾਣੀ ਦਰਿਆ ਦਾ, ਉਹਨਾਂ ਚਿਰ। ਹੁਣ ਗੋਲਕ ਦੀ ਵੀ ਪਰਵਾਹ ਨਹੀਂ ਇਹਨਾਂ ਨੂੰ। ਜਿਹਨੂੰ ਕਿਹਾ ਸੀ ਨਾ ਸੰਖੀ ਹੈ ਗੋਲਕ, ਉਹਦੀ ਵੀ ਪਰਵਾਹ ਨਹੀਂ ਮਾਇਆ ਦੀ। ਬੰਨ ਜੋ ਟੁੱਟ ਗਿਆ, ਅੰਨੇ ਹੋ ਗਏ। ਇੱਥੋਂ ਹੋਈ ਹੋਈ ਆ ਬਿਮਾਰੀ ਇਹ। ਦਸਤੀ ਜਿਹਨੇ ਇਲਾਜ ਕਰਨਾ ਕਰ ਲਵੇ, ਨਹੀਂ ਕਰਨਾ ਨਾ ਕਰੇ। ਦਸਤੀ ਬਿਮਾਰੀ ਕੀ ਬਈ? ਡਾਕਟਰ ਦਾ ਹਕੀਮ ਦਾ ਕੰਮ ਹੁੰਦਾ ਬਿਮਾਰੀ ਦੱਸਣਾ। ਤੈਨੂੰ ਆਹ ਬਿਮਾਰੀ ਹੈ ਭਾਈ, ਇੱਥੋਂ ਬਚੀ। ਜੇ ਬਚਣਾ ਬਚੋ, ਨਹੀਂ ਬਚਣਾ ਨਾ ਬਚੋ। ਡਾਕਟਰ ਨੇ ਜ਼ਬਰਦਸਤੀ ਦਾ ਬਚਾਉਣਾ ਨਹੀਂ ਉਹਨੂੰ। ਉਹਨੂੰ ਦੱਸਤਾ ਵੀ ਜੇ ਭਾਈ ਹੁਣ ਤੇਰੇ ਅੰਦਰ ਸ਼ਰਾਬ ਚਲੀ ਗਈ ਨਾ, ਹੁਣ ਨਹੀਂ ਤਾਂ ਬਚਣਾ। ਹੁਣ ਕਈ ਜਣ ਪੀ ਲਈ। ਜੇ ਫੇਰ ਵੀ ਪੀ ਲਵੇ ਉਹ, ਫਿਰ ਉਹਦੀ ਮਰਜ਼ੀ। ਫਿਰ ਵੀ ਉਹ ਨਾ ਹਟੇ, ਫਿਰ ਉਹਦੀ ਮਰਜ਼ੀ। ਫਿਰ ਉਹ ਭਰੂਗਾ ਆਪੇ।
ਜਲ ਜੋਗਣ ਤੇ ਬਹੁ ਭਾਂਤ ਬਚਾਵੇ। ਜਲ ਜੋਗਣ ਤੇ ਬਹੁ ਭਾਂਤ ਬਚਾਵੇ। ਇਹ ਜਲ ਜੋਗਣਾ ਨੇ, ਇਹ ਜਿਹੜਾ ਸੰਸਾਰ ਹੈ ਨਾ, ਇਹ ਕੀ ਹੈ? ਇਹ ਪਾਣੀ ਦਾ ਬੁਲਬੁਲਾ ਹੈ। ਇਹ ਜਲ ਜੋਗਣਾ ਉਹ ਨੇ ਜਿਹੜੀਆਂ ਤੁਹਾਨੂੰ ਮਾਇਆ 'ਚ ਰੱਖਣ, ਮਾਇਆ ਨਾਲ ਜੁੜੇ ਰੱਖਣਾ ਚਾਹੁੰਦੀਆਂ ਨੇ। ਜਲ ਜੋਗਣਾ ਉਹਨੂੰ ਕਹਿੰਦੇ ਨੇ। ਜਿਹੜੀਆਂ ਸ਼ਕਤੀਆਂ ਸਾਨੂੰ ਮਾਇਆ ਤੋਂ ਪਰੇ ਨਹੀਂ ਨਾ ਜਾਣ ਦਿੰਦੀਆਂ, ਇਹ ਤੋਂ ਸੰਸਾਰ 'ਚੋਂ ਛੁੱਟਣ ਨਹੀਂ ਦਿੰਦੀਆਂ, ਭਵ ਸਾਗਰ 'ਚੋਂ, ਉਹ ਜਲ ਜੋਗਣਾ ਨੇ। ਜਲ ਦਾ ਹੀ ਆ, ਜਲ ਤੇ ਤ੍ਰਿਭਵਨ ਸਾਜਿਆ, ਜਲ ਤੇ ਨਹੀਂ ਸਾਜਿਆ। ਜਲ ਨਾਲ ਜੁੜਿਆ ਰੱਖਣ ਵਾਲੀਆਂ ਜਿੰਨੀਆਂ ਜੋਗਣਾ ਨੇ ਨਾ, ਮੱਤਾਂ ਨੇ, ਉਹ ਜਲ ਜੋਗਣਾ ਨੇ। ਜਿੰਨੀਆਂ ਵੀ ਦੁਰਮਤਾਂ ਨੇ ਸਾਰੀਆਂ ਜਲ ਜੋਗਣਾ ਨੇ। ਜਲ ਜੋਗਣ ਤੇ ਬਹੁ ਭਾਂਤ ਬਚਾਵੇ। ਜਿੰਨੀਆਂ ਗੁਰਮਤਿ ਉਲਟ ਦੁਈਆਂ ਮੱਤਾਂ ਨੇ ਸਾਰੀਆਂ ਜਲ ਜੋਗਣਾ ਨੇ। ਇਹ ਜਲ ਜੋਗਣਾ ਸਾਰੀਆਂ ਸੰਸਾਰ ਨਾਲ ਜੋੜਦੀਆਂ ਨੇ। ਜਿੰਨੀਆਂ ਅਰਦਾਸਾਂ ਅਸੀਂ ਕਰਦੇ ਹਾਂ ਜਲ ਜੋਗਣ ਦੀਆਂ ਨੇ ਸਾਰੀਆਂ। ਪੁੱਤਰਾਂ ਦੀ ਅਰਦਾਸ ਜਲ ਜੋਗਣ, ਪੁੱਤਰ ਚਾਹੀਦੇ ਨੇ, ਜਲ ਜੋਗਣ ਅਰਦਾਸ। ਕਿਉਂ? ਪੁੱਤੀ ਗੰਢ ਪਵੇ ਸੰਸਾਰ, ਸੰਸਾਰ ਨਾਲ ਜੋੜ ਲਵੇ, ਗੰਢ ਪਾ ਦੇਣੀ। ਸਿਫਤੀ ਗੰਢ ਪਵੇ ਦਰਬਾਰ। ਇਹ ਸਿਫਤਾਂ ਦੀ ਜਿਹੜੀ ਆ ਨਾ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਇਹ ਜਿਹੜੀ ਵਿਚਾਰਧਾਰਾ ਸਿਫਤਾਂ ਦੀ ਹੈ, ਇਹ ਦਰਬਾਰ ਨਾਲ ਜੋੜਦੀ ਹੈ, ਦਰਗਾਹ ਨਾਲ ਜਲ ਜੋਗਣਾ ਜੋੜਦੀਆਂ ਨੇ, ਬਾਕੀ ਮਨਮੱਤਾਂ ਜੋੜਦੀਆਂ ਨੇ ਸੰਸਾਰ ਨਾਲ। ਜਲ ਜੋਗਣ ਤੇ ਬਹੁ ਭਾਂਤ ਬਚਾਵੇ। ਬਹੁ ਭਾਂਤ ਬਚਾਵੇ। ਸ਼ਤਰੂ ਅਨੇਕ ਚਲਾਵਤ ਘਾਵ, ਸ਼ਤਰੂ ਅਨੇਕ ਚਲਾਵਤ ਘਾਵ, ਤਉ ਤਨ ਏਕ ਨਾ ਲਾਗਣ ਪਾਵੇ। ਛੱਤਰ ਜਿਹੜੇ ਵਕਾਰ ਨੇ ਉਹਦਾ ਨੇਗਾ ਘਾ ਚਲਾਉਂਦੇ ਹੀ ਨੇ। ਵਕਾਰ ਸ਼ਤਰੂ ਨੇ ਸਾਡੇ। ਜਿਹੜਾ ਵਕਾਰਾਂ ਨਾਲ ਲੜਦਾ ਤਾਂ ਵਕਾਰਾਂ ਨੇ ਵੀ ਤਾਂ ਅੱਗੋਂ ਚਲਾਉਣਾ ਹੀ ਹੈ। ਸ਼ਤਰ ਅਨੇਕ ਚਲਾਵਤ ਘਾਵ, ਤਉ ਤਨ ਏਕ ਨਾ ਲਾਗਣ ਪਾਵੇ। ਜਿੰਨਾ ਚਿਰ ਤੇਰੀ ਨਿਗਾਹ ਸਿੱਧੀ ਇੱਕ ਨਹੀਂ ਲੱਗਦਾ, ਚਾਹੇ ਬਾਹਰਲਾ ਸ਼ਤਰੂ ਹੋਵੇ ਚਾਹੇ ਅੰਦਰਲਾ ਹੋਵੇ, ਕੋਈ ਨਹੀਂ ਲੱਗ ਸਕਦਾ। ਉਹ ਤਾਂ ਜਦ ਤੈਂ ਮਾਰਨਾ ਹੈ, ਤੈਂ ਤੇਰੀ ਨਿਗਾਹ ਦੂਜੀ ਪਾਸੇ ਹੋਣੀ ਤਾਂ ਹੀ ਲੱਗਣਾ ਹੈ। ਸ਼ਤਰੂ ਤਾਂ ਬਥੇਰੇ ਗਾਹ ਚਲਾਉਂਦਾ, ਬਥੇਰੇ ਦੌ ਚਲਾਉਂਦਾ, ਇੱਕ ਵੀ ਨਹੀਂ ਕਾਮਯਾਬ ਹੁੰਦਾ। ਤਾਂ ਉਹ ਤਾਂ ਨੇਕ ਨਾ ਲੱਗਣਾ ਪਾਵੇ। ਰੱਖਦਾ ਹੈ ਆਪਣੋਂ ਕਰਦੇ ਕਰ, ਆਪਣਾ ਹੱਥ ਦੇ ਕੇ ਰੱਖੀ ਜਾਂਦਾ ਤੂੰ। ਜਿੰਨਾ ਚਿਰ ਤੂੰ ਨਹੀਂ ਚਾਹੁੰਦਾ ਇਹਦੇ ਘਾव ਲੱਗੇ, ਲੱਗੂ ਕਿਵੇਂ? ਪੂਰੇ ਹੱਥ ਆਪਣਾ ਕਰ ਦਿੰਦਾ। ਰੱਖਦਾ ਆਪਣੋਂ ਕਰਦਾ ਕਰ। ਉਹ ਜਦ ਤੂੰ ਨਹੀਂ ਚਾਹੁੰਦਾ ਇਹਦੇ ਲੱਗੇ ਘਾव ਤੇ ਆਪਣਾ ਹੱਥ ਪੂਰੇ ਕਰ ਦਿੰਦੇ। ਹੋਰ ਪਾਸੇ ਨਹੀਂ ਜਾਂਦੀ ਗੋਲੀ ਜਾਂਦੀ, ਉਹਦੀ ਰਫਲ ਫੜ ਕੇ ਹਿਲਾ ਦਿੰਦਾ, ਪਰ ਇਹਨੂੰ ਉਹਨੂੰ ਨਹੀਂ ਦੀਦੀ ਹੈ ਕਿੱਧਰ ਨੂੰ ਹਿੱਲ ਗਈ। ਉਹਦਾ ਤੀਰ ਦੂਆ ਪਾਸੇ ਨੂੰ ਨਿਕਲ ਜਾਂਦਾ, ਉੱਥੇ ਹਿਲਾ ਦਿੰਦਾ। ਰੱਖਦਾ ਆਪਣੋਂ ਕਰਦੇ ਕਰ। ਪਾਪ ਸੰਭੋਗ ਲਪੇਟਣ ਪਾਵੇਂ। ਜਿੰਨੇ ਵੀ ਪਾਪ ਨੇ, ਅਤੇ ਪਾਪ ਆ ਗਿਆ ਨਾ, ਜਲ ਜੋਗਣ ਦੀ ਗੱਲ ਆ ਗਈ, ਪਾਪ ਆ ਗਿਆ। ਪਾਪ ਜਿੰਨੇ ਵੀ ਸੰਸਾਰ ਦੇ ਨੇ, ਜਿੰਨੀਆਂ ਵੀ ਇੱਛਾਵਾਂ ਸਾਡੀਆਂ ਨੇ, ਇੱਕ ਵੀ ਨੇੜੇ ਨਹੀਂ ਆਉਂਦੀ। 84 ਦੇ ਲੋਕਾਂ ਦੇ ਨੇੜੇ ਆਉਂਦਿਆਂ ਹੁੰਦਾ ਸਭ ਕੁਛ। ਖਾਲਸਾ 84 ਤੋਂ ਪਰੇ, ਭਗਤ 84 ਤੋਂ ਅਲੱਗ ਹੁੰਦੇ ਨੇ, ਸੰਸਾਰੀ ਨਹੀਂ ਹੁੰਦੇ। ਸੰਸਾਰੀ ਲੋਕਾਂ ਦਾ ਸੰਤਾਂ ਇੱਥੇ ਆ ਕੇ ਹੀ ਫਰਕ ਪੈਂਦਾ। ਖਾਲਸੇ ਦਾ, ਸਿੱਖ ਦਾ ਔਰ ਸੰਸਾਰੀ ਦਾ ਫਰਕ ਇੱਥੇ ਆ ਕੇ ਪੈ ਜਾਂਦਾ। ਸਿੱਖ ਹੈ, ਜੇ ਸਿੱਖ ਹੈ ਤਾਂ ਸੰਸਾਰੀ ਹੈ ਨਹੀਂ, ਜੇ ਸੰਸਾਰੀ ਹੈ ਜੋ ਸਿੱਖ ਹੈ ਜੀ। ਅਸੀਂ ਸੰਸਾਰੀ ਹੋ ਕੇ ਸਿੱਖ ਬਣਨ ਦਾ ਦਾਅਵਾ ਕਰਦੇ ਹਾਂ, ਸਿਆਪਾ ਹੈ। ਹੈਗੇ ਸੰਸਾਰੀ, ਗੱਲ ਕਰਦੇ ਹਾਂ ਸਿੱਖੀ ਦੀ। ਸਿੱਖੀ ਦੇ ਤਾਂ ਜੋ ਅਸੀਂ ਵਿਹੜੇ 'ਚ ਨਹੀਂ ਬੜੇ। ਗੱਲ ਕਰਦਾ ਗੁਰਬਾਣੀ ਦੇ ਸੰਸ਼ੋਧਨ ਦੀ, ਅਰਥਾਂ ਦੀ। ਅਸਲ 'ਚ ਮੰਨ ਲਿਆ ਨਾ ਵੀ ਅਸੀਂ ਸਿੱਖ ਹਾਂ, ਔਰ ਸਿੱਖ ਹੈ ਨਹੀਂ। ਸਾਬਤ ਕਰੇ ਕੋਈ ਆਦਮੀ ਵੀ ਮੈਂ ਸਿੱਖਾਂ ਪਹਿਲਾਂ, ਫੇਰ ਕੋਈ ਗਾਹਾਂ ਗੱਲ ਕਰੇ। ਇਹ ਸਾਬਤ ਕਰੇ ਮੈਨੂੰ ਸਿੱਖੀ ਦਾ ਗਿਆਨ ਹੈ। ਚਲੋ ਸਿੱਖੀ ਦਾ ਗਿਆਨ ਹੈ, ਸਾਬਤ ਕਰ ਦੇਵੇ। ਜੇ ਉਹਨੂੰ ਸਿੱਖੀ ਦਾ ਗਿਆਨ ਹੈ ਤਾਂ ਸਿੱਖ ਹੈ। ਜਿਹੜੇ ਆਦਮੀ ਨੂੰ ਸਿੱਖੀ ਦਾ ਗਿਆਨ ਨਹੀਂ ਨਾ ਹੈ,
ਸਿੱਖੀ ਕੀ ਹੈ? ਸਿੱਖੀ ਕੀ ਹੈ ਉਹਦੀ ਡੈਫੀਨੇਸ਼ਨ ਹੈਗੀ ਹੈ। ਕੋਈ ਡੈਫੀਨੇਸ਼ਨ ਸਿੱਖੀ ਸਿੱਖਿਆ ਗੁਰ ਵਿਚਾਰ। ਜਿਹੜੀ ਗੁਰਮਤਿ ਦੀ ਵਿਚਾਰਧਾਰਾ ਹੈ ਸਿੱਖੀ ਹੈ। ਵਿਚਾਰਧਾਰਾ ਕੀ ਹੈ ਸਮਝਾ ਦੇਵੇ। ਸਿੱਖੀ ਦੀ ਵਿਚਾਰਧਾਰਾ ਕੀ ਹੈ ਸਮਝਾ ਦੇਵੇ, ਪੂਰੀ ਲਾਈਨ ਖਿੱਚ ਦੇਵੇ। ਇੱਥੋਂ ਭਵ ਸਾਗਰ ਤੋਂ ਲੈ ਕੇ ਸੱਚਖੰਡ ਤੱਕ ਪੂਰੀ ਡਿਮਾਰਕੇਸ਼ਨ ਦੇ ਦੇਵੇ ਵੀ ਆਹ ਰਾਹ ਇੱਥੇ ਦੀ ਰਾਹ ਦੀ ਚੱਲ ਕੇ ਸੱਚਖੰਡ ਪਹੁੰਚ ਜਾਈਦਾ। ਇਹ ਵਿਚਾਰਧਾਰਾ ਮਾਰਗ ਹੈ, ਇਹੀ ਪੰਥ ਹੈ। ਗੁਰੂ ਦੀ ਵਿਚਾਰਧਾਰਾ ਹੈ ਕੀ? ਜੇ ਇਹਦੀ ਸਮਝ ਨਹੀਂ ਆਈ ਫਿਰ ਬਕਵਾਸ ਕਰਨ ਦੀ ਕੀ ਲੋੜ ਹੈ, ਤੇ ਬੋਲਣ ਦੀ ਕੀ ਲੋੜ ਹੈ? ਪਹਿਲਾਂ ਸਿੱਖ ਲਓ, ਸੁਣ ਲਓ ਕਿਸੇ ਤੋਂ, ਆਪਣੀ ਆਪਣੀ ਬੋਲੀ ਬੋਲੀ ਜਾਂਦੇ। ਇਹ ਕੋਈ ਮਜ਼ਾਕ ਗੱਲ ਹੈ। ਇੱਕ ਆਦਮੀ ਕਾਬਲ ਨੂੰ ਕਿਹਾ ਸੀ ਵੀ ਇਹ ਬੋਲੂਗਾ, ਬਾਕੀ ਕੋਈ ਗੱਲ ਆਪਣੇ ਮੂੰਹ ਨਹੀਂ ਕੱਢਣੀ। ਲੈਣਾ ਨੂੰ ਕਿਹਾ ਵੀ ਇਹ ਜੋ ਕਹੂ ਉਹ ਠੀਕ ਆ, ਬਾਕੀ ਤੁਹਾਨੂੰ ਨਹੀਂ ਪਤਾ ਸਿੱਖੀ ਦਾ ਕੀ ਹੈ। ਸੁਣਦੇ ਉਹ ਵੀ ਸੀ। ਉਹ ਡਾਇਰੈਕਟ ਗੁਰੂ ਤੋਂ ਸੁਣਨ ਵਾਲੇ ਨੂੰ ਤਾਂ ਪਤਾ ਨਹੀਂ ਲੱਗਿਆ। ਤੁਹਾਨੂੰ ਕਿੱਥੋਂ ਪਤਾ ਲੱਗ ਗਿਆ? ਸੁਪਨਾ ਆ ਗਿਆ ਤੁਹਾਨੂੰ। ਇੱਥੋਂ ਪਤਾ ਲੱਗਦਾ ਵੀ ਇਹ ਮੂਰਖ ਕਿੰਨੇ ਨੇ। ਇਹ ਤਾਂ ਮੂਰਖ ਨੇ ਬਿਲਕੁਲ। ਉਹ ਜੱਡ ਕੋਈ ਆਦਮੀ ਨਹੀਂ ਜਿਹਨੂੰ ਸਿੱਖੀ ਦਾ ਗਿਆਨ ਹੋਵੇ, ਜਾਂ ਕੋਈ ਆ ਕੇ ਕਹੇ ਮੈਨੂੰ ਗਿਆਨ ਦੱਸੇ। ਉਹ ਅਰਥ ਕਿਸੇ ਨੂੰ ਆਉਂਦੇ ਨਹੀਂ। ਟੀਕੇ ਤੁਸੀਂ ਰੱਦ ਕਰੀ ਬੈਠੇ ਹੋ ਸਾਰੇ ਆਪੇ। ਸਾਰੇ ਟੀਕੇ ਗਲਤ ਨੇ। ਜੋ ਪ੍ਰਚਾਰ ਹੋਇਆ ਗਲਤ ਹੈ ਉਹ ਮੰਨ ਬੈਠੇ ਹੋ। ਫਿਰ ਰੌਲਾ ਕਿਹੜੀ ਗੱਲ ਦਾ ਪਾਉਂਦੇ ਹੋ? ਚੁੱਪ ਕਰ ਜਾਓ, ਖੋਜ ਲਓ, ਜਾਂ ਕਿਸੇ ਤੋਂ ਪੁੱਛ ਲਓ ਭਾਈ ਜਿਹਨੇ ਖੋਜੀ ਉਹ ਦੱਸੇ। ਉਹਦੀ ਸੁਣ ਕੇ ਉਹਨੂੰ ਦੱਸੋ ਵੀ ਇੱਥੋਂ ਭਾਈ ਗਲਤ ਲੱਗਦੀ ਹੈ। ਇਹ ਤਾਂ ਹੋਈ ਨਾ ਗੱਲ। ਆਪਣਾ ਆਪਣਾ ਝੰਡਾ ਚੱਕੀ ਫਿਰਦੇ ਨੇ। ਮੱਤ ਮਾਰੀ ਹੋਈ ਹੈ। ਇਹਦਾ ਤਾਂ ਗੱਲ ਨਹੀਂ ਬਣਨੀ। ਗਾਹਾਂ ਅਗਲਾ ਧਸੋ ਕੇ ਰੱਖ ਦਿੰਦਾ ਜਾਂ ਮੈਦਾਨ 'ਚ ਜਾਂਦਾ। ਜਦ ਜਾਊਗਾ ਖਾੜੇ ਦੇ ਵਿੱਚ ਤੇ ਦੁਆ ਜੂ ਫਿਰ ਜਵਾਬ ਨਹੀਂ ਆਉਂਦਾ ਇਹਨਾਂ ਨੂੰ। ਫਿਰ ਮੂਹਰੇ ਦੇ ਖੜਦਾ ਭੁਲੇਖਾ ਸਾਰੇ ਨਿਕਲ ਜਾਂਦਾ। ਉਹ ਮਿੱਤਰ ਪਿਆਰ ਨੂੰ ਗੱਲ ਫਰੀਦਾ ਨਾ ਕਹਿਣ। ਉਹ ਕਹੇ ਜੀ ਇਹ ਇਤਰਾਜ਼ ਕੀ ਇਤਰਾਜ਼ ਉਹਦੇ 'ਚ? ਜੇ ਗੁਰਬਾਣੀ ਦੀ ਸਮਝ ਹੋਵੇ ਤਾਂ ਪਤਾ ਹੋਵੇ ਵੀ ਅਰਥ ਕੀ ਹੈ। ਉਹ ਹਾਲ ਮਰੀਦਾਂ ਦਾ ਕਹਿਣਾ। ਮਰੀਦ ਕਹਿੰਦੇ ਨੇ ਆਪਣੇ ਆਪ ਨੂੰ, ਪਹਿਲੀ ਗੱਲ ਗੁਰੂ ਨਹੀਂ ਕਿਹਾ ਉਹਨਾਂ ਨੇ ਆਪਣੇ ਆਪ ਨੂੰ। ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਹਾਲ ਮਰੀਦਾਂ ਦਾ ਕਹਿਣਾ ਆ ਇਹਦੇ ਅਰਥ ਨੇ। ਮੈਂ ਮਰੀਦ ਆ, ਮੈਂ ਗੁਰੂ ਨਹੀਂ ਹਾਂ। ਜੇ ਤੁਸੀਂ ਮਰੀਦ ਹੋ ਜਾਂ ਮੈਂ ਮਰੀਦ। ਉਹ ਇਹ ਜਿਹਾ ਮਰੀਦ ਬਣੋ ਜਿਹੋ ਜਿਹਾ ਬਣਿਆ ਹੋਇਆ ਮਰੀਦ। ਉਹ ਮਰੀਦ ਹੁੰਦਾ। ਤੁਸੀਂ ਸਿੱਖ ਬਣ ਗਏ। ਉਹ ਸਿੱਖ ਹੈ ਜਿਹੜਾ ਮਰੀਦਾਂ ਕਹਿ ਰਿਹਾ। ਉਹ ਸਿੱਖ ਹੈ। ਮਿੱਤਰ ਪਿਆਰਾ ਕਿਹਾ ਬਾਕੀ ਸਿੱਖਾਂ ਨੂੰ। ਉਹਦੇ ਪੰਜ ਪਿਆਰੇ ਨੇ ਮਿੱਤਰ ਪਿਆਰਾ ਹੀ ਆ। ਉਹ ਪਿਆਰੇ ਨਹੀਂ ਕਿਹਾ ਹੋਇਆ। ਪੰਜ ਪਿਆਰੇ ਗੁਰੂ ਦੇ ਪਿਆਰੇ ਨੇ। ਲਾਡਲੀ ਫੌਜ ਕਹਿੰਦਾ ਪਿਆਰੇ ਹੀ ਨੇ। ਉਹ ਪਿਆਰੇ ਕਹਿੰਦਾ ਬਰਾਬਰ ਦੇ ਭਰਾ ਕਹਿੰਦਾ। ਤੁਸੀਂ ਹੋਰੇ ਕੁਝ ਮੰਨੀ ਬੈਠੇ ਹੋ। ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਮੇਰਾ ਸੁਨੇਹਾ ਦੇ ਦਿਓ। ਇਹ ਰੋ ਪਿੱਛੋਂ ਅਫਸੋਸ ਨਾ ਕਰਨ ਵੀ ਕੋਈ ਇਹੋ ਜਿਹੀ ਗੱਲ ਹੋ ਗਈ। ਹੌਸਲਾ ਢਾਈ ਦਾ ਹੁੰਦਾ। ਪਹਿਲਾਂ 9ਵੇਂ ਪਾਤਸ਼ਾਹ ਨੇ ਸੀਸ ਦਿੱਤਾ ਹੈ। 5ਵੇਂ ਪਾਤਸ਼ਾਹ ਨੇ ਸੀਸ ਦਿੱਤਾ ਹੈ। ਉਹਨਾਂ ਨੇ ਢੇਰੀ ਡਾਤੀ। ਕਹਿੰਦੇ ਤੁਧ ਬਿਨ ਰੋਗ ਰਜਾਈਆਂ ਦਾ ਓਢਣ। ਸੰਬੋਧਨ ਕਿਹਨੂੰ ਕਰਦੇ ਨੇ? ਇਹਨੂੰ ਕਰਦੇ ਨੇ ਸ੍ਰੀ ਪਦਮੋਪਤੀ ਨੂੰ ਸੰਬੋਧਨ ਕਰ ਰਹੇ ਨੇ। ਐਸੇ ਨੂੰ ਕਰ ਰਹੇ ਨੇ ਜਿਹਦੀ ਗੱਲ ਚੱਲਦੀ ਹੈ। ਤੈਨੂੰ ਛੱਡ ਕੇ, ਤੇਰੇ ਚੜ੍ਹਨ ਛੱਡ ਕੇ ਮੈਂ ਜੇ ਰਜਾਈਆਂ 'ਚ ਪਿਆ ਹੁੰਦਾ ਨਾ ਅੱਜ ਉੱਥੇ ਅਨੰਦਪੁਰ ਸਾਹਿਬ, ਉਹ ਰੋਗ ਸੀ ਮੇਰੇ ਵਾਸਤੇ। ਤਾਂ ਰੋਗ ਸੀ। ਉਹ ਸੁੱਖ ਨਹੀਂ ਸੀਗਾ ਮੈਨੂੰ। ਮੇਰੇ ਵਾਸਤੇ ਨਰਕ ਸੀ, ਭੱਠੀ ਸੀ ਉਹ। ਤੁਧ ਬਿਨ ਰੋਗ ਰਜਾਈਆਂ ਦਾ ਓਢਣ। ਨਾਗ ਨਿਵਾਸਾਂ ਤੇ ਰਹਿਣਾ। ਉਹ ਤਾਂ ਨਾਗ ਸੀਗੇ ਸਾਰੇ ਮਾਇਆਧਾਰੀ। ਮਾਇਆਧਾਰੀਆਂ ਨਾਲ ਮੈਂ ਕਿਵੇਂ ਰਹਿ ਪੈਂਦਾ? ਮੈਂ ਉਹਨਾਂ ਦੀ ਈਨ ਕਿਵੇਂ ਮੰਨ ਲੈਂਦਾ? ਮੈਂ ਨਹੀਂ ਮੰਨ ਸਕਦਾ। ਆਹ ਮੈਨੂੰ ਠੀਕ ਹੈ, ਉਹ ਨਹੀਂ ਸੀ ਠੀਕ। ਸੂਲ ਸਰਾਹੀ, ਉਹ ਮੇਰੇ ਵਾਸਤੇ ਸੂਲੀ ਸਮਾਨ ਸੀ ਸਰਾਹੀ। ਜੇ ਮੈਨੂੰ ਉੱਥੇ ਸਰਾਹੀਆਂ 'ਚ ਪਾਣੀ ਪੀਂਦਾ, ਹੁਣ ਮੈਨੂੰ ਓਕਣਾ ਪੀਣਾ ਪਊਗਾ। ਸੂਲ ਸਰਾਹੀ ਸੂਲੀ ਦੇ ਬਰਾਬਰ ਸੀ ਮੈਨੂੰ। ਉਦੋਂ ਸੂਲੀ ਚੰਗੀ ਹੈ, ਫਾਂਸੀ ਤੇ ਚੜ੍ਹ ਜਾਊਂ ਠੀਕ ਆ। ਸਰਾਹੀ ਨਹੀਂ ਮੈਨੂੰ ਚੰਗੀ। ਖੰਜਰ ਪਿਆਲਾ, ਉਹਦਾ ਪਿਆਲਾ ਨਾ, ਉਦੋਂ ਮੈਨੂੰ ਖੰਜਰ ਚੰਗੀ ਹੈ। ਉਹ ਪਿਆਲਾ
ਪਿਆਲਾ ਮੇਰੇ ਖੰਜਰ ਮੋਂ ਚੁਬਣਾ ਸੀ ਜੇ ਮੇਰੇ ਹੱਥ ਪਿਆਲਾ ਹੁੰਦਾ ਸੁਰਾਹੀ ਹੁੰਦੀ ਔਰ ਮੇਰੇ ਕੋਲ ਉਹੀ ਐਸ਼ੋ ਇਸ਼ਤ ਹੁੰਦੀ ਮੈਨੂੰ ਨਹੀਂ ਉਹਦੀ ਲੋੜ ਹੈਗੀ ਉਹ ਇਹ ਕਹਿ ਰਹੇ ਨੇ ਤੁਸੀਂ ਅਰਥ ਕੀ ਕਰ ਰਹੇ ਹੋ ਸੂਲ ਸਰਾਈ ਖੰਜਰ ਪਿਆਲਾ ਬਿਲਕੁਲ ਕਸਾਈਆਂ ਦਾ ਸਹਿਣਾ ਕਿਉਂ ਮੇਰੇ ਤੇ ਹਰ ਵਕਤ ਕਸਾਈ ਦੀ ਤਲਵਾਰ ਸੀ ਵੀ ਆਹ ਕਹੇ ਆਹ ਬਿਆਨ ਦੇ ਉਹ ਬਿਆਨ ਦੇ ਮੈਂ ਹੁਕਮ ਨੂੰ ਛੱਡ ਕੇ ਪਰਮੇਸ਼ਰ ਦੇ ਨੂੰ ਉਹਨਾਂ ਦੇ ਹੁਕਮ ਦੇ ਵਿੱਚ ਆ ਜਾਂਦਾ ਮੈਂ ਪਾਗਲ ਸੀ ਮਿੱਤਰ ਪਿਆਰੇ ਨੂੰ ਹਾਲ ਬਰੀਦਾ ਯਾਰੜੇ ਦਾ ਸਾਨੂੰ 70 ਜੰਗਾ ਯਾਰੜੇ ਦਾ ਸਾਨੂੰ 70 ਜੰਗਾ ਯਾਰ ਦੇ ਨਾਲ ਆ ਹੁਣ ਮੈਂ ਸੱਚ ਨਹੀਂ ਨਾ ਛੱਡਿਆ ਸੱਚ ਮੇਰਾ ਬਚ ਗਿਆ ਨਾ ਇਹ ਗੱਲ ਹੋ ਲੱਗੀ ਨੂੰ ਕਹੀ ਜਾ ਜਫਰਨਾਮੇ ਚ ਜਿੱਤਿਆ ਮੈਂ ਯਾਰੜੇ ਦਾ ਸਾਨੂੰ 70 ਜੰਗਾ ਮੈਂ ਜ਼ਮੀਨ ਤੇ ਪਿਆ ਮੈਂ ਖੁਸ਼ ਹਾਂ ਪੱਟ ਖੇੜਿਆ ਨਾ ਰਹਿਣਾ ਜੇ ਮੈਂ ਉੱਥੇ ਅਨੰਦਪੁਰ ਸਾਹਿਬ ਹੁੰਦਾ ਮੈਂ ਪੱਠੀ ਚ ਤਪਦਾ ਸੁਲਾ ਕਰਕੇ ਉਹਨਾਂ ਦੀ ਈਰ ਬਣ ਕੇ ਉੱਥੇ ਰਹਿੰਦਾ ਵੀ ਭਾਈ ਤੁਸੀਂ ਪ੍ਰਚਾਰ ਨਾ ਕਰਿਓ ਕਲੇਸ਼ ਵਾਲਾ ਪ੍ਰਚਾਰ ਬੰਦ ਕਰ ਦੋ ਰਹੋ ਕੋਈ ਗੱਲ ਨਹੀਂ ਇਹ ਨਹੀਂ ਹੋ ਸਕਦਾ ਸੱਚ ਦਾ ਪ੍ਰਚਾਰ ਨਹੀਂ ਬੰਦ ਹੋ ਸਕਦਾ ਕਹਿੰਦੇ ਸੱਚ ਨੂੰ ਛੱਡ ਕੇ ਉੱਥੇ ਰਹਿਣਾ ਮੇਰੇ ਵਾਸਤੇ ਪੱਠੀ 'ਚ ਰਹਿਣ ਦੇ ਬਰਾਬਰ ਸੀ ਪੱਟ ਖੇੜਿਆਂ ਦਾ ਰਹਿਣਾ ਗੱਲ ਆਏ ਤੁਸੀਂ ਕੀ ਅਰਥ ਕਰਦੇ ਹੋ ਉਹ ਪਤਾ ਤੁਹਾਨੂੰ ਕੱਸਦਾ ਹੈ ਨਹੀਂ ਐਵੇਂ ਟਾਰਾਂ ਮਾਰੀ ਜਾਂਦੇ ਹੋ ਕਿਤੋਂ ਸਿੱਖੇ ਲਓ ਐਵੇਂ ਦਾੜੀਆਂ ਵਧਾਈ ਫਿਰਦੇ ਹੋ ਗਾਜ ਦੀਆਂ ਇਹਦੇ ਨਾਲ ਤਾਂ ਨਹੀਂ ਪ੍ਰਭਾਵ ਪੈਂਦਾ और की बात कहाँ कहे तो सो पेट ही के पट बीच बचावा है और की बात कहाँ कहूँ तो सो मैं होर किसी दी की गल कहा पेट ही के पट बीच बचावा है वो तो पेड़ च हुंदा बच्चा जो वो भी पट दे विच हुंदा जो उत्थे बिना साह दे बचाई फिरदा ਉਹਨੂੰ ਸਾਹ ਆਉਂਦਾ ਨਹੀਂ ਬਾਹਰ ਤਾਂ ਬਚਾਉਣਾ ਕੋਈ ਗੱਲ ਹੀ ਨਹੀਂ ਉਹਦੇ ਵਾਸਤੇ ਉਹ ਬਾਹਰ ਬਚਾਉਣਾ ਕੀ ਔਖਾ ਉਹਨੂੰ ਉਹ ਪੜਦੇ ਜੇ ਉੱਥੇ ਕੋਈ ਮੁਸੀਬਤ ਪੈ ਜਾ ਅੰਦਰ ਵੀ ਬਚਾਈ ਜਾਂਦਾ ਉਹਦਾ ਹੱਥ ਉੱਥੇ ਵੀ ਪੜਦਾ ਉਹਨੂੰ ਨਹੀਂ ਕੋਈ ਰੋਕ ਸਕਦਾ ਪਾਣੇ ਨੂੰ ਨਹੀਂ ਰੋਕ ਸਕਦਾ ਕੋਈ ਪਾਣਾ ਉੱਥੇ ਵੀ ਵਰਤ ਰਿਹਾ ਪਾਣਾ ਸਾਰੇ ਵਰਤ ਰਿਹਾ पेट ही के पट बीच बचावा है ਪੇਟ ਦੇ ਵਿੱਚ ਜਿਹੜਾ ਪੜਦਾ ਹੀ ਆ ਨਾ ਗਰਭ ਉਹਦੇ ਵਿੱਚ ਅੰਦਰ ਬਚਾ ਰਿਹਾ ਉਹਨੂੰ ਬੱਚੇ ਨੂੰ ਪਟ ਵਿੱਚ ਬਚਾਵਾ ਤੁਸੀਂ ਬਾਹਰ ਦੀ ਗੱਲ ਕਰਦੇ ਹੋ ਬਾਹਰ ਬਚਾਉਣਾ ਕੀ ਔਖਾ ਉੱਥੇ ਨਹੀਂ ਬਚਾ ਸਕਦਾ ਕੋਈ ਉੱਥੇ ਔਖਾ ਬਚਾਉਣਾ ਸਭ ਤੋਂ ਭਰਾ ਭਾਵੇਂ ਮੈਨੂੰ ਸਾਫ ਤੇ ਰੱਖ ਉਹਦੇ ਬਿਨਾਂ ਸਾਹ ਹੀ ਰੱਖਿਆ ਹੋਇਆ ਉਹਨੇ ਹਾਂਜੀ जच भुजंग सुदान बदेव अभेव तुम्हें सब ही कर ध्यावा ਜੱਚ ਭੁਜੰਗ ਸੋ ਦਾਨਵ ਦੇਵ ਦਾਨਵ ਨੇ ਦੇਵਤੇ ਨੇ अभेव तुम्हें सब ही कर ध्यावा ਜੱਚ ਨੇ ਜਿਹੜੇ ਗਾਉਂਦੇ ਨੇ ਗੀਤ ਪਰਮੇਸ਼ਰ ਦੇ ਹੀ ਗਾਉਂਦੇ ਨੇ ਪਰਮੇਸ਼ਰ ਦੇ ਤਾਂ ਨਹੀਂ ਗਾਉਂਦੇ ਉਹ ਪਦਮਾ ਪਦ ਦੇ ਗੀਤ ਗਾਉਂਦੇ ਨੇ ਸ੍ਰੀ ਪਦਮਾ ਪਦ ਦੇ ਨਹੀਂ ਗਾ ਸਕਦੇ ਸ੍ਰੀ ਪਦਮਾ ਪਦ ਨੂੰ ਪਦਮਾ ਪਦ ਮੰਨ ਕੇ ਗੀਤ ਰੋੜੇ ਹੋਏ ਉਹਨਾਂ ਦੇ ਇਹ ਜੱਚ ਨੇ ਗਾਉਂਦੇ ਨੇ ਨੱਚਦੇ ਹੁੰਦੇ ਨੇ ਗੰਧਰਵ ਨੇ ਜਿਹੜੇ ਇਹ ਨੇ अभेव तुम्हें सब ही ਉਹ कर ਨਾ ਆ ਦੂਏ ਨੇ ਬਾਕੀ ਦੂਏ ਨੇ ਸ਼ਿਵ ਜੀ ਦੇ दानव देव ਨਹੀਂ ਦਾਨਵ ਦੇਵਤਾ ਭੁਜੰਗ ਇੱਥੇ ਹੀ ਆ ਦੋਏ ਨੇ ਕੈਟਾਗਰੀਆਂ ਹੋਣੀਆਂ ਜਿੱਥੇ ਭੁਜੰਗ ਵਾਲੇ ਨੇ ਉਹ ਸ਼ਿਵ ਜੀ ਵਾਲੇ ਆਉਣੇ ਨੇ ਜੰਗਮ जच विष्णु ਜੱਚ ਇਹ ਗਾਉਣ ਵਾਲੇ ਨੇ ਦੂਏ ਦਾਨਵ ਦੇਵ ਨੇ ਉਹ ਗਾਉਂਦੇ ਨਹੀਂ ਹੁੰਦੇ ਦਾਨਵ ਦੇਵ ਉਹ ਸੁਣਦੇ ਹੀ ਹੁੰਦੇ ਨੇ ਜਿਹੜੇ ਕਬੀਰ ਨੇ ਗਾਉਂਦੇ ਨੇ ਨਾ ਸੰਗਤ ਤਾਂ ਸੁਣਦੀ ਹੋਈ ਹੈ ਸੁਣਨ ਵਾਲੇ ਦੇਵਤੇ ਹੁੰਦੇ ਨੇ ਗਾਉਣੇ ਵਾਲੇ ਰਾਗੀ ਢਾਡੀ ਕਹਿੰਦੇ ਆਪਾਂ ਕਬੀਰ ਕਹਿੰਦੇ ਐ ਉਹ ਜੱਚ ਨੂੰ ਸੀ ਉਹਨਾਂ ਦਾ ਕਿੰਨਾ ਨੇ ਜੱਚ ਗਾਉਣ ਕਰਨ ਵਾਲਿਆਂ ਦਾ भुजंग सुदान बदेव ਆਪਾਂ ਕਹਿੰਦੇ ਆ ਕੌਣ ਹੈ ਇਹ ਢਾਡੀ ਹੈ ਇਹ ਰਾਗੀ ਹੈ ਕਬੀਰ ਹੈ ਉਹਨਾਂ ਦੇ ਨਾਂ ਨੇ ਇਹ ਵਿੱਚੋਂ ਹੀ ਹੁੰਦੇ ਨੇ ਉਹ ਤਾਂ ਉਹਨਾਂ ਦੇ ਵਿੱਚੋਂ ਹੀ ਦੇਵਤਿਆਂ ਚੋਂ ਹੀ ਪਰ ਉਹ ਕੈਟਾਗਰੀ ਤਾਂ ਹੈ ਨਾ ਉਹਨਾਂ ਦੀ ਗਾਉਣ ਵਾਲਿਆਂ ਦੀ ਰਗ ਗੀਤ ਉਹਨਾਂ ਨੇ ਜੋੜਨੇ ਨੇ ਆਪੇ ਲਿਖਣੇ ਨੇ ਆਪੇ ਗਾਉਣੇ ਨੇ ਉਸ ਦੀ ਗੱਲ ਨਹੀਂ ਹੈ ਵਿਸ਼ਨੂੰ ਦੀ ਤੇ ਦੂਏ ਨੇ ਨਾਗੀ ਉਹਦੇ ਸ਼ਿਵ ਜੀ ਦਾ ਵਿਆਹ ਗਾਉਂਦੇ ਹੁੰਦੇ ਨੇ ਉਹ ਵੀ ਗਾਉਂਦੇ ਨੇ ਨਾ ਉਹਨਾਂ ਦਾ ਵੀ ਜੋੜਿਆ ਹੈ ਉਹ ਸ਼ਿਵ ਜੀ ਦੀ ਉਸਤਤੀ ਕਰਦੇ ਨੇ ਉਹ ਵਿਸ਼ਨੂੰ ਦੀ ਕਰਦੇ ਨੇ सुदान बदेव ਦਾਨਵ ਦੇਵ ਵੀ ਨੇ ਨਾਲੇ ਵਿੱਚ अभेव तुम्हें सब ही कर ध्यावा ਤੇਰੇ ਧਿਆਨ ਸਾਰਿਆਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਰਾਖਸ਼ ਵੀ ਉਹ ਤਾਂ ਲੁਕਦੇ ਨੇ ਇਹਨਾਂ ਵਾਲੇ ਰੱਬ ਨੂੰ ਨਹੀਂ ਮੰਨਦੇ ਉਹ ਬਸ ਦੇਖੋ ਰਾਖਸ਼ ਮੰਨਦੇ ਨੇ ਕਿਸੇ ਨਾ ਕਿਸੇ ਰੂਪ ਚ ਪਰਮੇਸ਼ਰ ਨੂੰ ਉਹ ਚਾਹੇ ਕੁਦਰਤ ਕਹਿ ਕੇ ਮੰਨਦੇ ਨੇ ਕੁਝ ਵੀ ਮੰਨਦੇ ਨੇ ਪਰ ਉਹ ਜਿਹੜੇ ਇਹਨਾਂ ਵਾਲਾ ਤਰੀਕਾ ਹੈ ਜਿਹਨੂੰ ਇਹ ਮੰਨਦੇ ਨੇ
ਮੂਰਤੀ ਨੂੰ ਗਿਆ ਉਹਨੂੰ ਨਹੀਂ ਉਹ ਬੰਦੇ। ਉਹ ਕਹਿੰਦੇ ਨੇ ਕੋਈ ਗੈਬੀ ਸ਼ਕਤੀ ਹੈ, ਜਿਵੇਂ ਮੁਸਲਮਾਨ ਕਹਿੰਦੇ ਨੇ ਮੂਰਤੀ ਦਾ ਕੋਈ ਹੈ ਨਹੀਂ, ਕੋਈ ਗੈਬੀ ਸ਼ਕਤੀ ਹੈ। ਅੱਲਾ ਉਹਦੇ ਮੂਹਰੇ ਅੜਦੇ ਨੇ, ਬੁੱਕ ਵੀ ਅੜਦੇ ਨੇ, ਮੰਗਦੇ ਵੀ ਨੇ, ਮੰਗਦੇ ਨੇ ਨਾ, ਐਵੇਂ ਮੰਗਦੇ ਹੁੰਦੇ ਨੇ, ਮੰਗਦੇ ਉਸੇ ਤੇ ਨੇ, ਪਰ ਉਹ ਜਾਣਦੇ ਨਹੀਂ ਹੁਣ ਉਹਨੂੰ। ਇਹ ਕਿਹੜਾ ਜਾਣਦੇ ਨਹੀਂ ਜਿਹਤੇ ਮੰਗਦੇ ਨੇ, ਉਹ ਤਾਂ ਜੋ ਜਿਹਤੇ ਮੰਗਦੇ ਨੇ ਉਹ ਸਹੀ ਹੈ, ਚਾਹੇ ਉਹ ਜਾਣਦੇ ਨਹੀਂ। ਇਹਨਾਂ ਨੇ ਡੁਪਲੀਕੇਟ ਬਣਾ ਲਿਆ, ਇਹਨਾਂ ਨੇ ਕਹਾ ਜਾਨਣ ਵਾਲਾ ਵਰਕਾ ਹੀ ਪਾੜਦਾ, ਜਾਣਨ ਦੀ ਲੋੜ ਨਹੀਂ। ਉਹਨਾਂ ਨੂੰ ਜਾਣਨ ਦੀ ਲੋੜ ਤਾਂ ਹੈ ਨਾ, ਇਹ ਤਾਂ ਖੜ ਕੇ ਜਾਣਨ ਦੀ ਲੋੜ ਨਹੀਂ, ਮਿਲ ਗਿਆ ਸਾਨੂੰ ਤਾਂ। ਭੂਮੀ ਆਕਾਸ਼ ਪਤਾਲ ਰਸਾਤਲ ਜਛ ਭੁਜੰਗ ਸਭੈ ਸਿਰ ਨਿਆਵੈ। ਭੂਮ ਦੇ ਉੱਤੇ ਆਕਾਸ਼ ਪਤਾਲ ਜਿੰਨੇ ਵੀ ਜੀਵ ਨੇ, ਜਛ ਭੁਜੰਗ ਸਭੈ ਸਿਰ ਨਿਆਵੈ, ਸਾਰੇ ਤੇਰੇ ਅੱਗੇ, ਤੈਨੂੰ ਅੱਗੇ ਸਾਰੇ ਨਮਸਕਾਰ ਕਰਦੇ ਨੇ, ਤੇਰੇ ਅੱਗੇ ਸਾਰੇ ਝੁਕਦੇ ਨੇ। ਪਾਏ ਸਕੇ ਨਹੀਂ ਪਾਰ ਪ੍ਰਭਾ ਹੂੰ ਕੋ ਨੇਤ ਹੀ ਨੇਤੈ ਵੇਦ ਬਤਾਵੈ। ਇਹ ਜਿਹੜੇ ਵੇਦ ਨੇ ਨਾ, ਇਹ ਦੱਸਦੇ ਨੇ ਵੀ ਜਿਹੜੇ ਗਿਆਨਵਾਨ ਨੇ, ਜਿੰਨੇ ਵੀ ਗਿਆਨਵਾਨ ਨੇ, ਰਿਸ਼ੀ ਮੁਨੀ ਹੋਏ ਨੇ, ਤੇਰੀ ਪ੍ਰਭਾ ਜਿਹੜੀ ਹੈਗੀ ਆ ਨਾ, ਤੇਰਾ ਪ੍ਰਭਾਵ ਕਿਵੇਂ ਪੈ ਰਿਹਾ ਸੰਸਾਰ ਤੇ ਉੱਤੇ, ਨੇਤ ਹੀ ਨੇਤੇ ਵੇਦ ਬਤਾਵੈ। ਇਹ ਕਿੰਨਾ ਕੁ ਪਊ, ਕਿੰਨਾ ਉਹਦਾ ਪ੍ਰਭਾਵ ਹੈ, ਥੋੜਾ ਇਹਦਾ ਅੰਦਾਜ਼ਾ ਕੋਈ ਨਹੀਂ ਕਿਸੇ ਨੂੰ। ਤੇਰੇ ਪ੍ਰਭਾਵ ਦਾ, ਤੇਰੀ ਪ੍ਰਭਾ ਜਿਹੜੀ ਹੈ, ਤੇਰੀ ਜਿਹੜੀ ਸ਼ਕਤੀ ਹੈ, ਉਹਦਾ ਕੋਈ ਅੰਦਾਜ਼ਾ ਨਹੀਂ ਲੱਗ ਰਿਹਾ ਇਹਨਾਂ ਨੂੰ। ਨੇ ਇਸ ਕਰਕੇ ਬੇਅੰਤ ਬੇਅੰਤ ਕਹੀ ਜਾਂਦੇ ਨੇ। ਖੋਜ ਥੱਕੇ ਸਭ ਹੀ ਖੁਜੀਆ ਸੁਰ ਹਾਰ ਪਰੇ ਹਰ ਹਾਥ ਨਾ ਆਵੈ। ਖੋਜ ਪਰੇ ਸਭ ਹੀ ਖੁਜੀਆ, ਸਾਰੇ ਖੋਜੀ ਖੋਜ ਕੇ ਥੱਕ ਗਏ, ਸੁਰ ਹਾਰ ਪਰੇ ਹਰ ਹਾਥ ਨਾ ਆਵੇ। ਦੇਵਤੇ ਵੀ ਹਾਰ ਕੇ ਬਹਿ ਗਏ, ਥੱਕ ਗਏ, ਕੋਈ ਪਤਾ ਨਹੀਂ ਵੀ ਲੱਗਦਾ, ਜਾਂ ਲੱਗੂ ਦੇਖੀ ਜਾਊ। ਹਰ ਹਾਥ ਨਾ ਆਵੇ, ਹਰ ਹੱਥ ਨਹੀਂ ਆਏ ਕਿਸੇ ਦੇ। ਨਾਰਦ ਸੇ ਚਤੁਰਾਨਨ ਸੇ ਰੁਮਨਾਰਿਕ ਸੇ ਸਭ ਹੂੰ ਮਿਲ ਗਾਇਓ। ਨਾਰਦ ਸੇ ਚਤੁਰਾਨਨ ਸੇ, ਨਾਰਦ ਮੁਨੀ, ਚਤੁਰਾਨਨ ਕਹਿੰਦੇ ਨੇ ਇਹਨੂੰ, ਬ੍ਰਹਮਾ ਨੂੰ। ਚਾਰ ਮੁੱਖ ਨਹੀਂ ਹੁੰਦੇ, ਅਸਲ ਚਾਰ ਪ੍ਰਕਾਰ ਦਾ ਗਿਆਨ ਹੈ ਨਾ, ਜਿਹੜਾ ਚਾਰ ਪ੍ਰਕਾਰ ਦਾ ਗਿਆਨ ਹੈ ਨਾ ਇਹਦਾ, ਇਹਨੂੰ ਚਤੁਰਾਨਨ ਕਹਿ ਰਹੇ ਨੇ। ਹਾਂ, ਰੁਮਨਾ ਰਿਖੀ ਇੱਕ, ਰੁਮਨਾ ਰਿਖੀ ਰਿਸ਼ੀ ਮੁਨੀ ਤਾਂ ਦੂਏ ਵੀ ਹੋਏ ਨੇ, ਪਰ ਇਹ ਕੁਝ ਐਸੇ ਵੀ ਰਿਸ਼ੀ ਹੋਏ ਨੇ ਜਿਹੜੇ ਪਰਮੇਸ਼ਰ ਦੇ ਗੀਤ ਗਾਉਂਦੇ ਨੇ, ਪਰ ਸਹੀ ਨਹੀਂ ਗਾ ਸਕੇ। ਜਿਹਨਾਂ ਜੋ ਗੁਰਦਰ ਕਵੀ ਰਾਏ ਵਗੈਰਾ ਉਹ ਆਏ ਨੇ ਨਾ, ਪਖੰਡਵਾਦ ਤੇ ਤਾਂ ਖੰਡਨ ਕੀਤਾ, ਪਰ ਪੂਰਾ ਗਿਆਨ ਨਹੀਂ ਸੀ। ਉਹ ਰਿਸ਼ੀ ਮੁਨੀ ਵੀ ਇਹੋ ਜਿਹੇ ਹੋਏ ਨੇ। ਰੁਮਨਾ ਰਿਕ ਸੇ ਸਭ ਹੂੰ ਮਿਲ ਗਾਇਓ, ਸਾਰੇ ਮਿਲ ਕੇ ਗਾਉਂਦੇ ਰਹੇ ਨੇ, ਕੋਸ਼ਿਸ਼ ਕਰਦੇ ਰਹੇ ਨੇ, ਨਿਰਾਕਾਰ ਦੀ ਉਹ ਗਾਉਂਦੇ ਰਹੇ ਨੇ, ਗਾਇਨ ਕਰਦੇ ਰਹੇ ਨੇ, ਪਰ ਉਹ ਪੂਰਾ ਕਲੀਅਰ ਨਹੀਂ ਸੀ ਉਹਨਾਂ ਨੂੰ। ਵੇਦ ਕਤੇਬ ਨਾ ਭੇਦ ਲਖਿਓ ਸਭ ਹਾਰ ਪਰੇ ਹਰੀ ਹਾਥ ਨਾ ਆਇਓ। ਵੇਦ ਕਤੇਬ ਨੇ ਵੀ ਇਹ ਕਹਿਤਾ ਵੀ ਭੇਦ ਸਾਨੂੰ ਨਹੀਂ ਮਿਲਿਆ। ਸਭ ਹਾਰ ਪਰੇ ਹਰ ਹਾਥ ਨਾ ਆਇਓ, ਸਾਰੇ ਹਾਰ ਕੇ ਥੱਕ ਕੇ ਬੇਅੰਤ ਤੇ ਸਿਵਾ ਹੋਰ ਕੁਝ ਨਹੀਂ ਕਹਿ ਸਕਦੇ। ਹਰ ਹਾਥ ਨਾ ਆਇਓ, ਹਰ ਦੀ ਸਮਝ ਨਹੀਂ ਆਈ, ਹਰ ਹਾਥ ਨਾ ਆਇਆ, ਹਰ ਦੀ ਸਮਝ ਨਹੀਂ ਆਈ। ਬਾਹਰੋਂ ਨਹੀਂ ਹਰ ਦੀ ਸਮਝ ਆਉਣੀ ਸੀ, ਅਸਲ ਚ ਅੰਦਰੋਂ ਆਪੇ ਹਰ ਸੀ। ਇਹ ਜਿਹੜਾ ਹਰ ਹਾਥ ਨਾਲ ਕਰਦੇ ਨੇ, ਬਾਹਰੋਂ ਖੋਜ ਜਾਂਦੇ ਨੇ ਲੋਕ, ਉਹਨਾਂ ਨੂੰ ਕਹਿ ਰਹੇ ਨੇ, ਜਿਹੜੇ ਬਾਹਰੋਂ ਖੋਜਦੇ ਨੇ ਉਹਨਾਂ ਨੂੰ ਕਹਿ ਰਹੇ ਨੇ। ਬਾਕੀ ਸਭ ਕੁਝ ਠੀਕ ਹੈ, ਲੱਭਦੇ ਨੇ ਬਾਹਰੋਂ, ਹੱਥ ਕਿਵੇਂ ਆ ਜੂ ਬਾਹਰੋਂ। ਜੇ ਹਰ ਆਪੇ ਫਿਰ ਹੱਥ ਕੀ ਆਉਣਾ, ਜੇ ਆਪੇ ਹਰ ਹੈ, ਇਹ ਆਪਣੇ ਬੱਚੇ ਹਰ ਹੈ, ਤਾਂ ਫਿਰ ਹੱਥ ਕੀ ਆਉਣਾ ਉਹਦੇ ਚ। ਹਰ ਦੀ ਸਮਝ ਆਉਣੀ ਸੀ ਅੰਦਰੋਂ, ਸਮਝਾਉਂਦੇ ਬਹਿ ਕੇ ਸਮਝਦੇ। ਪਾਏ ਸਕੇ ਨਹੀਂ ਪਾਰ ਉਮਾਪਤੀ ਸਿੱਧ ਸਨਾਤ ਸਨੰਤਨ ਤੇ ਆਇਓ। ਉਮਾਪਤੀ ਜਿਹਨੂੰ ਕਹਿੰਦੇ ਨੇ ਨਾ, ਉਮਾਪਤੀ ਵੀ ਉਹ ਪਰਮਾਪਤੀ ਦਾ ਹੀ ਨਾਮ ਹੈ। ਸ੍ਰੀ ਪਦਮਾਪਤੀ ਨਹੀਂ, ਪਰਮਾਪਤੀ ਨਾ। ਉਮਾਪਤੀ ਤਾਂ ਸ਼ਿਵ ਜੀ ਦਾ ਨਾਮ ਹੈ ਸੱਚ। ਉਮਾਪਤੀ ਵੀ ਜਾਣਾ ਪਾਰ ਨਹੀਂ ਪਾ ਸਕਿਆ, ਉਹ ਵੀ ਨਹੀਂ ਕਿਸੇ ਕੰਢੇ ਲੱਗਿਆ, ਬਥੇਰੀ ਸਮਾਧੀ ਲਾਈ ਆ ਉਹਨੇ। ਸਿੱਧ ਸਨਾਤ ਸਨੰਤਨ ਤੇ ਆਇਓ। ਆਹੋ, ਸਿੱਧਾ ਨੇ ਨਾਥਾਂ ਨਾਲ ਰਲ ਕੇ ਸਨੰਤਨ ਤੇ ਆਇਓ। ਪਤਾ ਨਹੀਂ ਕਿੰਨੇ ਧਿਆਨ ਜੋੜੇ ਨੇ ਉਹਨਾਂ ਨੇ, ਕਿੰਨਾ ਚਿਰ ਤੱਕ, ਅਨੰਤ ਕਾਲ ਤੱਕ ਧਿਆਨ ਜੋੜ ਕੇ ਥੱਕ ਗਏ। ਧਿਆਨ ਧਰੋ ਤੇ ਕੋ ਮਨ ਮੈਂ, ਉਹਨਾਂ ਨੂੰ ਮਿਲਿਆ ਕੁਛ ਨਹੀਂ, ਧਿਆਨ ਚ ਨਹੀਂ ਆ ਸਕਿਆ ਉਹਨਾਂ ਦੇ, ਸਮਝ ਨਹੀਂ ਆਈ। ਸਮਝ ਰਹੇ ਸੀ ਕਿ ਧਿਆਨ ਲਾ ਕੇ ਵੀ ਕੀ ਚੀਜ਼ ਹੋਊ, ਅੰਦਾਜ਼ੇ ਲਾ ਰਹੇ ਸੀ। ਧਿਆਨ ਧਰੋ ਤੇ ਕੋ ਮਨ ਮੈਂ, ਜੇ ਕੋ ਅਮਿਤੋਜ ਸਭੈ ਜਗ ਛਾਇਓ। ਤਾਂ ਹੁਣ ਧਿਆਨ ਧਰਨਾ, ਤੁਸੀਂ ਉੱਤੇ ਨੂੰ ਨਹੀਂ ਧਰਨਾ, ਧਿਆਨ ਥੱਲੇ ਨੂੰ ਧਰਨਾ। ਅਸਲਿਸਤੀ ਜੋ ਕੁਝ ਹੋ ਰਿਹਾ, ਧਿਆਨ ਧਰੋ ਤੇ ਕੋ ਮਨ ਮੈਂ, ਮਨ ਚ ਉਹਦਾ ਧਿਆਨ ਧਰੋ
ਜੇ ਕੋ ਅਮਿਤੋਜ ਸਭੇ ਜਗ ਛਾਏ। ਜਿਹਦੇ ਤੇਜ ਨਾਲ, ਜਿਹਦੀ ਰੋਸ਼ਨੀ ਸਾਰੇ ਸੰਸਾਰ 'ਚ ਫੈਲੀ ਹੋਈ ਹੈ, ਜਿਹਦੀ ਰੋਸ਼ਨੀ ਨਾਲ ਸਾਰਾ ਸੰਸਾਰ ਚੱਲਦਾ ਹੈ। ਸਾਰੇ ਸੰਸਾਰ ਰੋਸ਼ਨੀ ਨਹੀਂ ਹੈ ਤੇ ਇਹਦੇ ਚਾਨਣ ਸਭ ਵਿੱਚ ਚਾਨਣ ਹੋਏ, ਉਹਨੂੰ ਲੱਭੋ ਕੌਣ ਹੈ। ਵੇਦ ਪੁਰਾਣ ਕਤੇਬ ਕੁਰਾਨ ਅਭੇਦ ਨਿਰਪਾਨ ਸਭੈ ਪਛ ਹਾਰੇ। ਵੇਦ ਕਹਿ ਲੋ, ਪੁਰਾਣ ਕਹਿ ਲੋ, ਕਤੇਬ ਕਹਿ ਲੋ, ਕੁਰਾਨ ਕਹਿ ਲੋ, ਨਿਰਪਾਨ ਨਿਰਪਾਨ ਜਿਹੜੇ ਰਾਜੇ ਨੇ ਸਭੇ ਪਛ ਹਾਰੇ। ਸਾਰੇ ਹਾਰ ਗਏ। ਕੋਈ ਜੱਗ ਕਰਦਾ ਹੈ, ਕੋਈ ਕੁਛ ਕਰਦਾ ਹੈ। ਨਿਰਪਾਨ ਹੁੰਦਾ ਅਸਲ ਦੇ ਵਿੱਚ ਜਿਹੜੇ ਇਹਨਾਂ ਦੇ ਗੁਰੂ ਹੁੰਦੇ ਨੇ ਨਾ ਧਰਮਾਂ ਦੇ, ਨਿਰਪ ਰਾਜੇ ਨੂੰ ਕਹਿੰਦੇ ਨੇ। ਗੁਰੂ ਵੀ ਰਾਜੇ ਦੀ ਸੰਸ 'ਚ ਆ ਜਾਂਦਾ। ਜਿਹੜੇ ਕੁਰਾਨ ਵਾਲੇ ਸੀ ਨਾ, ਕੁਰਾਨ ਵਾਲੇ ਜਿਹੜੇ ਇਹਨਾਂ ਦੇ ਹੈੱਡ ਹੁੰਦੇ ਸੀ, ਉਹ ਰਾਜੇ ਬਣ ਜਾਂਦੇ ਸੀ। ਰਾਜਬਾਤੀ ਲੜਾਈ ਹੋਈ ਹੈ ਨਾ ਇਹਨਾਂ ਦੀ। ਜਿਹੜਾ ਇਹਨਾਂ ਦਾ ਲੀਡਰ ਹੁੰਦਾ ਸੀ ਨਾ ਮੁਸਲਮਾਨਾਂ ਦਾ, ਉਹੀ ਰਾਜਾ। ਪਹਿਲਾਂ ਮੁਹੰਮਦ ਸਾਹਿਬ ਦਾ ਰਾਜ ਹੋਇਆ, ਫਿਰ ਉਹ ਤੋਂ ਬਾਅਦ ਉਹ ਭਾਣਜਿਆਂ ਦਾ, ਉਹਦੇ ਦੋ ਤੇ ਕਹਿੰਦੇ ਸਾਡਾ ਰਾਜ ਹੋਣਾ ਚਾਹੀਦਾ, ਭਤੀਜਾ ਕਹਿੰਦਾ ਮੇਰਾ ਚਾਹੀਦਾ। ਫਿਰ ਆਪ ਸੁੱਚੀ ਲੜ ਪਏ, ਹੁਸਨ ਹੁਸੈਨ ਨੂੰ ਮਾਰਿਆ ਉਹਨਾਂ ਨੇ, ਰਾਜ ਵਾਸਤੇ ਮਾਰਿਆ ਨਾ। ਜਿਹੜਾ ਉਹ ਨਾਲ ਤਾਂ ਵਾਰਸ ਗੱਦੀ ਦਾ ਹੋ ਜਾਂਦਾ ਸੀ, ਜਿਵੇਂ ਸਾਡੀ ਗੱਦੀ ਨਾਲੇ ਰਾਜ ਦਾ, ਦੋ ਇਕੱਠੇ ਸੀ, ਤਾਂ ਕਹਿੰਦੇ ਨਿਰਪਾਨ ਰੱਖਦਾ ਹੋਇਆ। ਸਾਡੇ ਤਾਂ ਰਾਜਾ ਨਹੀਂ ਨਾਲ ਹੋਇਆ ਗੱਦੀ ਦੇ ਕੋਈ, ਉਹਨਾਂ ਦੇ ਗੱਦੀ ਦੇ ਨਾਲ ਰਾਜ ਜੁੜਿਆ ਹੋਇਆ। ਦੁਨੀਆਂ ਮਤਾਂ ਦੇ ਗੱਦੀ ਦੇ ਨਾਲ ਰਾਜ ਜੁੜਿਆ ਹੋਇਆ। ਦੇਖੋ ਰਾਮਚੰਦਰ ਦੀ ਪੂਜਾ ਹੋ ਰਹੀ ਹੈ, ਰਾਮਚੰਦਰ ਰਾਜਾ। ਭਰਤ ਵੀ ਰਾਜ ਨਹੀਂ ਲੈ ਰਿਹਾ, ਕਹਿੰਦਾ ਮੇਰੇ ਨੂੰ ਇਹ ਕਾਬਲ ਹੈ। ਭਰਤ ਨੂੰ ਰਾਜ ਮਿਲਦਾ, ਲੈ ਨਹੀਂ ਰਿਹਾ। ਉਹ ਜਿਹੜਾ ਅੱਛਾਈ ਹੈ, ਧਾਰਮਿਕ ਆਦਮੀ ਹੈ, ਸ੍ਰੇਸ਼ਟ ਆਦਮੀ ਹੈ, ਉਹਦੇ ਨਾਲ ਰਾਜ ਦਾ ਤਖਤ ਜੁੜਿਆ ਹੋਇਆ। ਉਹੀ ਉਸੇ ਦਾ ਹੱਕ ਰਾਜ ਤੇ ਬੈਠੀ। ਧਰਮ ਬਿਨਾਂ ਨਹੀਂ ਰਾਜ ਚੱਲਿਆ ਹੈ, ਤਾਂ ਹੀ ਜਦ ਤੱਕ ਚੱਲਿਆ ਹੋਇਆ। ਧਾਰਮਿਕ ਆਦਮੀ ਹੀ ਰਾਜ ਤੇ ਬੈਠੇ, ਤਖਤ ਪਏ, ਤਖਤ ਕੇ ਲਾਇਕ। ਇਹ ਭੇਦ ਨਾ ਪਾਏ ਸਕਿਓ ਅਨਭੇਦ ਕੋ, ਖੇਦਤ ਹੈ ਅਨਛੇਦ ਪਕਾਰੇ। ਭੇਦ ਨਾ ਪਾਏ ਸਕਿਓ ਅਨਭੇਦ ਕੋ, ਜਿਹਦਾ ਭੇਦ ਹੀ ਨਹੀਂ ਕਿਸੇ ਨੇ ਹੈਗਾ, ਕਿਸੇ ਨੇ ਉਹਦਾ ਭੇਦ ਪਾਇਆ ਵੀ ਹੈ ਨਹੀਂ। ਭੇਦ ਨਾ ਪਾਏ ਸਕਿਓ, ਨਹੀਂ ਪਾਇਆ ਜਾ ਸਕਦਾ ਭੇਦ, ਕੋਈ ਨਹੀਂ ਪਾਇਆ ਜਾ ਸਕਦਾ ਸਕਿਆ ਭੇਦ, ਇਸ ਕਰਕੇ ਅਨਭੇਦ ਹੈ। ਅਨਭੇਦ ਕੋ ਖੇਦਤ ਹੈ ਅਨਛੇਦ ਪਕਾਰੇ। ਖੇਦਤ ਹੈ, ਖੇਦ ਮਤਲਬ ਹੈ ਬੜੇ ਦੁਖੀ ਹੋ ਗਏ ਲੋਕ, ਲੱਭ ਲੱਭ ਕੇ ਦੁਖੀ ਹੋ ਗਏ। ਖੇਦ ਹੋਣਾ, ਦੁਖੀ ਹੋਣਾ। ਅਨਛੇਦ ਥੱਕ ਗਏ, ਥੱਕ ਗਏ ਮਤਲਬ ਨਿਰਾਸ਼ ਹੋ ਗਏ ਕਹਿ ਲੋ। ਅਨਛੇਦ ਪੁਕਾਰੇ, ਇਹ ਕਹਿ ਕੇ ਕਿ ਤੂੰ ਅਨਛੇਦ ਹੈ, ਤੇਰੀ ਉਬੜਿਆਈ ਕਰ ਕਰਕੇ ਥੱਕ ਕੇ, ਪਰ ਨਹੀਂ ਕਿਸੇ ਨੂੰ ਮਿਲਿਆ ਨਹੀਂ। ਅਨਛੇਦ ਪੁਕਾਰੇ, ਅਨਛੇਦ ਪੁਕਾਰ ਪੁਕਾਰ ਕੇ। ਰਾਗ ਨਾ ਰੂਪ ਨਾ ਰੇਖ ਨਾ ਰੰਗ ਨਾ ਸਾਕ ਨਾ ਸੋਗ ਨਾ ਸੰਗ ਤਿਹਾਰੇ। ਆ ਦੇਖੋ ਹੁਣ ਇੱਕ ਗੱਲ ਹੋਰ ਕਹਿਤੀ, ਸੰਗ ਤਿਹਾਰੇ ਕਹਿੰਦੇ ਤੁਹਾਡੇ ਨਾਲੇ ਹੈ। ਜਿਹਨੂੰ ਅਸੀਂ ਕਹਿ ਕੇ ਆਏ ਰਾਗ ਨਹੀਂ, ਰੰਗ ਨਹੀਂ, ਰੂਪ ਨਹੀਂ, ਰੇਖ ਨਹੀਂ, ਉਹ ਤਾਂ ਤੁਹਾਡੇ ਨਾਲ ਹੈ, ਬਾਹਰ ਨਹੀਂ ਹੈ ਕਿਤੇ। ਸੰਗ ਤਿਹਾਰੇ ਅਖੀਰ ਚੋਰੇ ਕੋ ਦੱਸ ਗਏ। ਉਹ ਜਿਹਨੂੰ ਹੁਣ ਤੇ ਸਾਰਾ ਗਾਇਨ ਕੀਤਾ ਨਾ, ਪਿੱਛੇ ਤੇ ਲੈ ਕੇ ਸ਼ੁਰੂ ਤੇ ਲੈ ਕੇ ਜਿਹਦਾ ਸਾਰਾ ਕਥਾ ਕੀਤੀ ਹੈ, ਉਹ ਸੰਗ ਤਿਹਾਰੇ, ਉਹ ਤੁਹਾਡੇ ਨਾਲ ਹੈ। ਉਹ ਪ੍ਰਾਤਮਾ ਹੀ ਹੈ, ਉਹਦੇ ਚਾਨਣ ਨਾਲੇ ਅੰਦਰ ਚਾਨਣ ਹੁੰਦਾ, ਉਹੀ ਤਾਂ ਤੁਹਾਡੇ ਨਾਲ ਆ। ਕਹਿੰਦੇ ਸੰਗ ਤਿਹਾਰੇ, ਰਾਗ ਨਾ, ਉਹੀ ਤਾਂ ਅੰਤਰਾਤਮਾ ਦੀ ਆਵਾਜ਼ ਹੈ। ਰੂਪ ਨਾ ਰੇਖ ਨਾ ਰੰਗ ਨਾ ਸਾਕ ਨਾ ਸੋਗ ਨਾ ਸੰਗ ਤਿਹਾਰੇ। ਤੁਹਾਡੇ ਨਾਲ ਹੀ ਆ, ਉਹੀ ਤਾਂ ਤੁਹਾਡੇ ਨਾਲ ਹੈ। ਉਹਦੇ ਦੀ ਸਾਰੀ ਗੱਲ ਕਰੀਏ, ਉਹੀ ਤੁਹਾਡੇ ਨਾਲ ਹੈ, ਸੰਗ ਤਿਹਾਰੇ। ਆਦ ਅਨਾਦ ਦੀ ਅਗਾਧ ਅਭੇਖ ਅਦਵੈਖ ਜਪਿਓ ਤੇ ਕੋਈ ਮੁੜ ਕੇ ਤਾਰੇ ਜਾਗੋ ਕਹਤਾ। ਔਰ ਆਦ ਅਨਾਦ ਅਗਾਧ ਅਭੇਖ ਅਦਵੈਖ ਜਪਿਓ ਤੇ ਨਹੀਂ ਕੁੱਲ ਤਾਰੇ। ਆ ਦੇਖ, ਜਿਹੜਾ ਆਦ ਹੈ, ਸਭ ਦਾ ਆਦ ਹੈ, ਜਿਹਨੇ ਜਪ ਲਿਆ। ਆਦ ਅਨਾਦ ਦੀ ਅਨਾਦੀ ਹੈ, ਅਨਾਦੀ ਵੀ ਉਹਦਾ ਆਪਣਾ ਕੋਈ ਆਦ ਨਹੀਂ। ਸ੍ਰਿਸ਼ਟੀ ਦਾ ਆਦ ਤਾਂ ਹੈ, ਆਪਣਾ ਆਦ ਨਹੀਂ ਉਹਦਾ ਕੋਈ, ਅਨਾਦੀ ਹੈ। ਅਗਾਧ ਹੈ, ਬੁੱਧੀ ਤੋਂ ਪਰੇ ਹੈ। ਅਭੇਖ, ਭੇਖ ਕੋਈ ਹੈ ਨਹੀਂ, ਸਰੀਰ ਹੈ ਨਹੀਂ। ਅਦਵੈਖ, द्वेष भावना वो है नहीं। जपे उते नहीं कुल तारे, ਉਹਨੂੰ ਸਮਝ ਲਿਆ ਜੀ ਚੈਨੇ ਗੁਣ ਨੇ, ਉਹਨੇ ਸਾਰੇ ਆਪਣੇ ਕੁਲ ਤਾਰਤੇ।
ਉਹਨੇ ਆਪਣੀ ਕੁੱਲ ਨੂੰ ਤਾਰ ਲਿਆ, ਸਾਰੇ ਕੁੱਲ ਨੂੰ ਦੱਸ ਦੂਗਾ ਉਹ, ਫਿਰ ਵੀ ਆਹ ਹੁੰਦਾ ਕੀ ਹੈ, ਉਹ ਸਾਰਾ ਰਾਜ ਦੱਸ ਦੂ। ਤਰ ਗਏ ਸਾਰੇ, ਜਿਹੜੇ ਸਮਝ ਲੈਣਗੇ ਉਹ ਤਰ ਜਾਣਗੇ, ਜਿਹੜੇ ਜਾਣ ਲੈਣਗੇ ਉਹ ਤਰ ਜਾਣਗੇ। ਤੀਰਥ ਕੋਟ ਕੀਏ ਇਸ਼ਨਾਨ, ਤੀਰਥ ਕੋਟ ਕੀਏ ਇਸ਼ਨਾਨ, ਤੀਰਥ ਕੋਟ ਕੀਏ ਇਸ਼ਨਾਨ, ਕਰੋੜਾਂ ਤੀਰਥਾਂ ਦੇ ਇਸ਼ਨਾਨ ਕੀਤੇ ਹੁਣ, ਚਾਹੇ ਦੀਏ ਬਹੁ ਦਾਨ, ਬੜੇ ਦਾਨ ਵੀ ਦਿੱਤੇ, ਮਹਾਵਰਤ ਧਾਰੇ, ਬੜੇ ਬੜੇ ਵਰਤ ਵੀ ਬਹੁਤ ਰੱਖੇ, ਮਹਾਵਰਤ ਰੱਖੇ, ਕਈ ਕਈ ਦਿਨ ਦੇ ਵਰਤ ਰੱਖੇ ਲਗਾਤਾਰ। ਰੋਜੇ ਵੀ ਤਾਂ ਰੱਖਦੇ ਨੇ, ਮਹੀਨਾ ਰੱਖਦੇ ਨੇ ਵਿਚਾਰੇ, ਔਖਾ ਹੀ ਹੈ ਨਾ, ਮਹੀਨਾ ਗਰਮੀ ਦਾ ਹੁੰਦਾ, ਬਹੁਤ ਔਖਾ ਹੋ ਜਾਂਦਾ, ਚਾਹੇ ਮਰ ਜਾਣ ਪਾਣੀ ਨਹੀਂ ਪੀਂਦੇ ਹੋ। ਮਹਾਵਰਤ ਧਾਰੇ, ਦੇਸ ਫਿਰਿਓ ਕਰ ਭੇਸ ਤਪੋ ਧਨ, ਧਨ ਕੇ ਸਦਰੇ ਨ ਮਿਲੇ ਹਰ ਪਿਆਰੇ। ਦੇਸ ਫਿਰਿਓ ਕਰ ਭੇਸ, ਦੇਸ ਫਿਰਿਓ ਕਰ ਭੇਸ ਤਪੋ, ਧਨ ਕੇ ਸਦਰੇ ਨ ਮਿਲੇ, ਧਨ ਕੇ ਸਦਰੇ ਨ ਮਿਲੇ ਹਰ ਪਿਆਰੇ। ਧਨ ਕੇ ਸਦਰੇ, ਧਨ ਦੇ ਵਾਸਤੇ ਸਦਰ, ਧਨ ਦੀ ਇੱਛਾ ਸੀ, ਧਨ ਦੀ ਮਾਇਆ ਦੀ। ਦੇਸ਼ ਦੇ ਚ ਫਿਰਦਾ ਰਿਹਾ, ਘੁੰਮਦਾ, ਤਪਸਵੀ ਦਾ ਭੇਸ ਬਣਾ ਕੇ, ਸੰਤ ਦਾ ਭੇਸ ਧਾਰਨ ਕਰਕੇ। ਇੱਛਾ ਕੀ ਸੀ? ਇੱਛਾ ਸੀ ਧਨ ਦੀ, ਦੌਲਤ ਦੀ, ਜਿਵੇਂ ਸੰਤ ਤੁਰੇ ਫਿਰਦੇ ਨੇ ਵੱਟ ਵੱਟ। ਸਦਰ ਕੀ ਸੀ? ਧਨ ਕੇ ਸਦਰੇ, ਪੈਸਿਆਂ ਕਰਕੇ ਬੜੇ ਬੜੇ ਡੇਰੇ ਬਣਾਏ ਨੇ, ਆ ਕੇ ਇਕੱਠੇ ਕਰਕੇ। ਉਹ ਸੱਚਖੰਡ ਹੈ ਵੀ ਤੁਸੀਂ ਇੱਥੇ ਡੇਰਾ ਬਣਾਉਂਦੇ ਹੋ, ਇੱਥੇ ਰਹਿਣਾ ਤੁਸੀਂ। ਉਹ ਡੇਰੇ ਤੁਸੀਂ ਕਾਸ ਨੂੰ, ਜਾਂ ਤਾਂ ਤੁਸੀਂ ਰਹਿਣਾ ਚਾਹੁੰਦੇ ਹੋ ਇੱਥੇ ਹੀ, ਇੱਥੇ ਨਹੀਂ ਬਹੁਤਾ ਚਿਰ ਰਹਿਣ ਦੇਣਾ ਤੁਹਾਨੂੰ ਕਿਸੇ ਨੂੰ, ਉਨੇ ਸਾਹ ਵਾਲਿਆਂ ਨੇ ਵੱਧ ਨਹੀਂ, ਇੱਕ ਵੀ ਸਾਹ ਲੈਣ ਦੇਣਾ। ਪਿੱਛੋਂ ਲੜਾਈ ਪੜਾਈ ਜ਼ਰੂਰ ਛਿੜਪੂਗੀ ਚੇਲਿਆਂ 'ਚ, ਜਾਇਦਾਦ ਬਣਾ ਲਓ ਤਾਂ ਲੜਾਈ ਛਿੜਪੂ, ਲੜਾਈਆਂ ਹੀ ਛਿੜਦੀਆਂ ਨੇ ਪਿੱਛੋਂ, ਹੋਰ ਕੀ ਹੁੰਦਾ ਇੱਥੇ। ਤਨ ਕੇ ਸਦਰੇ ਨੂੰ ਮਿਲੇ ਹਰ ਪਿਆਰੇ, ਉਹ ਜਿਹੜਾ ਲੈ ਕੇ ਚੇਲਿਆਂ ਨੂੰ ਦੇਣਾ ਤਾਂ ਹਰ ਪਿਆਰਾ, ਉਹ ਤਾਂ ਮਿਲਿਆ ਨਹੀਂ। ਜੋ ਉਹਨਾਂ ਨੂੰ ਦੇਣਾ ਸੀ ਉਹ ਤਾਂ ਮਿਲਿਆ ਨਹੀਂ, ਹੋਰ ਇਹ ਸਿਆਪਾ ਛੇੜਤਾ, ਉਹਨਾਂ ਨੂੰ ਮਾਇਆਧਾਰੀ ਬਣਾਤਾ। ਸੰਤ ਕਾਹਦਾ ਬਣਾਤਾ ਸੀ, ਤਾਂ ਉਹਨਾਂ ਨੂੰ ਮਾਇਆਧਾਰੀ ਬਣਾਤਾ। ਇਹ ਤੋਂ ਇਲਾਵਾ ਹੋਰ ਕਰ ਕੀ ਰਹੇ ਨੇ? ਹੋਰ ਕੀ ਕਰ ਰਹੇ ਨੇ? ਜਿੰਨੇ ਡੇਰੇ ਨੇ ਕੀ ਕਰ ਰਹੇ ਨੇ? ਇਹੀ ਕੋ ਕਰ ਰਹੇ। ਤਨ ਕੇ ਸਦਰੇ न मिले हर प्यारे, जिन्ना चਿਰ धन की इच्छा अंदर है हर प्यारा नहीं मिल सकता। माया की तो भुख था, माया के नाम की तो भुख जागी हुई नहीं, सच्चे नाम की तो भुख लगी हुई नहीं, भुख तो माया की है। पेज बना लिया संत का, तुरया फिरदा बाहर, इच्छा की है? इच्छा माया की। धन के सदरे न मिले हर प्यारे, जिन्हां दे अंदर धन की सदर रही है उन्होंने हर प्यारा नहीं मिलिया, किसी भी संत नूं नहीं मिलिया जिहड़े आए हुण होए ने मायाधारी। जे हुंदा तां उन्हां दे चेलियां कोल दस जांदे, समझा जांदे भी आ हुंदी है गल। ये जो मर्जी कही जाण महापुरुष, जो मर्जी झूठ बोली जाण, गुरबाणी दे विचों साबित करन है। जिहड़ी गल नूं असीं मनदे हो जो साबित करन भी की तो उन्हां कोल ज्ञान सी, की उन्हां नूं गुरमत दा ज्ञान सी, तुहानूं दित्ता की उन्हां ने? हाँ ये दिता भी लोगों को बेवकूफ बना के उन्होंने जेब किवें कट्टणी, ये दिता, ये कोल तुहाडे कोल है। चेले हुण भी ने जेब, हुण भी उन्हां दी, तुहाडे हत्थ तुहाडा जेब उन्हां दी है। जिन्ने तुसीं मंग लोगे उन्हें देने पैणे ने, जेब उन्हां दी, हत्थ तुहाडा। ये गल है, ये मास्टरी तुहाडे कोल है। चाहे उन्होंने डरा के, चाहे कुछ करके, चाहे झूठ बोल के, चाहे उन्होंने इमोशनल करके, किवें भी करके, ये टैक्नीक तुहाडे कोल हैगी है। यही हो सिखा के गए ने तुहानूं। तन के सदरे न मिले हर प्यारे। आसन कोट करे अष्टांग, धरे बहु न्यास करे मुख कारे। आसन कोट करे, करोड़ां किस्म के आसन ने। कोट आसन की गल है, जिहड़े योगा अभ्यास दे आसन ने। अष्टांग, अष्टांग होंदा 8 प्रकार का, एक अष्टांग योग है, 8 पक्षों तो जुड़ना, वो भी अष्टांग योग की है। आ गुरबाणी अष्टांग योग है, असल 8 गुण धारण करने। परमेश्वर निर्वैर है, निर्वैर हो जाना, आपे जुड़ गया उत्थे।
ਨਿਰਵੈਰ ਚ ਨਿਰਵੈਰ ਜੁੜ ਗਿਆ ਨਾ, ਉਹ ਨਿਰਭਉ ਹੈ, ਨਿਰਭਉ ਹੋ ਜਾਣਾ ਜੁੜ ਗਿਆ ਉੱਥੇ। ਅਕਾਲ ਮੂਰਤ ਉਹ ਅਕਾਲ ਮੂਰਤ ਹੋ ਜਾਣਾ ਜੁੜ ਗਿਆ ਉੱਥੇ। ਅਜੂਨੀ ਉਹ ਅਜੂਨੀ ਹੋ ਜਾਣਾ ਜੁੜ ਗਿਆ ਉੱਥੇ। ਇਹ ਸਟਾਰ ਓਂਕਾਰ ਉਹ ਓਂਕਾਰ ਹੋ ਜਾਣਾ ਜੁੜ ਗਿਆ ਉੱਥੇ। ਓਂਕਾਰ ਕੀ ਹੁੰਦਾ? ਓਂਕਾਰ ਹੁੰਦਾ ਇੱਕ ਹੋਏ ਤਾਂ ਉਗਵੇ ਜਾ, ਉਗਵਦਾ ਓਂਕਾਰ ਹੋ ਜਾਂਦਾ। ਜਦ ਇੱਕ ਹੁੰਦਾ ਉਹ ਹੈ, ਦੇਖੋ ਜਦ ਇੱਕ ਹੋ ਜਾਂਦਾ ਨਾ ਚੁੱਪ ਹੁੰਦਾ ਜਿੰਨਾ ਚਿਰ ਉਹ ਹੈ। ਜਦ ਬੁਲਾਇਆ ਬੋਲਦਾ ਇੱਕ ਹੋਏ ਤਾਂ ਉਗਵੇ, ਫਿਰ ਆਕਾਰ ਬਣ ਜਾਂਦਾ ਇਹਦਾ, ਫਿਰ ਓਂਕਾਰ ਹੋ ਜਾਂਦਾ। ਇੱਕ ਨਹੀਂ ਬਣਿਆ ਜਾਂ ਇੱਕ ਹੋ ਗਿਆ ਕੀ ਬਣ ਗਿਆ? ਓਂਕਾਰ। ਇੱਕ ਕੀ ਬਣ ਗਿਆ? ਓਂਕਾਰ। ਇੱਕ ਅੱਡ ਹੈ, ਇੱਕ ਦਾ ਹੀ ਓਂਕਾਰ ਬਣੇ, ਉਹੀ ਸਤਨਾਮ ਬਣੇ। ਸਤਨਾਮ ਸੱਚ ਦਾ ਗਿਆਨ ਹੈ ਉਹਦੇ ਕੋਲ। ਕਰਤਾ ਪੁਰਖ ਹੈ, ਕਰਤਾ ਵੀ ਹੈ ਪੁਰਖ ਵੀ ਹੈ, ਸ਼ਬਦ ਦੇ ਵਿੱਚ ਸਮਾ ਗਿਆ, ਸ਼ਬਦ ਦਾ ਰੂਪ ਜੋ ਹੋ ਗਿਆ, ਸ਼ਬਦ ਕਰਤਾ ਪੁਰਖ ਹੈ। ਇਹ ਅਸ਼ਟਾਂਗ ਯੋਗ ਹੈ 8 ਪ੍ਰਕਾਰ ਦਾ। ਆਸਨ ਕੋਟ ਕਰੇ ਅਸ਼ਟਾਂਗ, ਹਾਂ ਧਰੇ ਬਹੁ ਹੋਰੇ ਪਾਸੇ ਲੈ ਕੇ ਗੱਲ ਨੂੰ ਅਸ਼ਟਾਂਗ। ਹਾਂ ਧਰੇ ਬਹੁ ਨਿਆਸ ਕਰੇ ਮੁਖ ਕਰ। ਇਹੀ ਅਸ਼ਟਾਂਗ ਕੀ ਕਾਇਆ ਇਹਦੀ, ਇਹ ਕਾਇਆ ਅਸ਼ਟਾਂਗ ਦੀ ਹੈ। ਕਰੇ ਅਸ਼ਟਾਂਗ ਧਰੇ ਬਹੁ ਨਿਆਸ ਕਰੇ ਮੁਖ ਕਰੇ। ਬਹੁ ਨਿਆਸ ਧਰੇ ਕੀ ਹੋਇਆ? ਮਨ ਕਾਲਾ ਹੋ ਗਿਆ ਸਗੋਂ, ਕਰੇ ਮੁਖ ਕਰ। ਮਨ ਤਾਂ ਕਾਲਾ ਹੋ ਗਿਆ, ਫਾਇਦਾ ਕੀ ਹੋਇਆ? ਕਰਨਾ ਦੇ ਮਨ ਜੱਟਾ ਛਾ ਗਈ ਅੰਦਰ ਅਗਿਆਨਤਾ, ਛਾ ਗਿਆ ਅੰਦਰ ਪਰਮ ਮੈਂ ਧਰਮ ਕਰਦਾ, ਪਰਮ ਛਾ ਗਿਆ ਸਗੋਂ ਕਰੇ ਮੁਕਾਰੇ, ਸਗੋਂ ਕਾਲਾ ਮੂੰਹ ਕਰ ਲਿਆ। ਜੇ ਕੰਮ ਖਾਤਰ ਜੋ ਕਰਿਆ ਸੀ ਉਹ ਤਾਂ ਮਿਲਿਆ ਹੀ ਨਾ, ਫਿਰ ਕਾਲਾ ਹੀ ਹੈ ਨਾ। ਹਾਂਜੀ ਦੀਨ ਦਿਆਲ ਅਕਾਲ ਭਜੇ ਬਿਨ, ਅੰਤ ਕੋ ਅੰਤ ਕੇ ਧਾਮ ਸੁਧਾਰੇ। ਦੀਨ ਦਿਆਲ ਅਕਾਲ, ਅਕਾਲ ਆ ਗਿਆ ਹੁਣ ਇੱਥੇ। ਦੀਨ ਦਿਆਲ ਅਕਾਲ ਹੈ, ਉਹਦੇ ਨਾਲ ਜੁੜੇ ਤੇ ਬਿਨਾਂ ਭਜਨ ਦਾ ਮਤਲਬ ਜੁੜਨਾ। ਜੇ ਆਪ ਅਕਾਲ ਨਹੀਂ ਹੋਇਆ ਤਾਂ ਅਕਾਲ ਨਾਲ ਜੁੜ ਨਹੀਂ ਸਕਦਾ। ਦੀਨ ਦਿਆਲ ਅਕਾਲ, ਅਕਾਲ ਅੰਦਰਲਾ ਅਕਾਲ ਹੈ। ਅੰਦਰ ਹੈ ਜਿਹੜਾ ਪ੍ਰਾਤਮਾ ਉਹ ਅਕਾਲ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਅਬਨਾਸ਼ੀ ਪੁਰਖ ਹੈ ਸਭ ਮੇਰੇ ਸਮਾਏ। ਸਤਿਗੁਰ ਦੇ ਵਿੱਚ ਲੀਨ ਹੋਣਾ, ਅੰਦਰਲੇ ਦੇ ਵਿੱਚ ਆਪਣੇ ਚ, ਆਪਣੇ ਅੰਦਰ ਹੀ ਲੀਨ ਹੋਣਾ। ਕਿਤੇ ਬਾਹਰ ਲੀਨ ਹੋਣ ਦੀ ਗੱਲ ਨਹੀਂ ਹੈ ਗੁਰਬਾਣੀ ਕਰਦੀ। ਇੱਕ ਹੋਣਾ, ਅੱਧੇ ਨੇ ਅੱਧੇ ਦੇ ਵਿੱਚ ਲੀਨ ਹੋ ਜਾਣਾ, ਸਰੀਰ ਛੱਡ ਦੇਣਾ, ਆਪਣੇ ਮੂਲ ਦੇ ਵਿੱਚ ਲੀਨ ਹੋ ਜਾਣਾ, ਤਾਂ ਹੀ ਕਹੂਗਾ। ਅੰਦਰਲਾ ਜੀ ਚ ਲੀਨ ਹੋਣਾ ਉਹ ਅਕਾਲ ਹੈ, ਉਹ ਨਹੀਂ ਵਰਦਾ ਹੈ। ਦੀਨ ਦਿਆਲ ਅਕਾਲ ਭਜੇ ਬਿਨ, ਜਦ ਸਰੀਰ ਛੱਡਦਾ ਉਹੀ ਹੈ ਹੰਸ ਅੱਗੇ, ਅੱਗੇ ਹੰਸ ਅਕੇਲਾ, ਹੰਸ ਨਹੀਂ ਵਰਦਾ ਹੁੰਦਾ, ਬਗਲਾ ਹੀ ਮਰਦਾ। ਅੰਤ ਕੋ ਅੰਤ ਕੇ ਧਾਮ ਸੁਧਾਰੇ। ਅੰਤ ਕੋ ਅੰਤ ਕੇ ਧਾਮ ਸੁਧਾਰੇ। ਉਹ ਤੇ ਜੁੜੇ ਤੇ ਬਿਨਾ ਤੇ ਅੰਤ ਕੋ ਅੰਤ ਕੇ ਧਾਮੇ ਸੁਧਾਰਨਾ, ਫਿਰ ਮਾਇਆ ਚ ਆ ਜਾਊਗਾ, ਫਿਰ ਮਰ ਜਾਊਗਾ। ਅੰਤ ਕਾ ਧਾਮ ਹੈ ਉਹ, ਅਨੰਤ ਕਾ ਧਾਮ ਹੋ ਰਿਹਾ, ਅੰਤ ਕਾ ਧਾਮ ਹੋ ਰਿਹਾ। ਕਾਲ ਦੇ ਜਿਹੜਾ ਕਾਲ ਦੇ ਵਸੇ ਰਿਹਾ, ਕਾਲ ਦੇ ਵਿੱਚ ਚਲਾ ਗਿਆ, ਕਾਲ ਦਾ ਗ੍ਰਾਸ ਬਣ ਗਿਆ, ਕਾਲ ਦੇ ਮੂੰਹ ਚਲਾ ਗਿਆ। ਇਹ ਅੰਤ ਕਾ ਧਾਮ ਹੈ, ਸ੍ਰਿਸ਼ਟੀ ਆ ਅੰਤ ਕਾ ਧਾਮ ਹੈ। ਸੱਚਖੰਡ ਅਨੰਤ ਕਾ ਧਾਮ ਹੈ, ਉਹਦਾ ਅੰਤ ਨਹੀਂ ਹੈ। ਅੰਤਰਾ ਪਾਰਾ ਬਾਰਾ, ਉਹਦਾ ਜਿਹਦਾ ਅੰਤ ਨਹੀਂ ਉਹ ਅਨੰਤ ਕਾ ਧਾਮ ਹੈ, ਅੰਤ ਕਾ ਧਾਮ ਹੈ। ਜਿਹੜੇ ਵੇਦਾਂਤੀ ਨੇ ਇੱਥੇ ਰਹਿੰਦੇ ਨੇ, ਅੰਤ ਕਾ ਧਾਮ ਹੈ ਨਾ। ਵੇਦਾਂਤ ਨਹੀਂ ਜਾ ਸਕਦੇ ਉੱਥੇ, ਇਹ ਤਾਂ ਅੰਤ ਕਾ ਧਾਮ, ਅੰਤ ਕੇ ਧਾਮ ਦੇ ਅੰਦਰ ਰਹਿਣਗੇ। ਮਾਇਆ ਦੇ ਵਿੱਚ, ਮਾਇਆ ਦੇ ਬਾਹਰ ਕਿਵੇਂ ਚਲੇ ਜਾਣਗੇ? ਮਾਇਆ ਦੇ ਬਾਹਰ ਦਾ ਰਸਤਾ ਨਹੀਂ ਪਤਾ ਉਹਨਾਂ ਨੂੰ ਕੀ ਹੁੰਦਾ। ਨਾ ਵੇਦਾਂਤੀ ਰਾਜ ਦੇ ਕਿਸੇ ਨੇ ਦੱਸਿਆ, ਨਾ ਉਹਨਾਂ ਦੇ ਗ੍ਰੰਥ ਵਿੱਚ ਹੈਗਾ। ਹਾਂ ਅੰਤ ਕੇ ਧਾਮ ਦਾ ਪਤਾ ਉਹਨਾਂ ਨੂੰ। ਕਵਿਤ ਤਉ ਪ੍ਰਸਾਦ ਕਵਿਤ, ਅਤਰ ਕੇ ਚਲਈਆ ਛਿਤ ਛਤਰ ਕੇ ਧਰਈਆ। ਛਤਰ ਧਾਰਿਓ ਕੇ ਛਲਈਆ, ਮਹਾ ਛਤਰਨ ਕੇ ਸਾਲ ਹੈ। ਕੌਣ ਹੈ ਉਹ ਜਿਹਦੇ ਪਿੱਛੇ ਗੱਲ ਚੱਲਦੀ ਹੈ, ਉਸੇ ਦੀ ਗੱਲ ਗਾਂ ਚੱਲਦੀ ਹੈ। ਅਤਰ ਕੇ ਚਲਈਆ, ਅਸਤਰ, ਅਤਰ ਹੁੰਦਾ ਅਸਤਰ। ਅਸਤਰ ਹੁੰਦਾ ਹੈ ਦੂਰੋਂ ਮਾਰਨ ਵਾਲਾ ਹਥਿਆਰ। ਜੋ ਚੱਕਰ ਹੈ, ਤੀਰ ਹੈ, ਇਹ ਅਸਤਰ ਹੈ। ਤਲਵਾਰ ਹੈ, ਸ਼ਸਤਰ ਹੈ। ਨੇਜਾ ਹੈ, ਸ਼ਸਤਰ ਹੈ। ਅਤਰ ਹੁੰਦਾ ਅਸਤਰ।
ਜਿਵੇਂ ਚੱਕਰ ਚਲਾਏ ਦਿਓ ਕਰਤੇ ਸਿਰ 70 ਕੋ ਮਾਰ ਜੁਦਾ ਕਰ ਦੀਨੋ। ਸ਼ਬਦ ਜਿਹੜਾ ਹੈ ਅਤਰ ਹੈ, ਜਿਹੜਾ ਮੂੰਹ ਤੋਂ ਬੋਲਿਆ ਸ਼ਬਦ ਹੈ ਨਾ ਬਾਣੀ, ਇਹ ਅਤਰ ਹੈ, ਅਸਤਰ ਹੈ। ਜਿਹੜਾ ਉਹ ਅੰਦਰਲਾ ਸ਼ਬਦ ਹੈ ਉਹ ਸ਼ਸਤਰ ਹੈ, ਉਹ ਅਸਤਰ ਨਹੀਂ ਹੈ, ਉਹ ਸਪਰਸ਼ੇ ਹੋਊਗਾ। ਇਹ ਬੋਲਣ ਵਾਲਾ ਦੂਰ ਬੈਠਾ, ਇਹ ਸ਼ਬਦ ਜਾਊਗਾ। ਕਮਾਂਡ ਚੋਂ ਤੀਰ ਜਾਊ ਨਾ ਨਿਕਲ ਕੇ, ਕਮਾਂਡ ਤਾਂ ਨਹੀਂ ਜਾਂਦੀ ਨਾਲ, ਸ਼ਬਦੇ ਜਾਊ ਨਾ। ਤਨ ਕੇ ਜਿਹੜਾ ਆਇਓ ਸਤਕਾ ਜਾਂ ਸੰਧਾ ਬਾਣ ਜਸ ਜਾਊਗਾ ਨਾ, ਬਾਣੇ ਜਾਊਗਾ ਨਾ, ਬਸ ਸ਼ਬਦੇ ਜਾਊ ਨਾ ਬੋਲਿਆ ਹੋਇਆ, ਉਹਦਾ ਨਹੀਂ ਸ਼ਬਦ ਚੱਲਦਾ, ਉਹ ਸਪਰਸ਼ ਦਿੰਦਾ। ਜਦ ਅਸੀਂ ਤਲਵਾਰ ਮਾਰਦੇ, ਤਲਵਾਰ ਨਾਲ ਜਾ ਕੇ ਟੱਚ ਕਰਦੀ ਹੈ ਕਿ ਨਹੀਂ, ਹੱਥ ਵੀ ਨਾਲੇ ਜੁੜਿਆ ਹੁੰਦਾ, ਦੂਰੋਂ ਨਹੀਂ ਫੈਂਕੀ ਹੋਈ ਤਲਵਾਰ, ਸ਼ਬਦ ਦੂਰੋਂ ਫੈਂਕੀ ਹੋਈ ਚੀਜ਼ ਹੈ। ਉਪਦੇਸ਼ ਜਿਹੜਾ ਹੈਗਾ ਨਾ, ਇਹ ਗੁਰੂ, ਇਹ ਜਿਹੜਾ ਮੂੰਹ ਨਾਲ ਬੋਲਿਆ, ਇਹ ਅਸਤਰ ਹੈ। ਅਤਰ ਕੇ ਚਲਈਆ, ਛਿਤ ਛਤਰ ਕੇ ਧਰਈਆ, ਛਿਤ ਛਤਰ ਕੇ ਧਰਈਆ। ਇਹ ਕੌਣ ਹੈ? ਗੁਰਮੁਖੀ ਦੀ ਗੱਲ ਹੈ ਇੱਥੇ ਚਲਦੀ। ਛਿਤ ਛਤਰ ਕੇ ਧਰਈਆ, ਛਿਤ ਛਤਰ ਕੇ ਧਰਈਆ। ਇੱਥੇ ਪ੍ਰਿਥਵੀ ਧਰਤੀ ਤੇ ਆ ਕੇ ਜਿਹੜੇ ਛਤਰਧਾਰੀ ਨੇ, ਜਿਹਨਾਂ ਸਿਰ ਤੇ ਰਾਜ ਹੈ, ਜਾਂ ਜਿਹੜੇ ਗੁਰੂ ਬਣ ਕੇ, ਐ ਸਮਝ ਲਓ, ਉਹ ਵੀ ਛਤਰ ਕੇ ਧਰਈਆ ਹੀ ਹੁੰਦੇ ਨੇ। ਹਾਥੀਆਂ ਦੇ ਜਿਹੜੇ ਫਿਰਦੇ ਹੁੰਦੇ ਨੇ ਗੁਰੂ ਸਾਰੇ ਇਹਨਾਂ ਦੇ, ਆਪਣੇ ਵੀ ਕਲਗੀਆਂ ਲਾਉਂਦੇ ਸੀ, ਤਾਂ ਹੀ ਲਾਉਂਦੇ ਸੀ, ਉਹ ਛਤਰੇ ਹੁੰਦਾ। ਛਿਤ ਛਤਰ ਕੇ ਧਰਈਆ, ਛਿਤ ਛਤਰ ਕੇ ਧਰਈਆ, ਛਤਰ ਧਾਰਿਓ ਕੇ ਛਤਰ ਧਾਰਿਓ ਕੇ ਛਲਈਆ। ਉਹ ਜਿਹੜੇ ਛਤਰ ਧਾਰੀ ਹੁੰਦੇ ਨੇ, ਛਤਰ ਪਹਿਨਣ ਵਾਲੇ, ਉਹਨਾਂ ਨੂੰ ਵੀ ਛੱਡ ਲੈਂਦਾ। ਉਹ ਸਰਦਾਰ ਨੂੰ ਛੱਡਦੇ ਨੇ, ਉਹਨਾਂ ਨੂੰ ਛੱਡ ਲੈਂਦਾ। ਮਹਾ ਛਤਰਨ ਕੇ ਸਾਲ ਹੈ, ਛੜੇ ਹੋਏ ਨੇ। ਜੋ ਛੜੇ ਨਾ ਹੋਏ ਹੁੰਦੇ ਤਾਂ ਮਾਇਆ ਨਾਲ ਛੜੇ ਹੋਏ ਨੇ। ਉਹ ਛੜਈਆ ਕੇ ਉਹਨਾਂ ਮਾਇਆ ਪੈਦਾ ਕੀਤੀ ਉਹਨਾਂ ਵਾਸਤੇ। ਭਾਈ ਮਾਇਆ ਛੜ, ਉਹਨੇ ਆਪਣੀ ਮਾਇਆ ਨਾਲ ਲੋਕਾਂ ਨੂੰ ਛੱਡਣ ਵਾਲੇ ਛੜੇ ਹੋਏ ਨੇ, ਮਾਇਆ 'ਚ ਫਸਾਤੇ, ਮਾਇਆ 'ਚ ਫਸਾਏ ਨੇ ਨਾ, ਛੜ ਲੈ ਫਿਰ ਉਹ ਛੜੇ ਹੋਏ ਨੇ। ਛਤਰ ਧਾਰਿਓ ਕੇ ਬੜੇ ਬੜੇ ਛਤਰ ਧਾਰੀ ਜਿਹੜੇ ਆਪ ਨੂੰ ਸੰਤ ਕਹਾਉਂਦੇ ਨੇ, ਛੜੇ ਹੋਏ ਨੇ, ਮਾਇਆ ਜਿਹੜੇ ਫਸੇ ਹੋਏ ਨੇ। ਆਹ ਕਹਿ ਰਹੇ ਨੇ ਉਹ, ਤਾਂ ਹੀ ਉਹ ਕਹਿ ਰਹੇ ਨੇ ਵੀ ਮੈਨੂੰ ਅਫਸੋਸ ਨਹੀਂ ਹੈ, ਉਹ ਮੈਂ ਛੱਡਿਆ ਦਾ ਸਭ ਕੁਝ। ਜੇ ਮੈਂ ਉੱਥੇ ਫਸ ਜਾਂਦਾ, ਮੈਂ ਛੜਿਆ ਗਿਆ ਸੀ ਅਨੰਦਪੁਰ ਸਾਹਿਬ। ਜੇ ਉਹਨਾਂ ਦੀ ਗੱਲ ਮੰਨ ਲੈਂਦਾ ਨਾ, ਸੱਚ ਛੱਡ ਦਿੰਦਾ ਮਾਇਆ ਕਰਕੇ, ਮੈਂ ਤਾਂ ਛੜਿਆ ਗਿਆ ਸੀ। ਉਹ ਗੱਲ ਤਾਂ ਇੱਥੇ ਦੱਸ ਰਹੇ ਨੇ ਉਹ ਕਿਵੇਂ ਛੜੇ ਜਾਂਦੇ ਨੇ, ਇਹਨੂੰ ਬੜਾ ਪਤਾ ਅਰਥ ਕੀ ਨੇ ਉਹਦੇ। ਉਹ ਸਮਝਦੇ ਨੇ ਛੜਈਆ ਕੀ ਹੈ, ਕੀ ਛੜਈਆ, ਇਹਨਾਂ ਨੂੰ ਬੜਾ ਪਤਾ ਛੜਈਆ ਕੀ ਹੁੰਦਾ। ਇਹਦੇ ਅਰਥ ਕਰਕੇ ਦੱਸ ਦੇਣ। ਜਿਹੜੇ ਬੜੇ ਬੜੇ ਆਪਣੇ ਆਪ ਨੂੰ ਕਹਿੰਦੇ ਹੋਏ ਨੇ ਨਾ ਮਹਾਂਪੁਰਸ਼, ਛਤਰਧਾਰੀ ਕੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤਿੰਨੇ ਛੜੇ ਹੋਏ ਨੇ। ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤਿੰਨੇ ਛੜੇ ਹੋਏ ਨੇ ਮਾਇਆ ਦੇ ਵਿੱਚ। ਇਹ ਤੋਂ ਬੜਾ ਕੌਣ ਹੈ ਫਿਰ? ਛਤਰਧਾਰੀ ਨਹੀਂ ਤਿੰਨੇ, ਸਾਰੇ ਪੂਜਦੇ ਨੇ ਇਹਨਾਂ ਨੂੰ। ਇਹ ਤਾਂ ਮਾਇਆ 'ਚ ਫਸੇ ਨੇ। ਛਤਰਧਾਰੀਆਂ ਕੇ ਛਲਈਆ, ਉਹ ਛਤਰਧਾਰੀਆਂ ਦਾ ਛਲਈਆ ਜਿਹੜਾ ਉਹਨੂੰ ਛੱਡ ਜਵੇ, ਸਮਝੋ ਫਸ ਗਿਆ ਮਾਇਆ 'ਚ। ਜਿਹੜਾ ਉਹਦੇ ਵੱਲ ਨੂੰ ਜਾਂਦਾ, ਮਾਇਆ 'ਚ ਨਹੀਂ ਫਸਦਾ। ਬਚਾਉਂਦਾ ਉਹਨੂੰ ਹੈ ਜਿਹੜਾ ਉਹਦੇ ਵੱਲ ਨੂੰ ਜਾਂਦਾ ਮਾਇਆ ਦੇ ਛੜ ਤੋਂ। ਅਛਾਲਾ ਨਾ ਆਪ, ਜਿਹੜਾ ਉਹਨੂੰ ਰਾਹ ਛੱਡ ਜਾ, ਕਹਾਂ ਮਾਇਆ ਖੜੀ ਹੋ ਕੁਝ ਫਸਾ ਦਿੰਦਾ। ਛਲਈਆ ਉਧਰ ਦਲਦਲ ਹੈ, ਜਿਹੜਾ ਨਾ ਜਾਂਦਾ ਇਸ ਰਸਤੇ ਸੱਚ ਦੇ, ਉਹ ਤਾਂ ਪਹੁੰਚ ਜਾਂਦਾ ਸੱਚ ਤੱਕ। ਜਿਹੜਾ ਜਰਾ ਰਾਹ ਬਦਲ ਗਿਆ ਨਾ, ਉਹ ਦਲਦਲ 'ਚ ਫਸ ਜਾਂਦਾ ਮਾਇਆ ਦੀ। ਇਸ ਕਰਕੇ ਉਹ ਅਮਰਦਾਸ ਜੀ ਪਤਾ ਕੀ ਕਹਿੰਦੇ ਨੇ? ਕਹਿੰਦੇ ਖੰਨਾ ਤਿੱਖੀ ਬਾਲੋਂ ਨਿੱਕੀ ਏਤ ਮਾਰਗ ਜਾਣਾ। ਬਹੁਤ ਬਰੀਕ ਰਸਤਾ ਹੈ, ਉਹ ਉਸ ਲੀਕ ਤੇ ਹੀ ਪੈਰ ਰੱਖੋ, ਖੰਨਾ ਤਿੱਖੀ ਬਾਲੋਂ ਨਿੱਕੀ ਹੈ। ਜੇ ਇੱਧਰ ਉੱਧਰ ਪੈਰ ਰੱਖਦਾ, ਦਲਦਲ 'ਚ ਫਸ ਜਾਓਗੇ। ਬਾਲੋਂ ਨਿੱਕੀ ਪੁਰਸਲਾਤ, ਕੰਨੀ ਨਾ ਸੁਣਿਆ ਏ, ਉਹ ਵੀ ਇਹੀ ਗੱਲ ਕਹਿੰਦਾ। ਉਹ ਤਾਂ ਕੰਨਾਂ ਨੂੰ ਨਹੀਂ ਸੁਣਦੀ ਬਾਣੀ, ਜਿਹਦੇ ਨਾਲ ਜੁੜਨਾ ਅਸੀਂ। ਉਹ ਬਾਣੀ ਨੂੰ ਅੰਦਰੋਂ ਸੁਣ ਕੇ ਉਹਦੇ ਨਾਲ ਜੁੜਨਾ, ਉਹ ਰਸਤਾ ਹੈ ਸੱਚਖੰਡ ਦਾ, ਉਹਦੇ ਨਾਲ ਜੁੜ ਕੇ ਜਾਈਦਾ।
ਢੋਲੀਆਂ ਛਾਣੇ ਕੁੱਟ ਕੇ ਨਹੀਂ ਜਾ ਸਕਦਾ। ਜਿੰਨਾ ਚਿਰ ਬਾਹਰਲੇ ਕੀਰਤਨ ਜੁੜਿਆ ਹੋਇਆ ਇੱਥੇ ਹੀ ਰਹੂਗਾ ਸੰਸਾਰ 'ਚ। ਇਹ ਤਾਂ ਸਾਧਨ ਉੱਥੇ ਜਾਣ ਦਾ ਹੈ। ਇਹ ਤਾਂ ਪਹਿਲਾ ਸਾਧਨ ਹੈ ਸੰਸਾਰ ਨੂੰ ਤੋੜਨ ਦਾ। ਇਹ ਮਾਇਆ ਦਾ ਜੋ ਰਾਗ ਹੈ ਮੂੰਹ ਨਾਲ ਬੋਲਿਆ ਹੋਇਆ ਇਹ ਤਾਂ ਤੋੜਨ ਦਾ ਹੈ ਮਾਇਆ ਨੂੰ। ਇਹ ਤੋੜਨ ਦਾ ਰਾਗ ਬਣਾਇਆ ਤਾਂ ਇਹਦੇ ਤੇ ਲੱਖਾਂ ਰੁਪਏ ਖਰਚ ਕਰਦੇ ਹੋ ਤੁਸੀਂ ਕੀਰਤਨ ਤੇ। ਇਹ ਮਾਇਆ ਦੇ ਆਸਰੇ ਖੜਾ ਤੁਹਾਡਾ ਕੀਰਤਨ। ਜਿਹੜਾ ਮਾਇਆ ਨੂੰ ਤੋੜਨ ਵਾਲਾ ਸੀ ਨਾ, ਮਾਇਆ ਨੂੰ ਤੋੜਨ ਵਾਲਾ ਸੀ ਨਾ ਜਿਹੜਾ ਰਾਗ ਜੋ ਬਾਣੀ ਪੜ੍ਹਦੇ ਹਾਂ ਅਸੀਂ, ਕੀਰਤਨ ਦਾ ਜਿਹਨੂੰ ਕੀਰਤਨ ਵੀ ਕਹਿੰਦੇ ਨੇ, ਜਿਹੜਾ ਮਾਇਆ ਨੂੰ ਤੋੜਨ ਵਾਲਾ ਸੀ ਨਾ ਉਹ ਤਾਂ ਮਾਇਆ ਦੇ ਅਰਥ ਖੜਾ ਹੈ। ਇਹਦਾ 50-50, 20-20, 30-30 ਹਜ਼ਾਰ ਰੁਪਇਆ ਲੈਂਦੇ ਨੇ ਉਹਦਾ। ਤੋੜਨ ਵਾਲਾ ਜੋੜਨ ਵਾਲਾ। ਉਹ ਬਾਜਾ ਚੱਕੀ ਫਿਰਦੇ ਹੋ ਤੁਸੀਂ, ਜਿਹੜੇ ਤੁਸੀਂ ਕੀ ਕਰਦੇ ਰਹੇ ਹੋ? ਤੋੜਦੇ ਰਹੇ ਜੋੜਦੇ ਰਹੇ? ਪਹਿਲਾਂ ਜਵਾਬ ਦਿਓ। ਉਹ ਤਾਂ ਚਿੱਤਰ ਆ ਕੀ ਲਿਖਦਾ ਭਾਈ ਮਾਇਆ ਛਲ ਤੁਹਾਡੇ ਨਾਲ ਛਲ ਹੋਇਆ। ਪਹਿਲਾਂ ਉਹ ਦੇਖ ਲਓ ਅੰਦਰ ਝਾਕ ਕੇ ਛਲ ਹੋਇਆ ਨਹੀਂ ਹੋਇਆ, ਫਿਰ ਹੋਰ ਗੱਲ ਕਰਿਓ। ਜਿਹੜੇ ਆਪ ਛੜੇ ਹੋਏ ਨੇ ਮਾਇਆ ਦੇ, ਉਹ ਸਿੱਖਿਆ ਦੇ ਰਹੇ ਨੇ ਸਾਨੂੰ। ਤੁਸੀਂ ਆਪਣੇ ਛਲ ਤੋਂ ਹੀ ਬਚ ਜਾਂਦੇ। ਤੁਹਾਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਅਸੀਂ ਛੜੇ ਹੋਏ ਹਾਂ। ਅੱਜ ਵੀ ਨਹੀਂ ਸਾਨੂੰ ਪਤਾ ਵੀ ਅਸੀਂ ਛੜੇ ਗਏ। ਅਸੀਂ ਸੇਵਾ ਕਰਦੇ ਹਾਂ ਜੀ, ਸੇਵਾ ਕਰਦੇ ਹਾਂ ਤੁਸੀਂ ਫਰੀ ਦੀ। ਸੇਵਾ ਐ ਕਰੀ ਦੀ ਜਿਵੇਂ ਤੁਸੀਂ ਕਰਦੇ ਹੋ। ਸੇਵਾ ਕਰੀ ਬਾਬੇ ਬੁੱਢੇ ਨੇ ਘਾਹ ਖੋਦ ਕੇ, ਉਹ ਦੀ ਸੇਵਾ। ਹੋਰ ਕਰਦੇ ਰਹੇ ਨੇ ਸਿੰਘ ਸੇਵਾ ਪਿੱਛੇ। ਸੇਵਾ ਐ ਕਰੀ ਦੀ ਜਿਵੇਂ ਤੁਸੀਂ ਕਰਦੇ ਹੋ। ਜੇਬਾਂ ਕੱਢੀਆਂ ਲੋਕਾਂ ਦੀ ਸੇਵਾ ਨਹੀਂ ਹੁੰਦੀ। ਮੱਥ ਕੇ ਪੈਸੇ ਲੈਣੇ, ਤੁਸੀਂ ਮੁਕਰਰ ਕਰਕੇ ਪੈਸੇ ਲੈਣੇ, ਸੇਵਾ ਹੈ। ਵੇਚਦੇ ਹੋ। ਉਹਨਾਂ ਨੂੰ ਕਿਹਾ ਸੀ, ਪੰਡਤ ਵੇਚਦਾ ਸੀ ਗਿਆਨ। ਕੋਈ ਲੜਕਾ ਵੇਚੇ, ਕਬੀਰ ਕਹਿੰਦਾ ਲੜਕੀ ਵੇਚੇ। ਕੋਈ ਗਿਆਨ ਵੇਚਣਾ, ਲੜਕਾ ਵੇਚਣਾ, ਵਿਦਿਆ ਵੇਚਣੀ, ਲੜਕੀ ਵੇਚਣਾ। ਜੇ ਕਿਸੇ ਨੂੰ ਕੀਰਤਨ ਸਿਖਾ ਕੇ ਉਹ ਤੋਂ ਆਪਣਾ ਲਾਭ ਉਠਾਉਣਾ, ਕੀਰਤਨ ਵਿਦਿਆ। ਉਹ ਵਿਦਿਆ ਵੇਚ ਕੇ ਕੋਈ ਕਮਾਈ ਕਰ ਰਹੀ ਹੈ, ਲੜਕੀ ਵੇਚਦੀ ਹੋ। ਜੇ ਗਿਆਨ ਵੇਚਦਾ ਤੁਸੀਂ ਲੜਕਾ ਵੇਚਦਾ। ਇਹ ਕਹਿ ਰਿਹਾ ਕਬੀਰ ਤਾਂ, ਗੁਰਬਾਣੀ ਤਾਂ ਇਹ ਕਹਿ ਰਹੀ ਹੈ। ਗੁਰੂਆਂ ਨੇ ਕਿਉਂ ਰੱਖਿਆ ਸ਼ਲੋਕ ਵਿੱਚ? ਕਾਹਤੇ ਰੱਖਿਆ ਸੀ? ਕੋਈ ਲੜਕਾ ਵੇਚੇ, ਲੜਕੀ ਵੇਚੇ, ਕੋਈ ਸਾਂਝਾ ਕਰੇ। ਕਬੀਰ ਸੇ ਹਰਸਿਓ ਬੁਰਜ ਕਰੇ, ਕੀਤਾ ਨਾ ਹਰਸਿਓ ਬੁਰਜ। ਅੰਤਰਾ ਜੈਸੇ ਮੈਂ ਆਵੇ ਖਸਮ ਕੀ ਬਾਣੀ ਤੇ ਅਸਲਾ ਕਰੀ ਗਿਆਨ ਵੇ ਲਾ ਲੋ। ਇਹ ਵਣਜ ਕਰਨਾ ਸੀਗਾ ਨਾਮ ਦਾ। ਜਿਹੜੇ ਆਈ ਸੀ ਬਾਣੀ ਉਸੇ ਭਾਗਾਂ ਦੇਣੀ ਸੀ। ਸੱਚਖੰਡੋਂ ਆਈ ਹੈ, ਉਹ ਤੋਂ ਮੁੱਲ ਦਿੱਤਾ ਸੀ ਕੋਈ ਤੁਸੀਂ? ਸੱਚਖੰਡੋਂ ਜਾਂ ਬਾਣੀ ਆਉਂਦੀ ਹੈ, ਗੁੱਲ ਆਉਂਦੀ ਹੈ ਉੱਥੋਂ। ਜਿਵੇਂ ਆਉਂਦੀ ਆ ਉਹ ਦਰਿਆ 'ਚ ਪਾਣੀ ਦਰਿਆ ਦਾ ਹੁੰਦਾ ਹੈ। ਦਰਿਆ ਦਾ ਜਿਹੜੇ ਭਾਅ ਹੁੰਦਾ ਗਾਹਾਂ ਸਪਲਾਈ ਕਰ ਦਿੰਦਾ ਦਰਿਆ ਦਾ। ਇਹ ਗੁਰ ਦਰਿਆ ਹੁੰਦਾ। ਦਰਿਆ ਨਾ ਮੁੱਲ ਲਿਆਉਂਦਾ ਪਾਣੀ, ਨਾ ਮੁੱਲ ਵੇਚਦਾ ਵਿਚਾਰਾ। ਪਾਣੀ ਆਉਂਦਾ ਨਾ ਵੀ ਜਾਂਦਾ। ਉਹਦਾ ਇੱਕ ਰਸਤਾ ਹੈ। ਉਹ ਦੇਣ ਵਾਲਾ ਗਿਆਨ ਦਾ ਇੱਕ ਦਰਿਆ ਵਾਂਗੂ ਰਸਤਾ ਹੈ। ਉਹਦੇ ਰਸਤੇ ਆਇਆ ਜਿਹਦਾ ਹੈਗਾ ਹੈ ਕਿਸੇ ਹੋਰ ਦਾ। ਖਸਮ ਕੀ ਬਾਣੀ ਹੈ, ਜਾਣੀ ਹੈ ਖਸਮ ਦੇ ਬੰਦਿਆਂ ਕੋਲ। ਉਹ ਤਾਂ ਇੱਕ ਮੀਡੀਅਮ, ਜਿਵੇਂ ਤਾਰ ਦੇ ਥਰੂ ਬਿਜਲੀ ਜਾਂਦੀ ਹੈ, ਤਾਰ ਬਿਜਲੀ ਪੈਦਾ ਕਰਦੀ ਹੈ। ਉਹ ਤਾਂ ਇੱਕ ਸਪਲਾਈ ਲਾਈਨ। ਸਪਲਾਈ ਲਾਈਨ ਬਣ ਗਏ ਤੁਸੀਂ ਬਹੁਤ ਬੜੇ ਆਪਣੇ ਆਪ ਨੂੰ, ਵੀ ਅਸੀਂ ਪਤਾ ਨਹੀਂ ਕੀ ਆ। ਤੂੰ ਤਾਂ ਇਹੀ ਪਤਾ ਨਹੀਂ ਵੀ ਗੱਲ ਕੀ ਹੈ। ਸੇਵਾ ਕਰਦੇ ਹੋ ਤੁਸੀਂ, ਐਂ ਕਰੀ ਦੀ ਸੇਵਾ। ਛਤਰ ਧਾਰਿਓ ਕੇ ਛਲਈਆ, ਛਤਰ ਧਾਰਿਓ ਕੇ ਛਲਈਆ। ਛਲੇ ਹੋਏ ਹੋ ਤੁਸੀਂ ਬੜੇ ਬੜੇ, ਜਿਹੜੇ ਆਪਣੇ ਆਪ ਨੂੰ ਅਕਾਲ ਤਖਤ ਦੇ ਜਹੇਦਾਰ ਬਣੇ ਫਿਰਦੇ ਤੇ ਛਲਈਆ। ਬੇਵਕੂਫ ਲੋਕ ਤਾਂ ਉਹ ਸੀ ਜਿਹਨਾਂ ਨੂੰ ਇਹੋ ਜਿਹੇ ਬੰਦਿਆਂ ਨੂੰ ਉੱਥੇ ਜਹੇਦਾਰ ਬਣਾਤਾ। ਇਹ ਕਾਬਲ ਸੀ ਕਿ ਜਹੇਦਾਰੀ ਦੇ? ਆ ਜਿਹੜੇ ਹੁਣ ਤੁਰੇ ਫਿਰਦੇ ਨੇ ਵੱਟ ਵੱਟ, ਇਹ ਕਾਬਲ ਨਹੀਂ ਸੀ ਬੰਦੇ।
ਕੁਝ ਗੱਲਾਂ ਠੀਕ ਕਹਿ ਰਹੇ ਨੇ ਉਹ ਵੀ ਕਾਬਲੀਅਤ ਤੋਂ ਬਿਨਾਂ ਜਿਹੜੇ ਬੰਦੇ ਬਣਾਏ ਹੋਏ ਨੇ ਬੇਵਕੂਫੀ ਹੈ ਇਹਨਾਂ ਦੇ ਬਾਰੀ ਬਣੇ ਬੈਠੇ ਨੇ ਹੁਣ ਤਖਤ ਪਾਏ ਤਖਤੇ ਕੇ ਲਾਇਕ ਗਲਤੀਆਂ ਇਹਨਾਂ ਦੀਆਂ ਕੀਤੀਆਂ ਹੋਈਆਂ ਨੇ ਇਹਨਾਂ ਦੇ ਪੇਸ਼ ਪੈ ਗਏ ਹੁਣ ਉਹ ਤੁਰਿਆ ਫਿਰਦਾ ਉਹ ਮਿਸ਼ਨਰੀ ਸੀ ਆਪਣੇ ਜਾਚਕ ਨਹੀਂ ਜਾਚ ਉਹ ਦੂਆ ਕੇਵਲ ਸਿੰਘ ਹਾਂ ਕੇਵਲ ਸਿੰਘ ਉਹ ਕਾਬਲ ਸੀਗਾ ਊੜਾ ਵਾਲਾ ਤੁਹਾਨੂੰ ਪਤਾ ਨਹੀਂ ਹੈ ਗੁਰਬਾਣੀ ਦਾ ਬਣੇ ਫਿਰਦੇ ਨੇ ਬੜੇ ਜਹੇਦਾਰ ਨਾ ਕਾਬਲ ਆਦਮੀਆਂ ਨੂੰ ਬਣਾ ਕੇ ਸਾਰੀ ਮਿੱਟੀ ਪਲੀਤ ਕਰਤੀ ਹੈ ਜਿਹੜੇ ਆਦਮੀ ਅੰਦਰ ਤਿਆਗ ਹੀ ਨਹੀਂ ਹੈ ਸਭ ਕੁਝ ਛੱਡਿਆ ਹੋਇਆ ਹੀ ਨਹੀਂ ਤੁਸੀਂ ਇਹੋ ਜਿਹੀ ਸੀਟ ਤੇ ਬਿਠਾਲਤਾ ਉਹਨੂੰ ਉਹ ਤਾਂ ਕੱਲ ਨੂੰ ਕਿਤੇ ਵੀ ਵਿਕ ਸਕਦਾ ਵਿਕ ਕੇ ਤੁਹਾਡੇ ਖਿਲਾਫ ਹੋ ਜਾਊਗਾ ਗੁਰਮਤਿ ਦੇ ਖਿਲਾਫ ਬੋਲ ਦੂਗਾ ਇਹ ਤਾਂ ਬਕਾਊ ਮਾਲ ਹੈ ਜਿਹੜਾ ਕੀਰਤਨ ਵੇਚਦਾ ਰਿਹਾ ਉਹ ਕਿਵੇਂ ਨਹੀਂ ਵਿਕ ਸਕਦਾ ਕੋਈ ਉਹ ਤਾਂ ਕੁਝ ਵੀ ਕਹਾ ਸਕਦਾ ਪੈਸੇ ਦੇ ਕੇ ਉਹ ਤਾਂ ਬਕਾਊ ਮਾਲ ਹੈ ਉਹ ਤਨਖਾਹਦਾਰ ਜਿਹੜੇ ਤਨਖਾਹ ਦੇ ਮੁਲਾਜ਼ਮ ਰਹੇ ਹੁਣ ਉਹ ਬਕਾਊ ਹੁੰਦੇ ਨੇ ਇਹ ਤੁਸੀਂ ਸੀਟ ਤਨਖਾਹਦਾਰ ਵਾਸਤੇ ਰੱਖਣੀ ਨਹੀਂ ਸੀ ਗਲਤੀ ਤਾਂ ਇਹਨਾਂ ਦੀ ਇਹ ਸੀਟਾਂ ਤਨਖਾਹਦਾਰ ਵਾਲੀਆਂ ਨਹੀਂ ਹੁਣ ਨਾ ਹੈਡ ਗ੍ਰੰਥੀ ਦੀ ਸੀਟ ਤਨਖਾਹ ਵਾਲੀ ਆ ਨਾ ਇਹ ਅਕਾਦਾਂ ਦੇ ਜਹੇਦਾਰ ਵਾਲੀ ਸੀਟ ਇਹ ਤਨਖਾਹਦਾਰ ਵਾਲੀਆਂ ਸੀਟਾਂ ਨਹੀਂ ਇਹ ਸੇਵਾ ਵਾਲੀਆਂ ਸੀਟਾਂ ਨੇ ਜਿਹਦਾ ਅੰਦਰ ਮਾਇਆ ਦੀ ਭੁੱਖ ਉਹ ਤਾਂ ਨੇੜੇ ਵੀ ਨਹੀਂ ਆਉਣ ਦੇਣਾ ਚਾਹੀਦਾ ਇਹ ਸੀਟਾਂ ਦੇ ਨੂੰ ਉਹੀ ਆਦਮੀ ਇੱਥੇ ਬੈਠ ਕੇ ਕੁਝ ਕਰ ਸਕਦਾ ਜਿਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈ ਪਰ ਇਹ ਸਿਆਪਾ ਇਹਨਾਂ ਨੂੰ ਆਪ ਹੈ ਇਹਨਾਂ 906 ਆਪਣੇ 'ਚ ਸਿਆਸਤਦਾਨਾਂ 'ਚ ਆਪਣੇ ਛੇਕ ਹੈ ਸਾਨੂੰ ਨਹੀਂ ਬਖਸ਼ਣਾ ਉਹਨੇ ਘੱਟ ਕੋਈ ਵੀ ਨਹੀਂ ਨਾ ਸਾਰੇ ਪਾਸੇ ਹੀ ਆ ਨਾ ਉਹਨੂੰ ਪਤਾ ਜੇ ਉਹੋ ਜਿਹਾ ਬਿਠਾਲਦਾ ਸਾਡੀ ਨਹੀਂ ਬਣਨੀ ਉਹਨੇ ਗੱਲ ਤਾਂ ਇੱਥੇ ਫਸੀ ਹੋਈ ਹੈ ਸਾਰੇ ਦਾਗੀ ਨੇ ਆਪਣਾ ਆਪਣਾ ਬਚਾਅ ਕਰਦੇ ਨੇ ਇਹਨਾਂ ਨੂੰ ਪਤਾ ਸਾਡੇ ਉਹਨੇ ਫਿਰ ਉਹ ਕਠਪੁਤਲੀ ਨਹੀਂ ਚੱਲਣਾ ਫਿਰ ਜਿਹੋ ਜਿਹਾ ਬਿਠਾਲਤਾ ਉਹਨੇ ਕਠਪੁਤਲੀ ਮਰਨਾ ਜਿਹੋ ਜਿਹੇ ਬਿਠਾਲਣਗੇ ਤਾਂ ਇਹੋ ਸਿਆਪੇ ਨਹੀਂ ਮੁੱਕਣੇ ਹੋਰ ਵਧਣ ਗਈ ਦਿਨ ਪਰ ਦਿਨ ਹਾਂਜੀ महाशतरन के साल है महाशतरन के साल हैं ਜਿਹੜੇ महाशतर ਹੈਗੇ ਉਹਨਾਂ ਦੇ ਵੀ ਤੂੰ ਪ੍ਰਾਣ ਹਰਨ ਵਾਲਾ ਸਾਲ ਹੈ ਮਾਰਨ ਵਾਲਾ ਕਾਬੂ ਕਰਨ ਵਾਲਾ ਨਾਸ਼ ਕਰਨ ਵਾਲਾ ਉਹਨਾਂ ਦਾ दान के दवैया महामान के बढ़ैया ਦਾਨ ਕੇ ਦਵਈਆ ਦਾਨ ਨਹੀਂ ਦੇ ਸਕਦਾ ਕੋਈ ਦਾਨ ਵੀ ਨਹੀਂ ਦੇ ਸਕਦਾ ਕੋਈ ਤਾਂ ਹੀ ਤਾਂ ਹਰੇਕ ਦਾਤਾ ਬਣਿਆ ਬੈਠਾ ਉਹ ਕਹਿ ਰਹੇ ਦਾਨ ਕੇ ਦਵਈਆ ਤੂੰ ਦੋ ਨਾ ਜਿਹਨੂੰ ਦੋ ਨੇ दवैया ਚਾਹੇ ਗਿਆਨ ਦਾ ਦਾਨ ਹੈ ਚਾਹੇ ਨਾਮ ਦਾ ਦਾਨ ਹੈ ਚਾਹੇ ਕੋਈ ਹੋਰ ਚੀਜ਼ ਦਾ ਦਾਨ ਦਾਨ ਕਾ ਦਵਈਆ ਦਾ ਤੂੰ ਹੈ ਇਹ ਕਹਿੰਦੇ ਨੇ ਅਸੀਂ ਆ ਸਿੱਖੀ ਕਿੱਥੇ ਖੜੀ ਹੈ ਗੁਰਬਾਣੀ ਕੀ ਕਹਿ ਰਹੀ ਆ ਅਸੀਂ ਕੀ ਬਣ ਰਹੇ ਹਾਂ ਕੀ ਬੰਨੀ ਬੈਠੇ ਆ ਦਾਨ ਕੇ ਦਵਈਆ महामान के बढ़ैया ਬਾਹ ਮਾਣ ਕੇ ਬੜਈਆ ਬਾਹ ਮਾਣ ਜ਼ਰੂਰ ਵਧਾਉਂਦਾ ਜੇ ਕਹੇ ਮੇਰਾ ਮੁਝ में कुछ नहीं जो कुछ है सो तेरा तेरा तुझको सौंपते क्या लागे मेरा फेर मान के बढ़ैया ਜੇ ਦਾਨ ਕਾ ਦਵਈਆ ਆਪਣੇ ਆਪ ਨੂੰ ਨਹੀਂ ਮੰਨਦਾ ਦਾਨ ਕਾ ਦਵਈਆ ਆਪਣੇ ਆਪ ਨੂੰ ਕਿਉਂ ਮੰਨਦਾ ਮਾਣ ਵਾਸਤੇ ਮਾਣ ਨਹੀਂ ਫੇਰ ਨਹੀਂ ਮਿਲਦਾ ਹੈ ਦਰਗਾਹ 'ਚ ਮਾਣ ਇੱਥੇ ਮਿਲਦਾ ਫਿੱਕਾ ਮਾਣ ਇੱਥੇ ਮਿਲਦਾ ਚਾਰ ਦੰਦਾ ਮਾਣ ਦਰਗਾਹ 'ਚ ਨਹੀਂ ਮਿਲਦਾ ਹੈ महामान ਮਾਣ ਨਹੀਂ ਮਿਲਦਾ ਮਾਣ ਦਰਗਾਹ ਦਾ ਮਾਣ ਜਿਹੜਾ ਕਹਿੰਦਾ ਮੇਰਾ ਕੁਝ ਨਹੀਂ ਹੈ ਸਭ ਪਰਮੇਸ਼ਰ ਦਾ ਹੈ ਮੈਂ ਤਾਂ ਦੇਣ ਵਾਲਾ ਵਿਚਾਲੇ ਮੀਡੀਅਮ ਤਨਖਾਹ ਦਿੰਦਾ ਕੋਈ ਆਦਮੀ ਵੰਡ ਰਿਹਾ ਸਰਕਾਰੀ ਮੁਲਾਜ਼ਮ ਨੇ ਪੈਸਾ ਸਰਕਾਰ ਦਾ ਦੇਣ ਵਾਲਾ ਤਨਖਾਹ ਦੇ ਰਿਹਾ ਉਹ ਦਾਨ ਕਰ ਰਿਹਾ ਕੁਛ ਉਹ ਹੱਕ ਹੈ ਤਨਖਾਹ ਉਹਨਾਂ ਨੂੰ ਦੇ ਰਿਹਾ ਹੈ ਦੇਣ ਵਾਲੇ ਨੇ ਦਿੱਤੀ ਹੈ ਤੂੰ ਵਿਚਾਲੇ ਕੌਣ ਹੋਣਾ ਫਿਰ ਬੁੱਧੀ ਜਾਂਦੇ ਨੇ ਮੈਂ ਦਿੰਦਾ ਜਿਹੜਾ ਮੇਰੇ ਕੋ ਆ ਗਿਆ ਨਾ ਉਹ ਮੇਰਾ ਹੋ ਗਿਆ ਨਾ ਸਵਾਲ ਤਾਂ ਇਹ ਹੈ ਜਿਹਨੂੰ ਮੇਰਾ ਹੱਥ ਲੱਗ ਗਿਆ ਮੇਰਾ ਹੋ ਗਿਆ ਜਿਵੇਂ ਨਿਆਣੇ ਨੂੰ ਸਾਤੋਂ ਹੀ ਪੈਸੇ ਲੈ ਲੈਂਦਾ ਫਿਰ ਸਾਨੂੰ ਵੀ ਉਧਾਰੇ ਦਿੰਦਾ ਉਹ ਮਾਂ ਬਾਪ ਨੂੰ ਉਧਾਰੇ ਦਿੰਦਾ ਫਿਰ ਉਹ ਮੇਰੇ ਰੁਪਈਏ ਹੁਣ
ਚਾਹੇ ਤੋਤੇ ਹੀ ਆ ਗਏ ਕਿ ਉਹਦਾ ਜੋ ਹੱਥ ਲੱਗ ਗਿਆ ਉਹਨੂੰ ਦੇ ਦਿੱਤੇ ਇੱਕ ਵਾਰ, ਉਹ ਫਿਰ ਉਹਦੇ ਹੋ ਗਏ, ਸਾਡੇ ਨਹੀਂ ਰਹੇ। ਆਹ ਗੱਲ ਇਹਦੀ ਹੈ ਫੜੀ ਹੋਈ। ਉਹ ਪਿਓ ਤੋਂ ਲੈ ਕੇ ਹੀ ਆਪਣਾ ਬਣਾ ਲਏ ਨੇ। ਦਾਤ ਪਿਆਰੀ ਵਿਸਰਿਆ ਦਾਤਾ, ਦਾਤਾ ਜਦੇ ਭੁੱਲ ਜਾਂਦਾ ਹੈ। ਦਾਨ ਕੇ ਦਵਈਆ ਮਹਾਮਾਨ ਕੇ ਬੜਈਆ। ਅਵਸਾਨ ਇਹ ਦਾਤ ਕਾ ਦਵਈਆ ਉਹਨੂੰ ਮੰਨਦਾ ਰਹੇ ਫਿਰ ਮਹਾਮਾਨ ਬਣ ਜਾਂਦਾ ਹੈ, ਫਿਰ ਦਰਗਾਹ 'ਚ ਮਾਣ ਵੱਧਦਾ ਹੈ। ਹਾਂ, ਅਵਸਾਨ ਕੇ ਦਵਈਆਂ ਹੈ। ਅਵਸਾਨ ਕੇ ਦਵਈਆ, ਅਵਸਾਨ ਮਾਰੇ ਜਾਂਦੇ ਨੇ। ਜਦ ਕੋਈ ਮੁਸੀਬਤ ਆਉਂਦੀ ਅਵਸਾਨ ਮਾਰੇ ਜਾਂਦੇ ਨੇ। ਅਵਸਾਨ ਮਾਰੇ ਗਏ ਸੀ ਜਿਹੜੇ ਕਹਿੰਦੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦੋ ਨਾਲ ਦੇ ਆਂਦੇ, ਤਾਂ ਸੁੱਪਾ ਜਗ੍ਹਾ ਨਹੀਂ ਛੱਡਣਾ ਕਿਲ੍ਹਾ। ਅਸਾਨ ਨਹੀਂ ਨਾ ਮਾਰ ਹੋਏ, ਅਸਾਨ ਮਾਰੇ ਜਾਂਦੇ ਨੇ। ਮੁਸੀਬਤ ਆਉਂਦੀ ਹੈ ਜਦ ਬੜੇ ਬੜਿਆਂ ਦੇ, ਜਿਹਦੇ ਅਸਾਨ ਨਾ ਮਾਰੇ ਜਾਣ ਮੌਤ ਨਾਲ ਲੜ ਸਕਦਾ। ਜਦੋਂ ਅਸਾਨ ਮਾਰੇ ਗਏ ਉਦੋਂ ਹੀ ਮੌਤ ਨੇ ਢਾਲਿਆ ਉਹਨੂੰ। ਜਿਹਦੇ ਅਸਾਨ ਨਹੀਂ ਮਾਰੇ ਜਾਂਦੇ ਉਹਦੇ ਤੇ ਕਾਲ ਫਤਿਹ ਨਹੀਂ ਕਰ ਸਕਦਾ। ਸਰੀਰ ਛੱਡਣਾ ਵੀ ਪੈ ਜਾਵੇ, ਅਸਾਨਾਂ ਦੇ ਵਿੱਚ ਸਰੀਰ ਛੱਡਦੇ ਕਾਲ ਜਿੱਤਿਆ ਗਿਆ। ਬਾ ਹੋਸ਼ ਸਰੀਰ ਛੱਡਣਾ ਜਿਹੜਾ ਹੈ ਨਾ, ਇਹ ਕਾਲ ਤੇ ਫਤਿਹ ਹੁੰਦੀ ਹੈ। ਸਰੀਰ ਸਾਰਿਆਂ ਨੇ ਛੱਡਿਆ, ਨਾਨਕ ਨੇ ਵੀ ਛੱਡਿਆ, ਨੌਵੇਂ ਪਾਤਸ਼ਾਹ ਸਾਰਿਆਂ ਨੇ ਛੱਡਿਆ ਨਾ। ਬਸ ਅਸਾਨ ਦੇ ਵਿੱਚ ਸਰੀਰ ਛੱਡਣਾ, ਅਸਾਨ ਦਾ ਮਾਰਿਆ ਜਾਣਾ, ਇਹ ਮਰਨ ਦੀ ਔਰ ਅਮਰ ਹੋਣ ਦੀ ਨਿਸ਼ਾਨੀ ਹੈ। ਇਹਦੇ ਵਿੱਚ ਹੀ ਅਮਰਾ ਪਦ ਔਰ ਮਰਨਾ ਇਹਦੇ 'ਚ ਛੁਪਿਆ ਹੈ। ਹੋਸ਼ ਮਾਰੀ ਜਾਣੀ ਅਵਸਾਨ। ਹਾਂ, ਅਵਸਾਨ ਕਹਿੰਦੇ ਨਹੀਂ, ਅਵਸਾਨ ਹੋਸ਼, ਬਾਹੋਸ਼ ਕਰਨ ਵਾਲਾ ਹੈ। ਮਦ ਹੋਸ਼ ਤੋਂ ਬਾਹੋਸ਼ ਕਰਨ ਵਾਲਾ ਹੈ। ਅਵਸਾਨ ਕੇ ਦਵਈਆ। ਹਾਂ, ਮਦ ਹੋਸ਼ ਹੋਏ ਨੇ ਸੰਸਾਰ ਦੇ ਲੋਕ, ਉਹਨੂੰ ਪਤਾ ਹੀ ਨਹੀਂ। ਆਪ ਨੂੰ ਕਹਿਣਾ ਮੈਂ ਬਗਾਲੀ ਚੀਜ਼ ਹੈ। ਜਦ ਸਭ ਕੁਝ ਇੱਕ ਪਾਸੇ ਤਾਂ ਕਹਿ ਰਿਹਾ ਜੀਓ ਪਿੰਡ ਸਭ ਤੇਰਾ, ਦੂਏ ਪਾਸੇ ਕਹਿ ਰਿਹਾ ਮੈਂ ਦਾਤਾ। ਫਿਰ ਆਸਾਨ ਬੇਆਸਾਨ ਹੈ ਨਾ। ਇਹ ਵੀ ਪੜ੍ਹ ਕੇ ਆਇਆ ਜੀਓ ਪਿੰਡ ਸਭ ਤੇਰਾ, ਕੌਣ ਨਾਨਕ ਸਭ ਤੇਰੀ ਵਡਿਆਈ, ਕੋਈ ਨਾਂ ਨਾ ਜਾਣੇ ਮੇਰਾ। ਫਿਰ ਦੂਏ ਪਾਸੇ ਮੈਂ ਦਾਤ ਵੀ ਕਰ ਰਿਹਾ। ਫਿਰ ਆਸਾਨ ਕਿੱਥੇ ਨੇ? ਜਦੋਂ ਆਸਾਨ ਆ ਗਏ ਉਦੋਂ ਉਹ ਗੱਲ ਯਾਦ, ਉਹ ਕੰਪਿਊਟਰ 'ਤੇ ਉਹ ਲਿਖੀ ਜਾਣੀ ਹੈ ਹਰ ਗੱਲ। ਉੱਥੇ ਹੀ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਚੀਜ਼ ਨੂੰ ਆਪਣੀ ਮੰਨ ਲਵੇ। ਫਿਰ ਕਹਿੰਦੇ ਆਪਣੀ ਮੰਨੂ, ਹਾਂ ਰਖਵਾਲ ਲਾਵੇ, ਚੀਜ਼ ਮਾਲਕ ਦੀ ਹੈ। ਇਹ ਥੋੜੀ ਵੀ ਹਰੇਕ ਚੱਕ ਕੇ ਲੈ ਜੂ। ਭਰਨੀ ਤਾਂ ਉਹਨੇ ਬੈਂਕ ਵਾਲੇ ਭਰਨੀ ਹੈ ਨਾ। ਹੁਣ ਹਰੇਕ ਨੂੰ ਥੋੜੀ ਵੀ ਚੱਲ ਤੇਰੀ ਨਹੀਂ ਹਲੇ ਮੈਂ ਲੈ ਜਾ ਚੱਕ ਕੇ। ਉਹ ਕਹਿੰਦੇ ਤੂੰ ਆਉਣ ਉਹਨੇ ਹਿਸਾਬ ਤਾਂ ਉਹਨੇ ਦੇਣਾ ਨਾ। ਹਾਂਜੀ, ਕਟਈਆ ਜਮ ਜਾਲ ਹੈ। ਕਟਈਆ ਜਮ ਜਾਲ ਹੈ। ਆਹ ਜਮ ਜਾਲ ਨਾਲ ਆ ਗਿਆ ਨਾ। ਔਰ ਸਾਨ ਜੇ ਨਹੀਂ ਮਾਰ ਹੁੰਦੇ ਤਾਂ ਜਮ ਦਾ ਜਾਲ ਨਹੀਂ ਫਸਾ ਸਕਦਾ। ਜਮ ਦਾ ਜਾਲ ਬੇਹੋਸ਼ ਨੂੰ ਫਸਾਉਂਦਾ। ਜਦ ਸੁਰ ਕਹਿੰਦੇ ਜਦ ਡਰ ਗਿਆ ਸੋ ਮਰ ਗਿਆ। ਬਸ ਜੇ ਡਰ ਭੈ ਨਹੀਂ ਆਈ ਤਾਂ ਮਰਿਆ ਨਹੀਂ ਹੈ। ਪੈ ਆ ਗਈ ਭਰਮ ਜਾਲ ਫਸ ਗਿਆ। ਜਾਲ ਕਾਹਦਾ? ਜਾਲ ਭਰਮ ਦਾ ਹੀ ਹੈ। ਕਟਈਆ ਜਮ ਜਾਲ ਹੈ। ਕਟਈਆ ਜਮ ਜਾਲ ਹੈ। ਜੁੱਧ ਕੇ ਜਿਤਈਆ। ਜੁੱਧ ਕੇ ਜਿਤਈਆ। ਹੁਣ ਜੁੱਧ ਆਪ ਨਹੀਂ ਜਿੱਤ ਸਕਦੇ। ਕਹਿੰਦੇ ਪਈ ਜੀਤ ਮੇਰੀ ਕਿਰਪਾ ਖਾਲ ਕਰੀ। ਜੁੱਧ ਕੇ ਜਿਤਈਆ। ਉਹ ਵਿਰੁੱਧ ਕੇ ਮਟਈਆ। ਉਹ ਵਿਰੁੱਧ ਕੇ ਮਟਈਆ। ਜਿਹੜਾ ਵਿਰੋਧ ਦਾ ਭਾਸ ਹੈ ਅੰਦਰ ਵਿਰੋਧ ਦਾ ਭਾਸ ਹੈ ਉਹਨੂੰ ਮਿਟਾ ਦੇਣਾ। ਮਹਾਬੁੱਧ ਕੇ ਦਵਈਆ। ਮਹਾਬੁੱਧ ਕੇ ਦਵਈਆ। ਮਹਾਬੁੱਧ ਹੁੰਦੀ ਹੈ ਵਿਵੇਕ ਬੁੱਧੀ। ਇੱਕ ਬੁੱਧ ਹੁੰਦੀ ਹੈ, ਇੱਕ ਮਹਾਬੁੱਧ ਹੁੰਦੀ ਹੈ। ਸੰਸਾਰ ਤੋਂ ਉੱਪਰ ਦੀ ਬੁੱਧ। ਬੁੱਧ ਦਾ ਸੰਸਾਰ ਦੇ ਵਿੱਚ ਹੀ ਹੈ ਨਾ। ਮਹਾਬੁੱਧ ਕੇ ਦਵਈਆ। ਮਹਾਮਾਨ ਹੋ ਕੇ ਮਾਨ ਹੈ। ਮਹਾਮਾਨ ਹੋ ਕੇ ਮਾਨ ਹੈ। ਜਿਹੜਾ ਮਹਾਮਾਨ ਹੈ ਨਾ ਇਸ ਸੰਸਾਰ ਦੇ ਵਿੱਚ, ਉਹਦਾ ਵੀ ਮਾਨ ਹੈ ਤੂੰ ਉੱਤੇ। ਗਿਆਨ ਹੋ ਕੇ ਗਿਆਤਾ। ਗਿਆਨ ਹੋ ਕੇ ਗਿਆਤਾ। ਹਰ ਪ੍ਰਕਾਰ ਦੇ ਗਿਆਨ ਦਾ ਗਿਆਤਾ ਤੂੰ, ਜਾਣਨ ਵਾਲਾ। ਮਹਾਬੁੱਧਤਾ ਕੇ ਦਾਤਾ। ਮਹਾਬੁੱਧਤਾ ਕੇ ਦਾਤਾ। ਸਾਰੀ ਸ੍ਰਿਸ਼ਟੀ ਦਾ ਤੈਂ ਬਣਾਈ ਹੈ। ਤੈਨੂੰ ਜਿਹਨੇ ਬਣਾਇਆ ਸਭ ਕੁਛ, ਉਹਨੂੰ ਕਿਹੜੇ ਗਿਆਨ ਦਾ ਨਹੀਂ ਪਤਾ ਸੰਸਾਰ ਦੇ ਦਾ? ਸਾਰਾ ਬਣਾਇਆ ਉਹਨੇ। ਮਹਾਬੁੱਧਤਾ ਕੇ ਦਾਤਾ। ਮਹਾਬੁੱਧਤਾ ਕੇ ਦਾਤਾ। ਮਹਾਬੁੱਧਤਾ ਫਿਰ ਵਿਵੇਕ ਬੁੱਧੀ ਆ ਗਈ। ਮਹਾਬੁੱਧਤਾ ਕੇ ਦਾਤਾ ਦੇਵ। ਮਹਾਬੁੱਧਤਾ ਕੇ ਦਾਤਾ ਦੇਵ।
काल हूँ के काल, काल हूँ के काल, महाकाल हूँ के काल है। काल हूँ के काल, महाकाल हूँ के काल है। काल है, हर जीव जीव ਨੂੰ ਮਾਰਦਾ ਕਾਲ ਹੈ, ਜੀਵ ਜੀਵਾਂ ਦੇ ਕਾਲ ਨੇ। ਪਰ ਇਹਦਾ ਕਾਲ ਕੀ ਹੈ? ਮਹਾਕਾਲ ਕੀ ਹੈ? ਜਿਵੇਂ ਇੱਕ ਫੌਜ ਲੜਦੀ ਹੈ, ਚਲੋ ਖੜੀ ਹੈ ਫੌਜ ਬਾਰਡਰ ਤੇ, ਰਾਜੇ ਨੇ ਆਰਡਰ ਦੇਤਾ ਕਿ ਭਾਈ ਫਾਇਰ ਕਰ ਦੋ ਪਿੱਛੋਂ, ਅਫਸਰ ਨੂੰ ਆਰਡਰ ਦਿੱਤਾ, ਹਕੂਮਤ ਨੇ ਅਫਸਰ ਨੇ ਫਾਇਰ ਕਰਾਤਾ ਥੱਲੇ। ਦੇਖਣ ਨੂੰ ਤਾਂ ਉਹ ਸਿਪਾਹੀ ਦੀ ਗੋਲੀ ਨਾਲ ਗਾਂ ਵਾਲਾ ਸਿਪਾਹੀ ਮਰ ਗਿਆ, ਕਾਲ ਬਣ ਗਿਆ ਨਾ ਸਿਪਾਹੀ ਉਹਦਾ। ਪਰ ਪਿੱਛੇ ਕੌਣ ਹੈ? महाकाल। ਪਿੱਛੇ ਮਹਾਕਾਲ ਹੈ। ਹੁਣ ਉਹਦੇ ਹਜ਼ਾਰਾਂ ਗੋਲੀਆਂ ਚੱਲਦੀਆਂ ਨੇ ਉਹਦੇ ਆਰਡਰ ਨਾਲ, ਇਹ ਤਾਂ ਵਿਚਾਰੇ ਇੱਕੇ ਚਲਾ ਰਹੇ ਹਨ। ਉਹਦਾ ਹਜ਼ਾਰਾਂ ਚੱਲ ਰਹੀਆਂ ਨੇ ਇਕੱਠੀਆਂ, ਉਹਦੇ ਹੁਕਮ ਨਾਲ ਤਾਂ ਇਕੱਠੀਆਂ ਚੱਲ ਪਈਆਂ ਸਾਰੀਆਂ ਜੀ। ਪਰ ਉਹ ਪਿੱਛੇ ਵਾਲਾ ਮਹਾਕਾਲ ਹੈ। महाकाल हूँ के काल हो। ਉਹਦਾ ਵੀ ਕਾਲ ਹੈ। ਮਹਾਕਾਲ ਜਿਹੜਾ ਆਪਣੇ ਆਪ ਨੂੰ ਸੁਖੇ ਰਹਿਣਾ, ਉਹਦਾ ਵੀ ਕਾਲ ਹੈ ਪਿੱਛੇ। ਉਹਦੇ ਤੇ ਗਾਂ ਤੂੰ ਤੈਂ ਉਹਨੂੰ ਪ੍ਰੇਰਿਆ ਵੀ ਆ ਚਲਵਾ ਦੇ, ਉਹਦੇ ਅੰਦਰ ਚਾਬੀ ਤੈਂ ਫੇਰੀ ਹੈ, ਤਾਂ ਮਹਾਕਾਲ ਹੋ ਕੇ ਕਾਲ ਹੈ। ਉਹਨੇ ਫੌਜ ਨੂੰ ਕਿਹਾ, ਹੁਕਮ ਦਿੱਤਾ, ਤੈਂ ਉਹਨੂੰ ਕਿਹਾ ਹੁਕਮ ਦਵਾਇਆ, ਉਹਦੇ ਉੱਤੇ ਸਗਰ ਬੈਠਾ ਤੂੰ ਪਿੱਛੇ। ਕਿਉਂ ਮਰਵਾਉਣੇ ਦੇ ਸਾਰਿਆਂ ਦਾ ਟਾਈਮ ਆ ਗਿਆ ਸੀ, ਰੌਲ ਪੂਰੀ ਹੋ ਗਈ ਸੀ, ਉਹਨਾਂ ਨੇ ਆਪਣਾ ਛਕ ਲਿਆ ਸੀ ਦਾਣਾ ਪਾਣੀ। ਹਾਂ, पूर्वी न पार पावै, हिंगुला हिमालय ते आवे। ਪੂਰਬੀ ਨਾ ਪਾਰ ਪਾਵੇ, ਪੂਰਬ ਦੇਸ਼ ਦੇ ਰਹਿਣ ਵਾਲੇ ਤੇਰਾ ਪਾਰ ਨਹੀਂ ਤੇਰਾ ਪਾਰ ਪਾਇਆ ਉਹਨੇ। ਪੂਰਬ ਦੇਸ਼ ਦੇ ਰਹਿਣ ਵਾਲਿਆਂ ਨੇ ਪਾਰ ਪਾਉਣ ਦੀ ਕੋਸ਼ਿਸ਼ ਕੀਤੀ, ਨਹੀਂ ਪਾ ਸਕੇ। ਆ ਯੂਪੀ ਵਾਲੇ ਪੂਰਬੀ हिंगुला हिमालय ते आवे। ਹਿੰਗਲਾ ਹਮਾਲਾ ਅਸਾਮੀ ਨੇ, ਹਿੰਗਲਾ ਵਾਲੇ ਅਸਾਮ ਦਾ ਇਲਾਕਾ ਹਿਮਾਲਿਆ 'ਚ ਲੱਗ ਜਾਂਦਾ ਨਾ, ਗਾਂ ਉੱਤੇ ਹਿਮਾਲਿਆ ਵਾਲੇ ਨੇ, ਉਹ ਵੀ ਧਿਆਉਂਦੇ ਨੇ ਤੈਨੂੰ, ਇਹ ਧਿਆਉਂਦੇ ਨੇ। गोर गुरदेजी गुण गावे तेरे नाम है। ਜਿਹੜੇ ਗੋਰਖਾ ਨੇ ਉਹ ਵੀ ਤੇਰੇ ਨਾਮ ਦੇ ਗੁਣ ਗਾਉਂਦੇ ਨੇ, ਸਾਰੇ ਗਾਉਂਦੇ ਨੇ। गोर गुरदेजी गुण गावे तेरे नाम है। ਤੇਰੇ ਨਾਮ ਨਾਲ ਜੁੜ ਕੇ ਗੁਣ ਗਾਉਂਦੇ ਨੇ ਤੇਰੇ, ਤੇਰੇ ਨਾਮ ਲੈਂਦੇ ਨੇ। ਉਹ ਜਿਵੇਂ ਨਾਮ ਰੱਖੇ ਨੇ, ਜਿਵੇਂ ਉਹ ਵਿਚਾਰੇ ਉਵੇਂ ਕਹੀ ਜਾਂਦੇ ਨੇ। जोगी जोग साध है, ਜੋਗੀ ਨੇ ਜੋਗ ਸਾਧਨ ਲੱਗੇ ਹੋਏ ਨੇ, पौन साधना कितेक वाध है। ਕਈ ਪੌਣ ਸਾਧਨਾਂ ਤੇ ਲੱਗੇ ਹੋਏ ਨੇ, ਪੌਣ ਸਾਧਨ ਲੱਗੇ ਹੋਏ ਨੇ। ਉਹ ਜਿਹੜੇ ਸਾਹ ਖਿੱਚਦੇ ਨੇ, ਫਿਰ ਸਾਹ ਨੂੰ ਰੋਕਦੇ ਨੇ, ਪ੍ਰਾਣਾਯਾਮ ਜਿਹੜੇ ਕਰਦੇ ਨੇ, ਮਤਲਬ ਹੈ ਫਿਰ ਹੌਲੀ ਹੌਲੀ ਛੱਡਦੇ ਨੇ। ਉਹ ਸਾਧਨਾਂ 'ਚ ਇਹ 'ਚ ਲੱਗੇ ਹੋਏ ਨੇ, ਉਹ ਵੀ ਜੋਗੀਆਂ ਦੇ ਵਿੱਚੋਂ ਹੀ ਨੇ। अरब के अरबी आराधे तेरे नाम है। ਅਰਬ ਦੇ ਅਰਬੀ ਆ, ਮੁਸਲਮਾਨ ਅਰਬ ਦੇਸ਼ ਦੇ ਰਹਿਣ ਵਾਲੇ ਅਰਬੀ, आराधे तेरे नाम है। ਉਹ ਵੀ ਉਹ ਦੇਖੋ ਉਹਨਾਂ ਵਾਸਤੇ ਆਰਾਧਨਾ ਆਈ ਹੈ। ਆਰਾਧਨਾ ਉੱਤੇ ਜਪਣਾ ਨਹੀਂ ਹੈਗਾ, ਉੱਤੇ ਆਰਾਧਨਾ। आराधे तेरे नाम। ਹਾਂ, ਆਰਾਧਨਾ ਹੋਰ ਚੀਜ਼ ਹੈ। ਆਰਾਧਨਾ ਕੋਈ ਗੈਬੀ ਸ਼ਕਤੀ ਹੈ, ਉਹਦੇ ਨਾਲ ਜੁੜ ਕੇ ਕਹਿੰਦੇ ਨੇ ਵੀ ਤੂੰ ਕਿਰਪਾ ਕਰ, ਮਿਹਰ ਕਰ। ਇਹ ਆਰਾਧਨਾ। ਜਪਣਾ ਹੁੰਦਾ ਕੋਈ ਸਾਡੇ ਕੋਲ ਚੀਜ਼ ਹੈਗੀ ਹੈ, ਲਿਖਤ ਹੈਗੀ ਹੈ, ਉਹਨੂੰ ਸਮਝਣਾ, ਉਹ ਜਪਣਾ। ਉਹਨਾਂ ਕੋਲ ਚੀਜ਼ ਤਾਂ ਹੈ ਨਹੀਂ ਕੋਈ ਸਮਝਣ ਵਾਲੀ, ਥਿਊਰੀ ਤਾਂ ਕੋਈ ਹੈ ਨਹੀਂ ਵੀ ਉਹਨੂੰ ਸਮਝ। ਜਪਣ ਵਾਲਾ ਉਹਨਾਂ ਕੋਲ ਕੁਛ ਨਹੀਂ ਹੈ। ਗੈਬੀ ਸ਼ਕਤੀ ਦਾ ਗਿਆਨ ਜਪਣ ਵਾਸਤੇ ਉਹਨਾਂ ਕੋਲ ਕੋਈ ਹੈ ਨਹੀਂ ਸਾਧਨ। ਗੈਬੀ ਸ਼ਕਤੀ ਬਾਰੇ ਦੱਸਿਆ ਹੋਇਆ ਉਹਨਾਂ ਨੂੰ, ਉਹਦੀ ਆਰਾਧਨਾ ਨਹੀਂ ਕਰਦੇ ਨੇ ਵਿਚਾਰੇ। ਆਰਾਧਨਾ ਨੀਕਾ ਹਰ ਹਰ ਨਾਮ आराधना। ਹਾਂ, ਆਰਾਧਨਾ ਨਾਮ ਦਾ ਹੁੰਦਾ। ਜਿਹੜਾ ਨਾਮ ਜਪਣਾ ਉਹ ਆਏ ਗੁਰਬਾਣੀ ਵਾਲਾ। ਜਪਣਾ ਗਿਆਨ ਦਾ ਹੁੰਦਾ ਅਸਲ 'ਚ। ਐਸਾ ਗਿਆਨ ਜਪੋ ਮਨ ਮੇਰੇ, ਜਪਣਾ ਗਿਆਨ ਦਾ ਹੀ ਹੁੰਦਾ। ਹਾਂਜੀ। फरा के फरंगी माना है, कंधारी कुरैसी जाना। ਫਰਾ ਕੇ ਫਰੰਗੀ ਮੰਨ, ਫਰਾ ਦੇ ਫਰੰਗੀ ਵੀ ਮੰਨਦੇ ਨੇ, ਅੰਗਰੇਜ਼ ਨੇ ਜਿਹੜੇ, ਉਹ ਤੈਨੂੰ ਮੰਨਦੇ ਨੇ। कंधारी कुरैसी जाना। ਕੁਰੈਸ਼ੀ ਨੇ, ਕੰਧਾਰ ਦੇ ਰਹਿਣ ਵਾਲੇ ਨੇ। ਕੁਰੈਸ਼ੀ ਕੋ ਜਾਤ ਹੈ ਨਾ ਮੁਸਲਮਾਨਾਂ 'ਚ, ਸਾਰੇ ਉਹ ਮੰਨਦੇ ਨੇ ਸਾਰੇ ਤੈਨੂੰ ਵੀ ਹੈਗਾ ਪਰਮੇਸ਼ਰ। पश्चिम के पश्चिमी पछाने ने जुकाम है। ਪੱਛਮ ਦੇ ਰਹਿਣ ਵਾਲੇ ਪੱਛਮੀ ਨੇ, ਉਹ ਵੀ ਪਛਾਣਦੇ ਨੇ। पछाने ने जुकाम है। ਉਹ ਆਪਣਾ ਕੰਮ ਦੇ ਵਿੱਚ ਹੀ ਪਛਾਣਦੇ ਨੇ। ਜਿਹੜਾ ਕੰਮ ਕਰਦੇ ਨੇ ਉਹ ਕਹਿੰਦੇ ਇਮਾਨਦਾਰੀ ਨਾਲ ਕਰੋ, ਬਸ ਇਹੀ ਕੁਛ ਹੈ। ਕੰਮ ਠੀਕ ਕਰੋ, ਕਰੈਕਟਰ ਠੀਕ ਚਾਹੀਦਾ ਆਦਮੀ ਦਾ। पश्चिमी पछाने ने जुकाम है। ਪੱਛਮ ਦੇ ਲੋਕ ਜਿਹੜਾ ਹੈ ਨਾ, ਕਰਮ ਸਾਡਾ ਠੀਕ ਚਾਹੀਦਾ।
ਪ੍ਰੈਕਟੀਕਲ ਲੋਕਾਂ ਨਾਲ ਠੀਕ ਵਰਤੋ, ਇਹਦੇ ਵਿੱਚ ਸਭ ਕੁਝ ਹੈ। ਇਹ ਪੱਛਮ ਦੇ ਕੌਣ ਨੇ? ਆਪਣੇ ਅੰਗਰੇਜ਼ ਨੇ ਜਿਹੜੇ। ਇਹ ਕਹਿੰਦੇ ਪ੍ਰੈਕਟੀਕਲੀ ਲੋਕਾਂ ਨਾਲ ਤੁਸੀਂ ਚੰਗਾ ਵਰਤੋ, ਇਹੀ ਪਰਮੇਸ਼ਰ ਦੀ ਸੇਵਾ ਹੈ। ਲੋਕਾਂ ਦਾ ਭਲਾ ਕਰਨਾ, ਲੋਕਾਂ ਦਾ ਭਲਾ ਸੋਚਣਾ, ਨਿਜ ਕਾਮ ਵਿੱਚੋਂ ਵਿੱਚ। ਇਹ ਚ ਬਸ ਉਹ ਇਸੇ ਪ੍ਰੈਕਟੀਕਲ ਨੇ, ਉਹ ਪ੍ਰੈਕਟੀਕਲ ਨੂੰ ਮੰਨਦੇ ਨੇ। ਬਾਕੀ ਉਹ ਕਹਿੰਦੇ ਨੇ ਬਾਕੀ ਠੀਕ ਹੈ, ਸੇਵਾ ਕਰੋ ਸਾਰਿਆਂ ਦੀ, ਪ੍ਰੇਮ ਕਰੋ, ਜਨ ਪ੍ਰੇਮ ਕੀਓ ਤੇ ਨਹੀਂ ਪ੍ਰੇਮ ਪਾਇਓ, ਉਹ ਇਹਦੇ ਵਿੱਚ